ਸਤਿ ਸ਼੍ਰੀ ਅਕਾਲ। ਲੋਕ ਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ। ਦੋਸਤੋ, ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਅਹਿਮ ਸ਼ਖਸੀਅਤ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਮੌਜੂਦ ਹੋਣਗੇ। ਕਿਸਾਨ ਅੰਦੋਲਨ ਦੇ ਪੂਰੇ ਬਰਤਾਂਤ ਦੇ ਉੱਤੇ ਗੱਲਬਾਤ ਕਰਾਂਗੇ। ਹੋਰ ਵੀ ਬੜੀ ਦਿਲਚਸਪ ਰਾਜੇਵਾਲ ਸਾਹਿਬ ਨਾਲ ਗੱਲਾਂ ਬਾਤਾਂ ਹੋਣਗੀਆਂ। ਜ਼ਿੰਦਗੀ ਦੇ ਸੰਦਰਭ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ। ਸਟਰਗਲ ਦਾ ਜਿਹੜਾ ਦੌਰ ਸੀ ਉਹਦੇ ਤੇ ਗੱਲਬਾਤ ਹੋਊਗੀ। ਕਿਸਾਨੀ ਅੰਦੋਲਨ ਤੇ ਗੱਲਬਾਤ ਹੋਊਗੀ। ਜਾਂ ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਤੋਂ ਬਾਅਦ ਅੱਜ ਰਾਜੇਵਾਲ ਸਾਹਿਬ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਨੇ, ਉਹਦੇ ਤੇ ਗੱਲਬਾਤ ਹੋਊਗੀ। ਰਾਜੇਵਾਲ ਸਾਹਿਬ ਬਾਰੇ ਮੈਂ ਦੱਸਾਂ, ਰਾਜੇਵਾਲ ਸਾਹਿਬ ਕਿਸੇ ਜਾਣਕਾਰੀ ਦੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਪੂਰਾ ਸੰਸਾਰ ਜਿੱਥੇ ਵੀ ਪੰਜਾਬੀ ਬੈਠੇ ਨੇ, ਜਿੱਥੇ ਵੀ ਹਿੰਦੁਸਤਾਨ ਨੂੰ ਜਾਣਨ ਵਾਲੇ ਲੋਕ ਬੈਠੇ ਨੇ, ਉਹ ਸਾਰੇ ਹੀ ਰਾਜੇਵਾਲ ਸਾਹਿਬ ਨੂੰ ਜਾਣਦੇ ਨੇ। ਤੇ ਅੱਜ ਸਾਡੇ ਲੋਕਰਣ ਚੈਨਲ ਪੰਜਾਬੀ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ ਰਾਜੇਵਾਲ ਸਾਹਿਬ। ਰਾਜੇਵਾਲ ਸਾਹਿਬ, ਸਵਾਗਤ ਹੈ ਤੁਹਾਡਾ ਲੋਕਰਣ ਤੇ। ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ। ਰਾਜੇਵਾਲ ਸਾਹਿਬ, ਲੰਮਾ ਸਮਾਂ ਹੋ ਗਿਆ ਤੁਹਾਨੂੰ ਕਿਸਾਨੀ ਦੇ ਲਈ ਲੜਦਿਆਂ। ਇਸ ਪਾਸੇ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਤੁਹਾਡੀ? ਅਸੀਂ 1971 ਦੇ ਵਿੱਚ, ਜਿਸ ਵੇਲੇ ਇੰਦਰਾ ਗਾਂਧੀ ਦੀ ਸਰਕਾਰ ਸੀ ਜੀ, 1971 ਚ ਕਣਕ ਦਾ ਭਾਅ ਹੁੰਦਾ ਸੀ 76 ਰੁਪਏ। 1972 ਦੀ ਕਣਕ ਦਾ ਭਾਅ ਨਵੰਬਰ 71 ਵਿੱਚ ਜਦੋਂ ਅਨਾਉਂਸ ਹੋਇਆ 5 ਰੁਪਏ ਘਟਾ ਕੇ ਹੋਇਆ ਜੀ। ਲੋਕਾਂ 'ਚ ਆਪ ਮੁਹਾਰਾ ਵਿਰੋਧ ਸੀ। ਅਸੀਂ ਆਪਣੇ ਪਿੰਡ 'ਚ ਇਕੱਠੇ ਹੋ ਕੇ ਅਸੀਂ ਖੇਤੀਬਾੜੀ ਯੂਨੀਅਨ ਨਾਂ ਦੀ ਜਥੇਬੰਦੀ ਬਣਾਈ। ਇਸੇ ਤਰ੍ਹਾਂ ਗੱਲ ਅੱਗੇ ਤੁਰੀ। ਜਦੋਂ ਜਿਹੜੇ ਅਸੀਂ ਇਕੱਠੇ ਪੜ੍ਹਦੇ ਸੀ, ਉਹ ਕਿਤੇ ਖੰਨੇ ਅਸੀਂ ਇਕੱਠੇ ਹੋਏ ਸਾਰੇ ਨੇ। ਜਿਹੜੇ ਹਮ ਉਮਰ ਸੀ, ਅਸੀਂ 100 ਰੁਪਇਆ ਇਕੱਠਾ ਕੀਤਾ, ਇੱਕ ਉੱਥੇ ਰੈਲੀ ਰੱਖਤੀ। ਔਰ ਉਹ ਇੰਟਰਸਟਿੰਗ ਪਾਰਟ ਇਹ ਸੀ ਵੀ ਸਾਨੂੰ ਕਿਸੇ ਨੂੰ ਕੋਈ ਪੋਲੀਟੀਕਲ ਪਰਿਵਾਰਾਂ 'ਚੋਂ ਤਾਂ ਹੈ ਨਹੀਂ ਸੀ, ਕਿਸੇ ਨੂੰ ਬੋਲਣਾ ਨਹੀਂ ਸੀ ਆਉਂਦਾ, ਕਿਸੇ ਨੂੰ ਕੋਈ ਤਜਰਬਾ ਨਹੀਂ ਸੀ। ਤੇ ਅਸੀਂ ਇੱਕ ਮੁਨਾਦੀ ਕਰਨ ਵਾਸਤੇ ਪਿੰਡਾਂ ਦੇ ਵਿੱਚ ਇੱਕ ਹੌਕਰ ਅਸੀਂ ਰੱਖ ਲਿਆ। ਉਹਨੇ ਪਿੰਡਾਂ ਵਿੱਚ ਮੁਨਾਦੀ ਕਰਤੀ। ਤੇ ਜਦੋਂ ਜਿਸ ਦਿਨ ਕਾਨਫਰੰਸ ਹੋਣੀ ਸੀ, ਉਹ ਤੇ ਕੁਝ ਦਿਨ ਪਹਿਲਾਂ ਸਾਨੂੰ ਇਹ ਹੋਇਆ ਵੀ ਉੱਥੇ ਭਾਸ਼ਣ ਕੌਣ ਦਊਗਾ। ਅਸੀਂ ਸਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ ਸੀ, ਸਰ ਜੋਗਿੰਦਰ ਸਿੰਘ ਮਾਨ, ਜਿਹੜੇ ਸਪੀਕਰ ਰਹੇ ਪੰਜਾਬ ਵਿਧਾਨ ਸਭਾ ਦੇ, ਉਹਨਾਂ ਕੋਲ ਗਏ। ਉਹਨਾਂ ਨੂੰ ਜਾ ਕੇ ਗੱਲ ਦੱਸੀ, ਉਹ ਬੜੇ ਖੁਸ਼ ਹੋਏ। ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਉੱਥੇ ਆਓ, ਉਹ ਮੰਨ ਗਏ। ਜਦੋਂ ਅਸੀਂ ਆਉਣ ਲੱਗੇ ਫਿਰ ਮੁੜ ਕੇ ਚਲੇ ਗਏ। ਅਸੀਂ ਕਿਹਾ ਜੀ ਸਾਡੇ ਕੋਲ ਕੋਈ ਬੋਲਣ ਵਾਲਾ ਤਾਂ ਹੈ ਨਹੀਂ, ਤੁਸੀਂ ਬੋਲਣ ਵਾਲੇ ਨਾਲ ਲਿਆਇਓ। ਉਹ ਬੜਾ ਹੱਸੇ। ਉਹ ਕਹਿੰਦੇ ਚੰਗਾ ਕੋਈ ਨਹੀਂ, ਮੈਂ ਵਕੀਲ ਬਥੇਰੇ ਤੇ ਮੈਂ ਲੈ ਆਊਂ। ਫਿਰ ਅਸੀਂ ਤੀਸਰੀ ਵਾਰੀ ਚਲੇ ਗਏ ਵੀ ਸਾਡੇ ਕੋਲ ਤਾਂ ਕੋਈ ਸਟੇਜ ਚਲਾਉਣ ਵਾਲਾ ਵੀ ਹੈ ਨਹੀਂ, ਕੋਈ ਸਟੇਜ ਸੈਕਟਰੀ ਵੀ ਲੈ ਆਓ। ਖੈਰ ਸਾਰਾ ਕੁਛ ਉਹਨਾਂ ਨੇ ਆ ਕੇ ਸਟੇਜ ਦਾ ਉਹਨਾਂ ਨੇ ਸੰਭਾਲਿਆ। ਇਕੱਠ ਏਡਾ ਵੱਡਾ ਹੋਇਆ ਆਪ ਮੁਹਾਰਾ। ਤੇ ਉੱਥੇ ਇੱਕ ਪੁਰਾਣਾ, ਇੱਕ ਇਸ ਵੇਲੇ ਬਿਰਧ ਹੋ ਗਏ ਸਾਡੇ ਸਾਥੀ ਨੇ, ਕਿਸਾਨ ਸਾਧੂ ਸਿੰਘ ਸਾਧਾ ਕਰਕੇ ਮਸ਼ਹੂਰ ਨੇ। ਉਹ ਬੜੇ ਅਗਾਂਹ ਵਧੂ ਕਿਸਾਨ ਸੀ। ਉਹਨਾਂ ਕੋਲ ਉਦੋਂ ਐਸਕੋਰਟ 37 ਟਰੈਕਟਰ ਹੁੰਦਾ ਸੀ। ਉਹਨਾਂ ਨੇ ਕਾਨਫਰੰਸ ਖਤਮ ਹੋਈ, ਮਾਈਕ ਤੇ ਅਨਾਊਂਸ ਕਰਤਾ ਆਪ ਮੁਹਾਰਾ, ਉਹ ਜੱਟੋ, ਜੱਟ ਦਾ ਪੁੱਤ ਨੇ ਜਿਹੜਾ ਆਪਣੀ ਟਰਾਲੀ ਭਰ ਕੇ ਨਾ ਲਿਆਵੇ, ਤਰੀਕ ਦੇਤੀ ਆਪੇ ਵੀ ਇੰਨੀ ਤਰੀਕ ਨੂੰ ਚੰਡੀਗੜ੍ਹ ਚੱਲੋ ਜੀ। ਚੰਡੀਗੜ੍ਹ 'ਚ ਮੇਰੇ ਖਿਆਲ 'ਚ ਏਡਾ ਵੱਡਾ ਇਕੱਠ ਕਦੇ ਨਹੀਂ ਹੋਇਆ ਜਿੱਡਾ ਵੱਡਾ ਉੱਥੇ ਹੋਇਆ। ਔਰ ਉਹ ਭਲੇ ਦਿਨ ਹੁੰਦੇ ਸੀ। ਅਸੀਂ ਬਹੁਤ ਵੱਡਾ ਇੱਕ ਜਲੂਸ, ਜਿੱਥੇ ਫਲੈਗ ਪੋਸਟ ਹੈ ਸੈਕਟਰੀਏਟ ਦੇ ਕੋਲ, ਉੱਥੇ ਚਲਾ ਗਿਆ। ਕੋਈ ਲੀਡਰ ਨਹੀਂ। ਅਸੀਂ ਨਾਅਰੇ ਮਾਰੀ ਜਾਈਏ, ਕੋਈ ਹੇਠਾਂ ਨੂੰ ਉਤਰੇ ਗਿਆ ਨਹੀਂ। ਜੈਲ ਸਿੰਘ ਦੀ ਹੁਕੂਮਤ ਸੀ ਤੇ ਖੇਤੀ ਮੰਤਰੀ ਹੁੰਦੇ ਸੀ ਸਾਡੇ ਸਾਹਨੇਵਾਲ ਲਾਗੇ ਦੇ ਕੈਪਟਨ, INA ਦੇ ਕੈਪਟਨ ਸੀ। ਉਹ ਹੇਠਾਂ ਆਏ। ਉਹ ਆ ਕੇ ਸਾਨੂੰ ਕਹਿੰਦੇ ਮੁੰਡਿਓ, ਤੁਹਾਡਾ ਲੀਡਰ ਕੌਣ ਹੈ? ਸੀਗਾ ਕੋਈ ਨਹੀਂ ਜੀ। ਉਹ ਕਹਿੰਦਾ ਫਿਰ ਦੱਸੋ ਕਿਹਨੂੰ ਮਿਲਣਾ ਸੀਗਾ? ਮੁੱਖ ਮੰਤਰੀ ਨੂੰ ਮਿਲਣਾ। ਉਹ ਕਹਿੰਦਾ ਮੈਮੋਰੰਡਮ ਲਿਖਿਆ ਸੀਗਾ। ਉਹ ਕੀ ਹੁੰਦਾ ਜੀ? ਉਹਨੇ ਇੱਕ ਕਾਗਜ਼ ਮੰਗਵਾਇਆ, ਆਪਣੇ ਆਪ ਹੀ ਮੈਮੋਰੰਡਮ ਲਿਖਿਆ। ਮੈਮੋਰੰਡਮ ਲਿਖ ਕੇ ਸਾਨੂੰ ਕਿਹਾ ਦਸਤਖਤ ਕਰ ਦਿਓ। ਅਸੀਂ 5-7-10 ਜਿਹੜੇ ਖੜੇ ਸੀ, ਅਸੀਂ ਦਸਤਖਤ ਕਰਤੇ। ਫਿਰ ਗਿਆਨੀ ਜੈਲ ਸਿੰਘ ਨੂੰ ਬੁਲਾਉਣ ਚਲਾ ਗਿਆ। ਉਹ ਹੇਠਾਂ ਉਤਰੇ ਨਾ। ਉਹਨੇ ਫੇਰ ਬੜੀ ਮਤਲਬ ਭਾਸ਼ਾ ਅਜੀਬ ਸੀ। ਉਹਨਾਂ ਨੇ ਫੇਰ ਕਿਹਾ, ਉਹ ਕੁੱਤਿਆ ਦਿਖਾਣਾ, ਇਹ ਤਾਂ 10 ਮਿੰਟਾਂ ਦੇ ਅੰਦਰ ਅੰਦਰ ਆ ਜਾ ਹੇਠਾਂ ਉਤਰ ਕੇ, ਨਹੀਂ ਆ ਜੱਟ ਖੜਿਆ ਤੇਰੀ ਸੈਕਟਰੀਏਟ ਨੂੰ, ਸੈਕਟਰੀ ਗੇਟੇ ਗਏ, ਸੈਕਟਰੀ ਗੇਟ ਦੀ ਇੰਟਰਨੈਟ ਖੜਕਾ ਦਾਂਗੇ ਜੀ। ਗਿਆਨੀ ਜੈਲ ਸਿੰਘ ਕੰਬਦਾ ਜਿਹਾ ਆਇਆ ਕਿ ਮੈਮੋਰੰਡਮ ਫੜ ਕੇ ਕਹਿੰਦਾ ਵੀ ਮੇਰੇ ਭਰਾਓ, ਹੱਥ ਵਸ ਕੁਝ ਨਹੀਂ, ਤੁਹਾਡਾ ਮੈਮੋਰੰਡਮ ਮੈਂ ਉੱਥੇ ਭੇਜ ਦੂੰਗਾ ਦਿੱਲੀ, ਤੇ ਫਿਰ ਉੱਥੋਂ ਤੁਸੀਂ ਉਹਨਾਂ ਨੇ ਫੈਸਲਾ ਕਰਨਾ ਜਿਹੜਾ ਕਰਨਾ। ਮੈਂ ਤਾਂ ਤੁਹਾਡੀ ਰਿਪੋਰਟ ਉਹਨਾਂ ਨੂੰ ਕਰ ਦਾਂਗਾ। ਅਸੀਂ ਆ ਗਏ। ਉਹਦੇ ਬਾਅਦ ਫਿਰ ਕੁਛ ਦਿਨਾਂ ਬਾਅਦ ਸਾਡਾ ਤਾਲਮੇਲ ਹੋਇਆ। ਲੁਧਿਆਣੇ ਦੇ ਵਿੱਚ ਮਾਂਗੜ ਬਲਾਕਸ ਵੀ ਯੂਨੀਅਨ ਇਸੇ ਤਰ੍ਹਾਂ ਬਣੀ ਸੀ। ਅਜਮੇਰ ਸਿੰਘ ਲੱਖੋਵਾਲ ਹੋਣੀ, ਪ੍ਰਤਾਪ ਸਿੰਘ ਕਾਦੀਆਂ, ਮਹਿੰਦਰ ਸਿੰਘ ਜਵੰਦਾ, ਇਹ ਕੁਛ ਲੋਕ ਸੀ। ਤੇ ਇਹਨਾਂ ਨਾਲ ਤਾਲਮੇਲ ਹੋਇਆ। ਫਿਰ ਫੈਸਲਾ ਹੋ ਗਿਆ ਵੀ ਦਿੱਲੀ ਚੱਲਿਆ ਜਾਏ। ਬੱਸਾਂ ਕਰਕੇ ਅਸੀਂ ਕੋਈ 1000 ਕੁ ਬੰਦਾ ਹੋਊਗਾ, ਬੜੀ ਮੁਸ਼ਕਲ ਨਾਲ ਅਸੀਂ ਬੱਸਾਂ ਕਰਕੇ ਉੱਥੇ ਦਿੱਲੀ ਚਲੇ ਗਏ। ਦਿੱਲੀ ਜਾ ਕੇ ਉਦੋਂ ਫਿਰ ਭਲੇ ਦਿਨ ਸੀਗੇ, ਉਦੋਂ ਪ੍ਰਾਈਮ ਮਿਨਿਸਟਰ ਲੋਕਾਂ ਨੂੰ ਮਿਲਿਆ ਕਰਦੇ ਸੀ। ਅਸੀਂ ਜਾ ਕੇ ਉੱਥੇ ਇੰਦਰਾ ਗਾਂਧੀ ਦੀ ਕੋਠੀ ਦੇ ਬਾਹਰ
ਨਾਰੇ ਮਾਰਨ ਲੱਗ ਪਏ। ਉਹ ਸਾਡੇ ਕੋਲ ਆਏ ਵੀ ਦੱਸੋ ਕਿਹਨੂੰ ਮਿਲਣਾ ਸੀਗਾ, ਪ੍ਰਧਾਨ ਮੰਤਰੀ ਨੂੰ ਮਿਲਣਾ ਹੈ। ਪ੍ਰਧਾਨ ਮੰਤਰੀ ਜਦੋਂ ਆਉਣ ਲੱਗੇ ਕਿਸੇ ਨੇ ਮਜ਼ਾਕ 'ਚ ਕਿਹਾ ਬਈ ਆਪਾਂ ਰੋਜ਼ ਸਿਰ ਤੇ ਖਾਦ ਜਿਹੜੀ ਰੂੜੀ ਦੀ ਪਾਉਂਦੇ ਆ, ਮਿੱਟੀ ਨਾਲ ਮਿੱਟੀ ਹੁੰਨੇ ਆ, ਅੱਜ ਪੰਡਤਾਣੀ ਆਉਂਦੀ ਆ, ਇਹਨੂੰ ਚੜਾਓ ਤਾਂ ਢੇਰੀ ਦੇ ਉੱਤੇ। ਉੱਥੇ ਜਿਹੜੀ ਕੂੜੇ ਦੀ ਢੇਰੀ ਲੱਗੀ ਹੋਈ ਸੀ ਉਹਨੇ ਸੁਣ ਲਿਆ, ਉਹ ਬੜੀ ਤੇਜ਼ ਸੀ, ਉਹਨੇ ਆਉਂਦੀ ਉਹ ਖੜੀ ਉਹ ਢੇਰੀ ਦੇ ਉੱਤੇ ਆ ਕੇ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੈ। ਅਸੀਂ ਉਹਨੂੰ ਕਿਹਾ ਵੀ ਇੰਦਰਾ ਗਾਂਧੀ ਨੇ ਸੁਣ ਲਿਆ, ਇੰਦਰਾ ਗਾਂਧੀ ਨੇ। ਅਸੀਂ ਕਿਹਾ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੈ। ਅਸੀਂ ਕਿਹਾ ਵੀ ਆਹ ਤੁਸੀਂ ਭਾਅ ਘਟਾਤਾ, ਇਹਦੇ ਖਿਲਾਫ ਪੰਜਾਬ ਵਿੱਚ ਰੋਸ ਹੈ। ਉਹਨੇ ਮਾਈਕ ਫੜਿਆ, ਉਹਨੇ ਕਿਹਾ ਜਾਓ इस बार तो मैं वही दाम रख देती हूँ, अगली बार कोई गारंटी नहीं क्या दाम मिलेंगे, आपका मन चाहे गेहूं बो, ना मन चाहे ना बो। तो ਉੱਥੇ ਹੀ ਫਿਰ ਅਸੀਂ ਉਹਨੂੰ ਗੁੱਸੇ 'ਚ ਇਹ ਵੀ ਕਹਿ ਕੇ ਆ ਗਏ, ਕਿਉਂਕਿ ਉਹ ਆਰਗੇਨਾਈਜ਼ ਤਾਂ ਕੋਈ ਲੀਡਰ ਨਹੀਂ ਸੀ, ਕੁਝ ਨਹੀਂ ਸੀ। ਉਹ ਕਹਿ ਕੇ ਆ ਗਏ ਵੀ ਤੈਨੂੰ ਇਤਿਹਾਸ ਵਿੱਚ ਪੜ੍ਹੀ ਲਿਖੀ ਬੇਵਕੂਫ ਪ੍ਰਧਾਨ ਮੰਤਰੀ ਕਿਹਾ ਜਾਊਗਾ, ਹੁਣ ਅਸੀਂ ਤੇਰੀ ਇਹ ਗੱਲ ਜਾ ਕੇ ਭਾਈਚਾਰੇ ਨੂੰ ਦੱਸਾਂਗੇ। ਉਹ ਤੋਂ ਬਾਅਦ ਆ ਕੇ ਅਸੀਂ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ। ਫਿਰ ਬਠਿੰਡਾ ਸਾਈਡ ਤੇ ਇੱਕ ਰਿਟਾਇਰਡ ਤਹਿਸੀਲਦਾਰ ਸੀਗੇ ਸਰ ਹਰਮਿੰਦਰ ਸਿੰਘ, ਉਹਨਾਂ ਨੇ ਕੰਮ ਸ਼ੁਰੂ ਕੀਤਾ। ਅੰਮ੍ਰਿਤਸਰ ਬਲਸੀ ਸਰ ਅਮੋਲਕ ਸਿੰਘ ਗੁਮਟਾਲੇ ਤੋਂ, ਉਹਨਾਂ ਨੇ ਕੰਮ ਸ਼ੁਰੂ ਕੀਤਾ। ਇੱਧਰ ਲੁਧਿਆਣੇ 'ਚ ਅਸੀਂ ਕਰਦੇ ਸੀ। ਤੇ ਫਿਰ 1974 'ਚ ਜਾ ਕੇ ਇੱਕ ਜ਼ੋਨ ਤੋੜੂ ਮੋਰਚਾ ਲਾਇਆ। ਉਦੋਂ ਜ਼ੋਨਲ ਰਿਸਟ੍ਰਿਕਸ਼ਨਸ ਹੁੰਦੀਆਂ ਸੀ, ਤੁਸੀਂ ਆਪਣੀ ਕਣਕ, ਪੰਜਾਬ ਦੀ ਕਣਕ ਪੰਜਾਬ ਤੋਂ ਬਾਹਰ ਨਹੀਂ ਸੀ ਲਿਜਾ ਸਕਦੇ ਕਿਸਾਨ। ਅਸੀਂ ਕਿਹਾ ਸੀ ਵੀ ਜ਼ੋਨਲ ਰਿਸਟ੍ਰਿਕਸ਼ਨਸ ਹੋਣੀਆਂ ਨਹੀਂ ਚਾਹੀਦੀਆਂ। ਇੱਕ ਪਾਸੇ ਤਾਂ ਅਸੀਂ ਹਾਈ ਕੋਰਟ ਵਿੱਚ ਰਿਟ ਕਰਤੀ, ਦੂਜੇ ਪਾਸੇ ਮੋਰਚਾ ਲਾਤਾ। ਅਸੀਂ 5 ਕਿਲੋ ਕਣਕ ਨਾਲਾਗੜ੍ਹ ਵਾਲੀ ਸਾਈਡ ਨੂੰ, ਰੋਪੜ ਤੋਂ ਅੱਗੇ ਅਸੀਂ ਲੈ ਕੇ ਜਾਂਦੇ ਸੀ ਸਿਰ ਤੇ ਰੱਖ ਕੇ, ਸਿਰ ਤੇ ਰੱਖ ਕੇ। ਉਹ ਸਾਨੂੰ ਕਣਕ ਦੀ ਸਮਗਲਿੰਗ ਦਾ ਕੇਸ ਬਣਾ ਕੇ 30 ਦਿਨ ਦੀ ਜੇਲ੍ਹ, 10 ਦਿਨ ਦਾ ਜੁਰਮਾਨੇ ਦੇ ਵਿੱਚ 40 ਦਿਨ ਦੀ ਜੇਲ੍ਹ ਭੇਜ ਦਿੰਦੇ ਸੀ। ਤੇ ਸਰ ਸੰਤੋਖ ਸਿੰਘ ਹੁੰਦੇ ਸੀਗੇ ਇੱਕ ਵਕੀਲ, ਉਹਨਾਂ ਦੇ ਘਰੇ ਜਾ ਕੇ ਜਥੇ ਨੇ ਰੁਕਣਾ। ਉਹਨਾਂ ਦੀ ਸ਼੍ਰੀਮਤੀ ਇੱਕ ਟੀਚਰ ਸੀ, ਬਹੁਤ ਸੁਗੜ ਸਿਆਣੀ, ਔਰ ਉਹ ਸਾਰੇ ਜਥੇ ਦੀ ਸੇਵਾ ਉਹਨੇ ਕਰਨੀ, ਰੋਟੀ ਪਾਣੀ ਉੱਥੋਂ ਖਵਾ ਕੇ ਜਥਾ ਭੇਜਣਾ। ਤੇ 1440 ਕਿਸਾਨ 40-40 ਦਿਨ ਜੇਲ੍ਹ ਕੱਟ ਕੇ ਆਏ। ਉਦੋਂ ਗ੍ਰਿਫਤਾਰ ਹੋਏ 40-40 ਦਿਨ। ਫਿਰ ਉਧਰ ਦੂਸਰੇ ਪਾਸੇ ਹਾਈ ਕੋਰਟ 'ਚੋਂ ਸਾਡੇ ਹੱਕ 'ਚ ਫੈਸਲਾ ਹੋ ਗਿਆ। ਜਸਟਿਸ ਕੁਲਦੀਪ ਸਿੰਘ ਉਦੋਂ ਵਕਾਲਤ ਕਰਕੇ ਆਏ ਸੀ, ਇਹ ਸਾਡੇ ਵਕੀਲ ਸੀ। ਹਾਈ ਕੋਰਟ ਨੇ ਕਹਿ ਦਿੱਤਾ ਵੀ ਸਰਕਾਰ ਨੂੰ ਕੋਈ ਹੱਕ ਨਹੀਂ, ਕਿਸਾਨ ਮਿੱਟੀ 'ਚ ਮਿੱਟੀ ਹੋ ਕੇ ਪੈਦਾ ਕਰਦਾ ਹੈ, ਸਰਕਾਰ ਤੇ ਕੋਈ ਪਾਬੰਦੀ ਨਹੀਂ ਲਾ ਸਕਦੀ। ਉਹਦਾ ਜਦੋਂ ਜੀ ਚਾਹੇ, ਜਿੰਨੀ ਜੀ ਚਾਹੇ, ਕੋਈ ਮਿਕਦਾਰ ਦੀ ਗੱਲ ਨਹੀਂ, ਜਿੱਥੇ ਚਾਹੇ ਸਾਰੇ ਦੇਸ਼ ਵਿੱਚ ਉਹ ਵੇਚ ਸਕਦਾ ਹੈ। ਮੋਰਚਾ ਸੀ, ਉਹ ਜਿੱਤ ਲਿਆ। ਤੇ ਬਾਅਦ ਫਿਰ ਅੱਗੇ ਚੱਲੇ ਬਹੁਤ ਮੋਰਚੇ। ਕਦੇ ਰਾਜਵਾਲ ਸਾਹਿਬ, ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਕਿਸਾਨ ਯੂਨੀਅਨ ਖੜੀ ਹੋਈ ਉਹ ਖੇਤੀਬਾੜੀ ਯੂਨੀਅਨ ਸੀ। ਸਭ ਤੋਂ ਪਹਿਲਾਂ ਖੇਤੀਬਾੜੀ ਯੂਨੀਅਨ ਖੜੀ ਹੋਈ, ਫਿਰ ਇੱਥੇ 13 ਯੂਨੀਅਨਾਂ ਹੋਰ ਬਣ ਗਈਆਂ ਸੀ। ਜ਼ਿਮੀਂਦਾਰਾ ਯੂਨੀਅਨ ਨਹੀਂ, ਮੈਂ ਉਹੀ ਦੱਸਦਾ। 13 ਯੂਨੀਅਨ ਸੀ, ਉਹਨਾਂ ਨੇ ਸ਼ਰਤ ਰੱਖਤੀ ਵੀ ਇਹਦੇ ਵਿੱਚ ਜ਼ਿਮੀਂਦਾਰ ਸ਼ਬਦ ਪਾਓ। ਅਸੀਂ ਬੜਾ ਸਮਝਾਇਆ ਵੀ ਬਿਹਾਰ ਵਿੱਚ ਜ਼ਿਮੀਂਦਾਰ ਨੂੰ ਨਫ਼ਰਤ ਕਰਦੇ ਨੇ, ਨਾ ਹੀ ਹਟਿਓ। ਫਿਰ ਅਸੀਂ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਇਹਦਾ ਨਾਂ ਬਦਲ ਕੇ ਖੇਤੀਬਾੜੀ ਜ਼ਿਮੀਂਦਾਰਾ ਯੂਨੀਅਨ ਰੱਖਦਾ। ਔਰ ਜਦੋਂ ਖੇਤੀਬਾੜੀ ਜ਼ਿਮੀਂਦਾਰਾ ਯੂਨੀਅਨ ਦੇ ਨਾਂ ਹੇਠ ਅਸੀਂ 2 ਸਾਲ ਕੰਮ ਕੀਤਾ, ਜਿਨ੍ਹਾਂ ਨੇ ਨਾਂ ਪਵਾਇਆ ਸੀ ਉਹ ਛੱਡ ਕੇ ਭੱਜ ਗਏ। ਅਸੀਂ ਫਿਰ ਮੁੜ ਕੇ ਖੇਤੀਬਾੜੀ ਯੂਨੀਅਨ ਰੱਖਤਾ। ਫਿਰ 1977 ਵਿੱਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ, ਉਦੋਂ ਅਸੀਂ ਸਾਊਥ ਵਿੱਚ ਨਰਾਇਣ ਸਵਾਮੀ ਨਾਇਡੂ ਨਾਲ ਚੇਨਈ ਦੇ ਵਿੱਚ ਤਾਲਮੇਲ ਕੀਤਾ, ਔਰ ਸ਼ਰਜੋਸ਼ੀ ਨਾਲ ਤਾਲਮੇਲ ਕੀਤਾ। ਮਹਾਰਾਸ਼ਟਰ ਵਿੱਚ ਉਹਨੂੰ ਜਾ ਕੇ ਮਿਲੇ। ਉਧਰ ਦਿੱਲੀ 'ਚ ਇੱਕ ਮੋਰਚਾ ਲੱਗਿਆ ਹੋਇਆ ਸੀਗਾ ਕਿਸਾਨਾਂ ਦਾ, ਕੰਝਾਵਲਾ ਐਜੀਟੇਸ਼ਨ, ਉੱਥੇ ਜਾ ਕੇ ਅਸੀਂ ਉਹਨਾਂ ਦੇ ਨਾਲ ਗ੍ਰਿਫਤਾਰੀਆਂ ਦਿੱਤੀਆਂ। ਉਹਦੇ ਵਿੱਚੋਂ ਫਿਰ 14 ਦਸੰਬਰ 1978 ਨੂੰ ਇੱਕ ਇੰਸਟੀਚਿਊਟ ਆਫ ਇੰਜੀਨੀਅਰਸ ਹੈ ਹੈਦਰਾਬਾਦ, ਉੱਥੇ ਇੱਕ ਸੰਮੇਲਨ ਹੋਇਆ ਬਹੁਤ ਵੱਡਾ, ਸਾਰੀਆਂ ਸਟੇਟਾਂ ਉੱਥੇ ਇਕੱਠੀਆਂ ਹੋਈਆਂ। ਉੱਥੇ ਇੱਕ ਨਾਂ ਰੱਖਿਆ ਗਿਆ ਜਿਹਦਾ ਨਾਂ ਭਾਰਤੀ ਕਿਸਾਨ ਯੂਨੀਅਨ ਸੀ। ਉੱਥੇ ਰੱਖਿਆ ਇੰਡੀਅਨ ਫਾਰਮਰਸ ਐਸੋਸੀਏਸ਼ਨ। ਅਸੀਂ ਉਹਨਾਂ ਨੂੰ ਕਿਹਾ ਸਾਊਥ ਵਾਲਿਆਂ ਨੂੰ ਵੀ ਤੁਹਾਡੇ ਤਾਂ ਅੰਗਰੇਜ਼ੀ ਚੱਲ ਜਾਂਦਾ, ਸਾਡੇ ਅੰਗਰੇਜ਼ੀ ਵਿੱਚ ਨਾਂ ਨਹੀਂ ਚੱਲਣਾ। ਰੈਜ਼ੋਲੂਸ਼ਨ ਪਾਸ ਕਰਤਾ ਬਈ ਤੁਸੀਂ ਆਪਣੀ ਰੀਜਨਲ ਲੈਂਗੁਏਜ ਨਾ ਬਦਲ ਸਕਦੇ ਹੋ। ਅਸੀਂ ਉੱਤਰੀ ਭਾਰਤ ਵਾਲੇ ਸਾਰੇ ਇਕੱਠੇ ਹੋਏ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਹਿਮਾਚਲ, ਅਸੀਂ ਇਕੱਠੇ ਹੋ ਕੇ ਇਹਦਾ ਨਾਂ ਭਾਰਤੀ ਕਿਸਾਨ ਯੂਨੀਅਨ ਰੱਖ ਲਿਆ। ਉਦੋਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਨਾਂ ਹੇਠ ਚਲੀ ਆਉਂਦੀ ਜੀ। ਰਾਜਵਾਲ ਸਾਹਿਬ, ਤੁਹਾਡੀ ਸਟੱਡੀ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਮੈਂ BSc ਕੀਤੀ ਹੈ ਜੀ, ਤੇ ਮੈਂ ਥੋੜੀ ਦੇਰ ਪੋਸਟ ਐਂਡ ਟੈਲੀਗ੍ਰਾਫ ਡਿਪਾਰਟਮੈਂਟ ਵਿੱਚ ਨੌਕਰੀ ਵੀ ਕੀਤੀ ਐਜ਼ ਟੈਲੀਗ੍ਰਾਫਿਸਟ। ਤੁਸੀਂ ਲਾਅ ਵੀ ਕੀਤੀ? ਹਾਂਜੀ, ਨਹੀਂ, ਲਾਅ ਮੈਂ ਨਹੀਂ ਕੀਤਾ। ਮੈਂ ਐਜ਼ ਟੈਲੀਗ੍ਰਾਫਿਸਟ ਮੋਰਸਕੀ ਤੇ ਹੁੰਦੀ ਸੀ, ਉਹ ਬੜੀ ਮਤਲਬ ਲੈਂਗੁਏਜ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ। ਅੱਜ ਵੀ ਮੇਰੇ ਤੱਕ ਜੇ ਉਹ ਕੰਨਾਂ 'ਚ ਟਿਕ ਟਿਕ ਹੁੰਦੀ ਆ। ਮੈਨੂੰ ਇੱਕ ਵਾਰੀ ਮੈਂ ਅਸਿਸਟੈਂਟ 에ਅਰ ਕੰਟਰੋਲਰ ਸਿਲੈਕਟ ਹੋ ਗਿਆ ਸੀ ਬੈਂਗਲੌਰ,
ਅੱਛਾ। ਘਰਦਿਆਂ ਨੇ ਕਿਹਾ ਐਡੀ ਦੂਰ ਤੇ ਨਹੀਂ ਜਾਣ ਦੇਣਾ, ਮੈਂ ਉੱਥੇ ਨਹੀਂ ਗਿਆ ਕਿਉਂਕਿ ਉਹ ਜਿਹੜੀ ਭਾਸ਼ਾ ਹੈ ਉਹ ਹਵਾਈ ਜਹਾਜ਼ਾਂ ਦੇ ਉਤਰਨ ਤੇ ਚੜ੍ਹਨ ਤੇ ਕੰਟਰੋਲਰ ਉਹ ਯੂਜ਼ ਕਰਦੇ ਨੇ, ਮੋਰਸਕੀ ਦਾ ਸਿਗਨਲ ਉਹਨੂੰ ਯੂਜ਼ ਕਰਦੇ ਨੇ। ਉਹਦੇ ਬਾਅਦ ਫਿਰ ਮੈਂ 1968 ਵਿੱਚ ਇੱਕ ਬਾਈ ਇਲੈਕਸ਼ਨ ਹੋਈ ਸਮਰਾਲੇ ਦੀ। ਸਰ ਕਪੂਰ ਸਿੰਘ ICS ਤੇ ਕਪੂਰ ਸਿੰਘ ਨਸਰਾਲੀ ਦੋਵੇਂ ਇਲੈਕਸ਼ਨ ਲੜ ਰਹੇ ਸੀ। ਕਪੂਰ ਸਿੰਘ ਨਸਰਾਲੀ ਮੇਰੇ ਰਿਸ਼ਤੇਦਾਰ ਸੀ, ਜਿਹੜੇ ਫਸਟ ਸਪੀਕਰ ਪੰਜਾਬ ਵਿਧਾਨ ਸਭਾ ਦੇ ਰਹੇ ਨੇ, ਤੇ ਉਹਨਾਂ ਦੀ ਇਲੈਕਸ਼ਨ 'ਚ ਮੈਂ ਉਹਨਾਂ ਨੂੰ ਸਪੋਰਟ ਕਰਦਾ ਸੀ ਤੇ ਮੈਂ ਉਹਨਾਂ ਦਾ ਇਲੈਕਸ਼ਨ ਕੰਪੇਨ ਦਾ ਇੰਚਾਰਜ ਸੀ। ਉਦੋਂ ਫਿਰ ਮੈਂ ਨੌਕਰੀ ਛੱਡਤੀ। ਨੌਕਰੀ ਛੱਡ ਕੇ ਫਿਰ ਆਪਣਾ ਘਰ ਦਾ ਕੰਮ ਸ਼ੁਰੂ ਕਰ ਲਿਆ। 1970 ਵਿੱਚ ਮੈਂ ਬਿਜ਼ਨਸ ਕਰ ਲਿਆ ਤੇ 1971 ਵਿੱਚ ਜਾ ਕੇ ਫਿਰ ਜਿਹੜਾ ਯੂਨੀਅਨ ਦਾ ਕੰਮ ਨਵੰਬਰ 1971 ਸ਼ੁਰੂ ਹੋਇਆ। ਫਿਰ ਜਿਹਨੂੰ ਅਸੀਂ ਬਾਕਾਇਦਾ ਸੰਵਿਧਾਨ ਲਿਖ ਕੇ 5 ਅਪ੍ਰੈਲ 1972 ਨੂੰ ਅਸੀਂ ਖੇਤੀਬਾੜੀ ਯੂਨੀਅਨ ਸੰਵਿਧਾਨ ਵੀ ਤੁਸੀਂ ਖੁਦ ਲਿਖਿਆ ਸੀ? ਉਹ ਮੈਂ ਖੁਦ ਲਿਖਿਆ। ਮੇਰੇ ਅਸੀਂ 5 ਮੈਂਬਰੀ ਕਮੇਟੀ ਸੀ। ਮੈਂ ਸੀ, ਇੱਕ ਸਰ ਗੁਰਮੁਖ ਸਿੰਘ ਬਰਵਾਲੀ ਤੋਂ ਸੀ, ਇੱਕ BDO ਕਰਤਾਰ ਸਿੰਘ ਹੁੰਦੇ ਸੀ, ਇੱਕ ਜਗਜੀਤ ਸਿੰਘ ਨੌਲੜੀ ਸੀ। ਅਸੀਂ ਸੰਵਿਧਾਨ ਸਾਰਾ ਤਿਆਰ ਕੀਤਾ, ਫਿਰ ਸਾਰਾ ਪਾਸ ਹੋਇਆ, ਉਹਦੇ ਬਾਅਦ ਸਾਰੇ ਉਹ ਲਾਗੂ ਹੋਇਆ। ਤੁਸੀਂ ਇੱਕ ਮੈਗਜ਼ੀਨ ਵੀ ਕੱਢਦੇ ਹੁੰਦੇ ਸੀ? ਹਾਂ, ਜਦੋਂ ਸ਼ੁਰੂ ਵਿੱਚ ਅਸੀਂ ਕਿਸਾਨ ਮਸਲੇ ਮੈਗਜ਼ੀਨ ਕੱਢਦੇ ਸੀ। ਉਹਦੇ ਪਹਿਲੇ ਐਡੀਟਰ ਸੀ ਸਰ ਹਰਭਜਨ ਸਿੰਘ ਜੰਡੀ, ਉਸ ਤੋਂ ਬਾਅਦ ਫਿਰ ਮੈਨੂੰ ਐਡੀਟਰ ਲਾਇਆ ਗਿਆ ਉਹਦਾ। ਔਰ ਉਹ ਮੈਂ ਸਮਝਦਾ ਵੀ ਉਹ ਇਸ ਕਰਕੇ ਨਹੀਂ ਚੱਲ ਸਕਿਆ ਵੀ ਨਾ ਤਾਂ ਸਾਨੂੰ ਕੋਈ ਇਸ਼ਤਿਹਾਰ ਦਿੰਦਾ ਸੀ, ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਸੀ। ਅਸੀਂ ਆਪ ਸਾਰੇ ਵਰਕਰ ਜਿਹੜੇ ਸੀ ਉਹ ਕੰਮ ਕਰਕੇ, ਉਹਦੀ ਸਰਕੂਲੇਸ਼ਨ ਉਸ ਵੇਲੇ ਕੋਈ 6,000 ਸੀ। ਉਹਦੀ ਕ੍ਰੈਡੀਬਿਲਿਟੀ ਇਹ ਸੀ, ਹਫ਼ਤਾਵਾਰ ਅਖਬਾਰ ਸੀਗਾ ਉਹ ਜਾਂਦਾ, ਲੋਕੀ ਸੱਥ 'ਚ ਬਹਿ ਕੇ ਪੜ੍ਹਿਆ ਕਰਦੇ ਹੁੰਦੇ ਸੀ, ਉਡੀਕਦੇ ਹੁੰਦੇ ਸੀ ਵੀ ਕਿਸਾਨ ਮਸਲੇ ਆਊਗਾ। ਉਦੋਂ ਲੋਕੀ ਸੱਥ ਵਿੱਚ ਆਮ ਬਿਜਲੀ ਦੇ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਸੀ ਹੁੰਦੀ, ਸੋਸ਼ਲ ਉਦੋਂ ਹੁੰਦੇ ਸੀ। ਹਾਂ, ਉਹ ਸੋਸ਼ਲ ਹੁੰਦੇ ਸੀ। ਉਦੋਂ ਬੈਠ ਕੇ ਸਾਰਾ ਕਿਸਾਨ ਮਸਲੇ ਅਖਬਾਰ ਉੱਤੇ ਪੜ੍ਹਨਾ ਲੋਕਾਂ ਨੇ। ਉਹ ਸਾਡੇ ਕੋਲ ਬਹੁਤ ਦੇਰ, ਅਸੀਂ ਕੋਈ 3 ਸਾਲ ਚਲਾਇਆ। ਉਹ ਫਾਈਨੈਂਸ਼ੀਅਲ ਮੁਸ਼ਕਲਾਂ ਕਰਕੇ ਉਹ ਚੱਲ ਨਹੀਂ ਸਕਿਆ। ਜੀ ਰਾਜੇਵਾਲ ਸਾਹਿਬ, ਤੁਹਾਨੂੰ ਪੰਜਾਬ ਦੀ ਸਫਾਂ ਦੇ ਵਿੱਚ ਜਾਂ ਪੰਜਾਬ ਦੇ ਪਿੰਡਾਂ ਵਿੱਚ ਅਸੀਂ ਅਕਸਰ ਸੁਣਦੇ ਹੁੰਦੇ ਹਾਂ, ਜਿਹੜੇ ਸਾਡੇ ਵੀ ਬਜ਼ੁਰਗ ਨੇ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ, ਉਹ ਕਹਿੰਦੇ ਨੇ ਕਿ ਰਾਜੇਵਾਲ ਸਾਹਿਬ ਤਾਂ ਬਹੁਤ ਪੜ੍ਹੇ ਹੋਏ ਨੇ, ਬਹੁਤ ਕੁਝ ਜਾਣਦੇ ਨੇ ਰਾਜੇਵਾਲ ਸਾਹਿਬ ਤਾਂ। ਤੇ ਹੁਣ ਵੀ ਜਦੋਂ ਕਿਸਾਨ ਅੰਦੋਲਨ ਸੀ ਤੇ ਖੇਤੀ ਕਾਨੂੰਨਾਂ ਤੇ, ਉਦੋਂ ਵੀ ਕਹਿੰਦੇ ਨੇ ਕਿ ਬਲਵੀਰ ਸਿੰਘ ਰਾਜੇਵਾਲ ਨੇ ਇੰਡੀਆ ਸਟੇਟ ਹਰਾਤੀ ਡਿਬੇਟ ਦੇ ਵਿੱਚ, ਟੇਬਲ ਟਾਕ ਦੇ ਉੱਤੇ। ਉਹ ਮਤਲਬ ਤੁਹਾਡਾ ਸੋਰਸ ਕੀ ਹੈ ਇਨਫੋਰਮੇਸ਼ਨ ਦਾ? ਮਤਲਬ ਕਿੰਨਾ ਕੁ ਟਾਈਮ ਤੁਸੀਂ ਪੜ੍ਹਦੇ ਹੋ, ਕਿੰਨਾ ਕੁ ਟਾਈਮ ਸਿੱਖਦੇ ਹੋ, ਕਿੰਨਾ ਕੁ ਤੁਹਾਡਾ ਲਰਨਿੰਗ ਐਟੀਟਿਊਡ? ਮੈਨੂੰ ਇੱਕ ਆਦਤ ਰਹੀ ਹੈ ਸ਼ੁਰੂ ਤੇ, ਅੱਜ ਤੇ ਹੁਣ ਵੀ ਚਲੀ ਆਉਂਦੀ ਹੈ। ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਖਬਾਰਾਂ ਪੜ੍ਹਨੀਆਂ। ਜਿਹੜਾ ਮੇਰੇ ਇੰਟਰਸਟ ਦੇ ਆਰਟੀਕਲ ਨੇ, ਆਰਟੀਕਲ ਤੇ ਜ਼ਿਆਦਾ ਜ਼ੋਰ ਦੇਣ, ਖਬਰਾਂ ਨਾਲੋਂ ਜ਼ਿਆਦਾ ਉਹਨਾਂ ਨੂੰ ਮੈਂ ਪੜ੍ਹਦਾ। ਔਰ ਫਿਰ ਇਹ ਤੋਂ ਬਿਨਾਂ ਕਿਤਾਬਾਂ ਬਹੁਤ ਸਾਰੀਆਂ ਮਿਲ ਜਾਂਦੀਆਂ ਜਿਹੜੀਆਂ ਇਸ ਫੀਲਡ ਨਾਲ ਰਿਲੇਟਡ ਨੇ, ਉਹਨਾਂ ਨੂੰ ਪੜ੍ਹੀਦਾ। ਕੋਈ ਜਿਹੜੇ ਫਿਰ ਮੈਨੂੰ ਆਦਤ ਹੈ, ਮੈਂ ਯੂਨੀਵਰਸਿਟੀਜ਼ ਜਾ ਕੇ ਆਪਣਾ ਹਮੇਸ਼ਾ ਲਾਇਸੈਂਸ ਰੱਖਿਆ ਆਪਣਾ, ਪੰਜਾਬ ਯੂਨੀਵਰਸਿਟੀ 'ਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸਾਇੰਟਿਸਟਾਂ ਨਾਲ, ਜਿਹੜੇ ਇਕੋਨੋਮਿਸਟ ਨੇ, ਉਹਨਾਂ ਨਾਲ ਮੇਰੇ ਚੰਗੇ ਮਿੱਤਰ ਰਹੇ ਨੇ ਸਾਰੇ। ਇੱਥੇ ਤੁਹਾਡੇ ਪੰਜਾਬੀ ਯੂਨੀਵਰਸਿਟੀ 'ਚ ਵੀ ਮੈਂ ਯੂਨੀਵਰਸਿਟੀਆਂ 'ਚ ਆ ਕੇ ਉਹਨਾਂ ਦੇ ਸੈਮੀਨਾਰਾਂ 'ਚ ਵੀ ਬੋਲਦਾ ਰਿਹਾ, ਆਪ ਸੈਮੀਨਾਰ ਕਰਵਾਉਂਦਾ ਰਿਹਾ। ਇਹਨਾਂ ਤੋਂ ਮੈਂ ਸਮਝਦਾ ਜਿਹੜੀ ਕਿਤਾਬੀ ਗਿਆਨ ਹੈ ਉਹਦੇ ਨਾਲੋਂ ਜ਼ਿਆਦਾ ਜਦ ਤੁਸੀਂ ਵਿਚਰਦੇ ਹੋ ਨਾ, ਇਹ ਜਿਹੜੇ ਆਰਟੀਕਲ ਪੜ੍ਹਦੇ ਹੋ, ਇਹਦੇ ਤੋਂ ਸਿੱਖਣ ਨੂੰ ਵੱਧ ਮਿਲਦਾ ਹੈ। ਜਿਹੜਾ ਤੁਸੀਂ ਕੋਈ ਸਮੱਸਿਆ ਲੈ ਗਈ, ਫਿਰ ਉਹ ਸਮੱਸਿਆ ਨੂੰ ਤੁਸੀਂ ਕੋਖਣ ਤੁਰ ਪਓ। ਜਦੋਂ ਕੋਖਣ ਤੁਰੋਗੇ ਫਿਰ ਤੁਹਾਨੂੰ ਉਹਦੀ ਜੜ੍ਹਾਂ ਤੱਕ ਜਾਓਗੇ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਜਦ ਉਹਨੂੰ ਪੂਰਾ ਸਟੱਡੀ ਕੀਤਾ ਹੋਏਗਾ, ਫਿਰ ਤੁਸੀਂ ਮੇਜ਼ ਤੇ ਬੈਠ ਕੇ ਨਹੀਂ ਹਾਰ ਸਕਦੇ। ਇਹੀ ਸਥਿਤੀ ਸੀ। ਆ ਜਿਹੜੇ ਕਾਨੂੰਨ ਸੀ, ਇਹ ਅਸੀਂ ਟਿਪਸ ਦੇ ਉੱਤੇ ਰੱਟ ਲਏ ਸੀ। ਇਹਦੇ ਨਾਲ ਇੱਕ ਹੋਰ ਸੀ ਕਿ ਤੁਹਾਡੇ ਕੋਲ ਥਿਉਰੀ ਵੀ ਸੀ, ਤੁਹਾਡੇ ਕੋਲ ਪ੍ਰੈਕਟੀਕਲ ਨੌਲੇਜ ਵੀ ਸੀ, ਦੋਨਾਂ ਨੂੰ ਕੰਬਾਈਨ ਕਰਕੇ ਉੱਥੇ ਸਰਕਾਰ ਹਾਰੀ। ਹਾਂ, ਉੱਥੇ ਇਹ ਸੀ ਵੀ ਕਿਉਂਕਿ ਮੈਂ ਸ਼ੁਰੂ ਤੋਂ ਇਹ ਅੰਦੋਲਨ ਸਿਰਫ 2020-21 ਚ ਨਹੀਂ ਲੜਿਆ ਗਿਆ ਜੀ। ਇਹ 2017 ਵਿੱਚ ਇੱਕ ਮੀਟਿੰਗ ਸੀ, ਮੈਂ ਜਿਹਦਾ ਬੜੀ ਵਾਰੀ ਜ਼ਿਕਰ ਕੀਤਾ, ਨੀਤੀ ਆਯੋਗ ਦੀ, ਜਿਹਦੇ ਵਿੱਚ ਮੈਂ ਸੀ, ਰਾਮਪਾਲ ਜਾਟ ਰਾਜਸਥਾਨ ਤੋਂ, ਵਿਜੇ ਜਵੰਦੀਆ ਮਹਾਰਾਸ਼ਟਰ ਤੋਂ। ਅਸੀਂ 3 ਕਿਸਾਨਾਂ ਦੇ ਨੁਮਾਇੰਦੇ ਸੀ। ਬਾਕੀ ਅਰਥ ਸ਼ਾਸਤਰੀ ਸੀਗੇ ਸਰਕਾਰ ਦੇ, ਬੜੀਆਂ ਕੰਪਨੀਆਂ ਦੇ CEO ਤੇ ਉਹਨਾਂ ਦੇ ਮਾਲਕ ਸੀ, ਤੇ ਕੁਝ ਬਿਊਰੋਕਰੈਟ ਸੀ। ਉਸ ਕੋਈ 100 ਬੰਦਾ ਸੀਗਾ ਉਸ ਮੀਟਿੰਗ 'ਚ। ਮੁੱਦਾ ਸੀ ਬਈ ਖੇਤੀ 'ਚ ਖੜੋਤ ਆ ਗਈ, ਇਹਨੂੰ ਕਿਵੇਂ ਕੰਟਰੋਲ ਕੀਤਾ ਜਾਏ, ਕਿਵੇਂ ਠੀਕ ਕੀਤਾ ਜਾਏ, ਹਾਊ ਟੂ ਇੰਪਰੂਵ। ਉੱਥੇ ਕਿਉਂਕਿ ਗਿਣੀ ਮਿਥੀ ਖੇਡ ਸੀ। ਸ਼ੁਰੂ ਇੱਕ ਅਰਥ ਸ਼ਾਸਤਰੀ ਨੇ ਇੱਥੋਂ ਕੀਤਾ ਵੀ ਦੇਖੋ ਜੀ, ਖੜੋਤ ਤੋੜਨ ਵਾਸਤੇ ਪੈਸਾ ਚਾਹੀਦਾ, ਇਨਵੈਸਟਮੈਂਟ। ਪੈਸਾ ਕਿਸਾਨਾਂ ਦੇ ਕੋਲ ਤਾਂ ਹੈ ਨਹੀਂ। ਕਾਰਪੋਰੇਟਸ ਨੂੰ ਕਹੋ, ਉਹਨਾਂ ਨੂੰ ਰਿਕੁਐਸਟ ਕਰੋ ਇਨਵੈਸਟਮੈਂਟ ਕਰਨ ਖੇਤੀ 'ਚ। ਤੇ
ਉਹ ਤੇ ਤੁਰੰਤ ਬਾਅਦ ਇੱਕ CEO ਬੋਲਿਆ, ਉਹਨੇ ਕਿਹਾ ਵੀ ਅਸੀਂ ਵੀ ਆਰ ਰੈਡੀ ਟੂ ਇਨਵੈਸਟ, ਪਰ ਸਾਡੀ ਇੱਕ ਸ਼ਰਤ ਹੈ। ਸ਼ਰਤ ਇਹ ਆ ਵੀ ਸਾਨੂੰ 5-5 7-7 ਹਜ਼ਾਰ ਏਕੜ ਦੇ ਕਲਸਟਰ ਬਣਾ ਕੇ ਦੇ ਦਿਓ, 50 ਸਾਲਾ ਲੀਜ਼ ਤੇ ਸਾਨੂੰ ਜ਼ਮੀਨ ਦੇ ਦਿਓ, ਤੇ ਜ਼ਮੀਨ ਦਾ ਠੇਕਾ ਸਰਕਾਰ ਤੈਅ ਕਰ ਦੇ ਜੀ, ਔਰ ਉਹ ਅਸੀਂ ਖਜ਼ਾਨੇ ਜਮ੍ਹਾਂ ਕਰਾ ਦਾਂਗੇ। ਸਰਕਾਰ ਕਿਸਾਨ ਦੇ ਜ਼ਮੀਨ ਦੇ ਮਾਲਕ ਨੂੰ ਠੇਕਾ ਦੇ ਦਿਆ ਕਰੇ, ਪਰ ਉਹ ਸਾਡੇ ਕੰਮ 'ਚ ਦਖਲ ਨਹੀਂ ਦੇਗਾ, ਖੇਤ 'ਚ ਜਾ ਕੇ ਨਹੀਂ ਸਾਨੂੰ ਪਰੇਸ਼ਾਨ ਕਰੇਗਾ। ਮਜ਼ਦੂਰੀ ਕਰ ਸਕਦਾ ਜੇ ਉਹਨੇ ਕੰਮ ਕਰਨਾ ਤਾਂ ਐਜ਼ ਮਜ਼ਦੂਰ ਉੱਥੇ ਆ ਜੇ ਜੀ, ਉਹ ਸਾਡੇ ਖੇਤ ਵਿੱਚ ਫਿਰ ਆ ਕੇ ਪੈਰ ਨਹੀਂ ਪਾਏਗਾ। 50 ਸਾਲ ਦਾ ਮਤਲਬ ਇਹ ਸੀ ਵੀ 20 ਸਾਲ ਇੱਕ ਬੰਦਾ ਕੰਮ ਕਰਦਾ, 3 ਪੀੜ੍ਹੀਆਂ, 3 ਪੀੜ੍ਹੀਆਂ ਦੇ ਬਾਅਦ ਜਿਹੜੀ ਤੀਜੀ ਪੀੜ੍ਹੀ ਸੀ ਉਹਨਾਂ ਨੇ ਭੁੱਲ ਜਾਣਾ ਸੀ ਵੀ ਜ਼ਮੀਨ ਦੇ ਅਸੀਂ ਮਾਲਕ ਹਾਂ। ਉਹਨਾਂ ਨੇ ਕਹਿਣਾ ਸੀਗਾ ਇਹ ਤਾਂ ਸਾਨੂੰ ਕੋਈ ਜਿਹੜੀ ਗ੍ਰਾਂਟ ਹੈ ਕੋਈ ਸਰਕਾਰ ਤੋਂ ਮਿਲਦੀ ਉਹ ਅਸੀਂ ਲੈਂਦੇ ਹਾਂ। ਉਹ ਇਹ ਸਾਨੂੰ ਜ਼ਮੀਨ ਨਾਲੋਂ ਤੋੜਨ ਦੀ ਇੱਕ ਖੇਡ ਸੀ। ਤੇ ਉਹਦੇ ਵਿੱਚ ਜਦੋਂ ਸਾਡਾ ਨੰਬਰ ਆਇਆ ਸਾਨੂੰ ਕਿਸੇ ਨੂੰ ਟਾਈਮ ਨਾ ਦਿੱਤਾ, ਫਿਰ ਉਹਦੇ ਲੜ ਕੇ ਟਾਈਮ ਲੈਣਾ ਪਿਆ, ਕਾਫੀ ਜਦੋਜਹਿਦ ਕਰਨੀ ਪਈ। ਦਰਵਾਜ਼ਾ ਲਾ ਲਿਆ, ਦਰਵਾਜ਼ਾ ਮੈਂ ਉੱਠ ਕੇ ਕੁੰਡੀ ਲਾ ਲਈ ਅੰਦਰੋਂ, ਤੇ ਮੈਂ ਉੱਚੀ ਆਵਾਜ਼ 'ਚ ਕਿਹਾ, ਮਿਸਟਰ ਚੇਅਰਮੈਨ ਮੇਰੇ ਵੱਲ ਧਿਆਨ ਦਿਓ। ਮੈਂ ਕਿਹਾ ਵੀ ਸਾਡੀ ਗੱਲ ਕਿਉਂ ਨਹੀਂ ਸੁਣਦੇ, ਤੁਸੀਂ ਸਾਨੂੰ ਇੱਥੇ ਹਾਜ਼ਰੀ ਲਾਉਣ ਵਾਸਤੇ ਸੱਦਿਆ। ਉਹ ਮੈਨੂੰ ਕਹਿੰਦੇ ਨਹੀਂ ਆਪਕੀ ਬਾਤ ਸੁਣੇਗੇ। ਮੈਂ ਕਿਹਾ ਜੇ ਸੁਣਨੀ ਹੁੰਦੀ ਨੰਬਰ ਕਿਉਂ ਕੱਟਿਆ। ਹੁਣ ਅੱਧਾ ਘੰਟਾ ਮੀਟਿੰਗ ਖਤਮ ਹੋਣ ਨੂੰ ਰਹਿ ਗਿਆ ਤੇ ਤਿੰਨ ਅਸੀਂ ਬੰਦੇ ਆ, ਅਸੀਂ ਅੱਧੇ ਘੰਟੇ 'ਚ ਆਪੋ ਆਪਣੀ ਗੱਲ ਕੀ ਰੱਖਾਂਗੇ। ਉਹ ਮੀਟਿੰਗ ਫਿਰ 3 ਵਜੇ 1 ਵਜੇ ਦੀ ਬਜਾਏ 3 ਵਜੇ ਤੱਕ ਚੱਲੀ, ਸਾਡੀ ਗੱਲ ਪੂਰੀ ਸੁਣੀ। ਮੈਂ ਉਹਦੇ ਵਿੱਚ ਇੱਕ ਗੱਲ ਕਹਿ ਕੇ ਆਇਆ ਵੀ ਇੱਕ ਗੱਲ ਸਮਝ ਲਓ ਚੰਗੀ ਤਰ੍ਹਾਂ, ਜਿੱਧਰ ਨੂੰ ਤੁਸੀਂ ਜਾ ਰਹੇ ਹੋ ਬੜਾ ਘਾਤਕ ਰਸਤਾ ਹੈ। ਪੰਜਾਬ ਔਰ ਹਰਿਆਣੇ ਦੀ ਕਲਚਰ ਇੱਕੋ ਹੈ। ਜੇ ਤੁਸੀਂ ਇੱਥੇ ਦੇ ਕਿਸਾਨਾਂ ਤੋਂ ਜ਼ਮੀਨ ਖੋਗੇ, ਜ਼ਮੀਨ ਨਾਲ ਜੁੜੇ ਹੋਏ ਲੋਕ ਨੇ, ਜੇ ਕਿਸੇ ਕੋਲ 2 ਕਿੱਲੇ ਜ਼ਮੀਨ ਹੈ ਉਹਦੇ ਵੀ ਮੋਢੇ ਤੇ ਗੰਡਾਸਾ ਹੋਊ, ਜਿਹਦੇ ਕੋਲ 20 ਕਿੱਲੇ ਉਹਦੇ ਵੀ ਮੋਢੇ ਤੇ ਗੰਡਾਸਾ ਹੋਊ। ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਇਹ ਲਾਅ ਐਂਡ ਆਰਡਰ ਪ੍ਰੋਬਲਮ ਹੋਊਗੀ, ਤੁਸੀਂ ਸੰਭਾਲ ਨਹੀਂ ਸਕੋਗੇ। ਇਹ ਮੈਂ ਜਦੋਂ ਕਿਹਾ ਸਾਰੇ ਇੱਕ ਵਾਰੀ ਸੁਣ ਹੋ ਗਏ, ਬਾਹਰ ਆ ਕੇ ਮੈਂ ਮੀਡੀਆ ਨੂੰ ਇਹੀ ਗੱਲ ਕਹਿਤੀ। ਉਦੋਂ ਮੈਂ ਅੰਦਾਜ਼ਾ ਲਾ ਲਿਆ ਵੀ ਇਹ ਹੁਣ ਇਸ ਪਾਸੇ ਨੂੰ ਸਾਡੇ ਕੋਲ ਜ਼ਮੀਨਾਂ ਖੋਣ ਵਾਲੇ ਪਾਸੇ ਨੂੰ ਵਧਣਗੇ ਔਰ ਇਹਨੂੰ ਕਾਰਪੋਰੇਟ ਐਗਰੀਕਲਚਰ ਵੱਲ ਲੈ ਕੇ ਜਾਣਗੇ। ਫਿਰ ਉਹ ਤੋਂ ਬਾਅਦ ਮੈਂ ਸਟੱਡੀ ਕਰਨਾ ਸ਼ੁਰੂ ਕੀਤਾ CACP ਦੀਆਂ ਰਿਪੋਰਟਾਂ ਵਿੱਚ। CACP ਜਿਹੜਾ ਹੈ ਕਮਿਸ਼ਨ ਔਨ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਉਹਦਾ ਕੰਮ ਹੈਗਾ ਵੀ ਕਾਸਟ ਕੈਲਕੂਲੇਸ਼ਨਸ ਕਰਨੀ ਹੈ, ਸਰਕਾਰ ਨੂੰ ਰਿਪੋਰਟ ਦੇ ਦੇਣੀ ਹੈ ਵੀ ਇੰਨਾ ਖਰਚਾ ਆਉਂਦਾ, ਪੈਦਾਵਾਰੀ ਖਰਚਾ ਇਸ ਫਸਲ ਤੇ। ਔਰ ਭਾਅ ਬੰਨਣ ਦਾ ਕੰਮ ਜਿਹੜਾ ਹੈਗਾ ਇਕਨੋਮਿਕ ਅਫੇਅਰਸ ਕਮੇਟੀ ਦਾ ਕੰਮ ਹੈ, ਪ੍ਰਧਾਨ ਮੰਤਰੀ ਦੀ ਦਾ, ਉਹਨੇ ਵੇਖਣਾ ਹੁੰਦਾ। ਇਦੋਂ ਵੱਧ ਦਾ ਕੋਈ ਕੰਮ ਨਹੀਂ। ਪਰ ਉਹਨੇ ਆਪਣੀਆਂ ਰਿਪੋਰਟਾਂ 'ਚ ਲਿਖਣਾ ਸ਼ੁਰੂ ਕਰਤਾ ਵੀ ਸਰਕਾਰ ਨੂੰ ਖੇਤੀ ਦੇ ਮੰਡੀਕਰਨ 'ਚੋਂ, ਇਹਦੇ ਵਪਾਰ 'ਚੋਂ ਨਿਕਲ ਜਾਣਾ ਚਾਹੀਦਾ। ਸਰਕਾਰ ਨੂੰ ਕਾਰਪੋਰੇਟ ਹਾਊਸਿਸ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਜਾਂ ਪ੍ਰਾਈਵੇਟ ਪਲੇਅਰਸ ਨੂੰ ਅੱਗੇ ਲਿਆਉਣਾ ਚਾਹੀਦਾ ਜੋ ਇਹਦੇ ਵਿੱਚ ਖਰੀਦੋ ਫਰੋਖਤ ਦਾ ਕੰਮ ਉਹ ਕਰਨ। ਇਹ ਸਿੱਧਾ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਦੇ ਕਦਮ ਸੀ। ਇੱਕ ਤੋਂ ਬਾਅਦ ਦੂਜੀ ਰਿਪੋਰਟ, ਤੀਜੀ ਰਿਪੋਰਟ, ਚੌਥੀ ਰਿਪੋਰਟ, ਇਹੀ ਆਈ ਗਈਆਂ। ਫਿਰ ਮੈਂ 17 ਫਰਵਰੀ 2020 ਨੂੰ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਰਿਕਾਰਡ ਇਕੱਠਾ ਕਰਕੇ ਇੱਕ ਮੀਟਿੰਗ ਸੱਦ ਲਈ ਚੰਡੀਗੜ੍ਹ 'ਚ। ਇੱਕ ਸੈਮੀਨਾਰ ਸੱਦਿਆ, ਉਹਦੇ 'ਚ ਬਾਹਰ ਕਿਸਾਨ ਬਿਠਾ ਤੇ ਉਹਨਾਂ ਨੂੰ ਸਕਰੀਨ ਲਾਤਾ ਵੀ ਜੋ ਕੀ ਬੋਲਦਾ ਤੁਸੀਂ ਉੱਥੇ ਦੇਖੀ ਜਾਓ। ਤੇ ਅੰਦਰ ਸਾਰੇ ਬਿਠਾ ਲਏ, ਕਿਸੇ ਕੋਈ 5-7 MLA ਵੀ ਲੈ ਕੇ ਆਇਆ, ਕੋਈ MP ਲੈ ਕੇ ਆਇਆ, ਕੋਈ ਲੀਡਰ, ਸਾਰੀਆਂ ਪਾਰਟੀਆਂ ਦੇ ਹੈਡਸ ਤਕਰੀਬਨ ਆਏ। ਉਹਨਾਂ ਨੂੰ ਕਾਗਜ਼ ਦਿੱਤੇ ਵੀ ਪਹਿਲਾਂ ਇਹਨਾਂ ਨੂੰ ਪੜ੍ਹ ਲਓ, ਪੜ੍ਹ ਕੇ ਫਿਰ ਉਹ ਤੋਂ ਬਾਅਦ ਬੋਲਿਓ। ਉਹ ਪੜ੍ਹ ਕੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੱਸੇ ਵੀ ਜੀ ਬੜਾ ਮਾੜਾ ਹੈ ਜੀ, ਇੱਦਾਂ ਤਾਂ ਜੇ ਹੋ ਗਿਆ ਇਹ ਸਾਨੂੰ ਕੁਝ ਕਰਨਾ ਚਾਹੀਦਾ ਹੈ। ਉਸ ਵੇਲੇ ਕਾਂਗਰਸ ਦੀ ਹਕੂਮਤ ਸੀ, ਸੁਨੀਲ ਜਾਖੜ ਨੇ ਕਿਹਾ ਵੀ ਦੇਖੋ ਜੀ ਇਹ ਬੰਦਾ ਆਪਾਂ ਨੂੰ ਇਕੱਠੇ ਕਰ ਲੈਂਦਾ, ਇਹ ਬੰਦਾ ਆਪਾਂ ਨੂੰ ਇਕੱਠੇ ਕਰ ਲੈਂਦਾ, ਇਕੱਠੇ ਕਰਕੇ ਫਿਰ ਕੋਈ ਸਵਾਲ ਕਰਦਾ। ਆਪਾਂ ਅੱਗੇ ਤਾਂ ਸਵਾਲ ਕੋਈ ਜਵਾਬ ਇੱਧਰ ਉੱਧਰ ਦੇ ਕੇ ਟਾਲਾ ਵੱਟ ਜਾਂਦੇ ਹਾਂ, ਪਰ ਜਿਹਨੇ ਬੜਾ ਗੰਭੀਰ ਸਵਾਲ ਖੜਾ ਕੀਤਾ ਹੈ। ਮੈਂ ਸਮਝਦਾ ਜੇ ਇਕੱਠੇ ਹੋ ਕੇ ਸਾਰੇ ਨਾ ਲੜੇ ਤਾਂ ਪੰਜਾਬ ਨੇ ਨਹੀਂ ਬਚਣਾ। ਜਿਵੇਂ ਹੈ ਸੀ ਉੱਥੇ ਮੌਜੂਦ ਸੀ ਉਸ ਵੇਲੇ ਭੁੰਦਰ ਸਾਹਿਬ ਉੱਥੇ ਸੀ ਅਕਾਲੀ ਦਲ ਵੱਲੋਂ, ਇਹਨਾਂ ਨੇ ਕਿਹਾ ਵੀ ਮੈਨੂੰ ਪਿੰਡੀ ਲਾਓ ਜੀ, ਤੇ ਮੈਂ ਕਿਹਾ ਕੋਈ ਨਹੀਂ ਜੀ ਸਮਾਂ ਆਉਣ ਦਿਓ। ਖੈਰ ਉਹ ਤੋਂ ਬਾਅਦ ਹਫ਼ਤਾ ਬਾਅਦ ਮੈਂ ਇੱਕ ਰੈਲੀ ਰੱਖਤੀ ਚੰਡੀਗੜ੍ਹ ਦੇ ਵਿੱਚ 25 ਸੈਕਟਰ 'ਚ, ਜਿਹੜੀ ਪਰੇਡ ਗਰਾਊਂਡ ਆਮ ਤੌਰ ਤੇ ਉੱਥੇ ਅਸੀਂ ਜਾਂਦੇ ਨਹੀਂ, ਪਰ ਸਰਕਾਰ ਦੀ ਉਹ ਵੀ ਸ਼ਰਤ ਮੰਨ ਲਈ, ਉੱਥੇ ਰੱਖਤੀ। ਸਰਕਾਰ ਨੂੰ 10 ਵਜੇ ਪਤਾ ਨਹੀਂ ਕੀ ਹੋਇਆ, ਮਨਜ਼ੂਰੀ ਦੇਣ ਤੋਂ ਬਾਅਦ ਸਰਕਾਰ ਨੇ ਉਹ ਤੇ ਪਾਬੰਦੀ ਲਾਤੀ, ਬੰਦੇ ਰੋਕ ਰੈਲੀ ਤੇ, ਬੰਦੇ ਥਾਂ ਰੋਕ ਲਏ, ਕੁਰਾਲੀ ਰੋਕ ਲਏ, ਖਰੜ ਰੋਕ ਲਏ, ਬਨੂੜ ਰੋਕ ਲਏ, ਮੋਹਾਲੀ ਰੋਕ ਲਏ। ਬੱਸਾਂ ਭਰੀਆਂ ਹੋਣੀਆਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਲੋਕ ਆ ਰਹੇ ਨੇ। 2 ਵਜੇ ਪੌਣੇ 2 ਵਜੇ ਤੱਕ ਕੋਈ ਜਦੋਂ ਨਾ ਆਇਆ, ਅਸੀਂ ਦੇਖੀ ਵੀ ਕੀ ਹੋ ਗਿਆ। ਅਸੀਂ ਘਬਰਾਏ ਸੀ ਵੀ ਬਿਲਕੁਲ ਹੀ ਨਹੀਂ। ਫਿਰ ਇਹਨੇ ਸਾਨੂੰ ਸੁਨੇਹਾ ਮਿਲਣੇ ਸ਼ੁਰੂ ਹੋ ਗਏ ਵੀ ਉੱਥੇ ਰੋਕਿਆ ਸਾਨੂੰ, ਤੇ ਇੱਕਦਮ ਲੋਕੀ ਬੱਸਾਂ ਛੱਡ ਕੇ ਪੈਦਲ ਤੁਰ ਕੇ 15-15 ਕਿਲੋਮੀਟਰ ਜਦ ਉੱਥੇ ਆਏ ਗਰਾਊਂਡ 'ਚ, 20,000 ਦਾ ਇਕੱਠ ਉੱਥੇ ਹੋ ਗਿਆ। ਉਸ ਦਿਨ ਮੈਂ ਅੰਦਾਜ਼ਾ ਲਾ ਲਿਆ ਵੀ ਹੁਣ ਮਾਹੌਲ ਤਿਆਰ ਹੈ, ਹੁਣ ਲੜਾਈ ਕਰਨੀ ਚਾਹੀਦੀ ਹੈ।
ਉਸ ਤੋਂ ਬਾਅਦ ਫਿਰ ਬਾਕੀ ਜਥੇਬੰਦੀਆਂ ਜਿਹੜੀਆਂ ਪੰਜਾਬ 'ਚ ਹੋਰ ਸੀ ਉਹਨਾਂ ਨਾਲ ਤਾਲਮੇਲ ਸ਼ੁਰੂ ਕੀਤਾ ਤੇ ਸਾਰਿਆਂ ਨਾਲ ਤਾਲਮੇਲ ਕਰਕੇ ਫਿਰ ਉਦੋਂ ਇਹ ਨਹੀਂ ਕੋਈ ਦੇਖਿਆ ਵੀ ਕੌਣ ਛੋਟੀ ਹੈ ਜਥੇਬੰਦੀ, ਕਿਹੜੀ ਵੱਡੀ ਹੈ, ਕਿਹਨੂੰ ਕਿੰਨਾ ਐਕਸਪੀਰੀਅੰਸ ਹੈ, ਕੁਝ ਨਹੀਂ ਦੇਖਿਆ। ਪੰਜਾਬ ਦੀ ਲੜਾਈ ਨੂੰ ਅੱਗੇ ਰੱਖਿਆ, ਸਿਰਫ ਲੜਾਈ ਨੂੰ ਪਹਿਲ ਦੇ ਕੇ ਸਾਰਿਆਂ ਨੂੰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਔਰ ਸਾਰਿਆਂ ਨੂੰ ਤੋੜਨ ਵਾਸਤੇ ਫਿਰ ਸਾਰਿਆਂ ਨੇ ਬੈਠ ਕੇ ਪ੍ਰੋਗਰਾਮ ਉਲੀਕੇ, ਕਦੇ ਮੋਗੇ ਮੀਟਿੰਗ ਹੋ ਰਹੀ ਹੈ, ਕਦੇ ਚੰਡੀਗੜ੍ਹ ਮੀਟਿੰਗ ਹੋ ਰਹੀ ਹੈ, ਕਦੇ ਜਲੰਧਰ ਮੀਟਿੰਗ ਹੋ ਰਹੀ ਹੈ, ਰੋਜ਼ ਇੱਦਾਂ ਕਰਕੇ ਫਿਰ ਅਸੀਂ 3 ਮਹੀਨੇ ਰੇਲ ਰੋਕੋ ਅੰਦੋਲਨ ਕੀਤਾ, ਸਾਰੇ ਪੰਜਾਬ ਵਿੱਚ ਰੇਲਾਂ ਰੋਕ ਕੇ ਰੱਖੀਆਂ। ਉਹ ਤੋਂ ਬਾਅਦ ਫਿਰ 26 ਨਵੰਬਰ 2020 ਤੋਂ ਅਸੀਂ ਦਿੱਲੀ ਵੱਲ ਕੂਚ ਕੀਤਾ, ਜਿੱਥੇ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਸਾਨੂੰ ਰੋਕ ਲਿਆ ਸਰਕਾਰ ਨੇ। ਉੱਥੇ ਫਿਰ 1 ਸਾਲ 13 ਦਿਨ ਸਾਨੂੰ ਬੈਠਣਾ। ਰਾਜੇਵਾਲ ਸਾਹਿਬ, ਤੁਸੀਂ ਪਿੱਠ ਭੂਮੀ ਤਿਆਰ ਕੀਤੀ ਇਸ ਅੰਦੋਲਨ ਦੀ। ਐਡੇ ਵੱਡੇ ਅੰਦੋਲਨ ਨੂੰ ਜਦੋਂ ਤੁਸੀਂ 3 ਖੇਤੀ ਕਾਨੂੰਨ ਵੀ ਵਾਪਸ ਹੋ ਗਏ, ਸਾਰਾ ਅੰਦੋਲਨ ਤੁਸੀਂ ਆਪਣੇ ਪਿੰਡੇ ਦੇ ਉੱਤੇ ਹੰਢਾਇਆ, ਮੈਂਟਲੀ ਤੌਰ ਤੇ ਵੀ ਤੇ ਫਿਜ਼ੀਕਲ ਤੌਰ ਤੇ ਵੀ, ਅੱਜ ਉਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਵੀ ਕੀ ਸੀ ਉਹ ਅੰਦੋਲਨ? ਦੇਖੋ, ਇਹ ਇੱਕ ਮੈਂ ਸਮਝਦਾ ਦੁਨੀਆ ਲਈ ਕ੍ਰਿਸ਼ਮਾ ਸੀ। ਏਡਾ ਵੱਡਾ ਅੰਦੋਲਨ ਸੰਸਾਰ ਵਿੱਚ ਕਦੇ ਨਹੀਂ ਹੋਇਆ ਜੀ, ਔਰ ਜੇ ਹੋਏ ਤਾਂ ਉਹ ਕਦੇ ਪੀਸਫੁਲ ਨਹੀਂ ਇੰਨੇ ਰਹੇ, ਔਰ ਨਾ ਏਡੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਈ ਜੀ। ਏਡੇ ਵੱਡੇ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਇਹ ਕੋਈ ਪਰਮਾਤਮਾ ਦੀ ਮਿਹਰ ਸੀ, ਉਹਦੇ ਕਰਕੇ ਸ਼ਾਂਤਮਈ ਰਹਿ ਗਿਆ। ਦੂਸਰੀ ਗੱਲ ਵੀ ਜਿਹੜਾ ਸਾਡਾ ਉਹਨੂੰ ਚਲਾਉਣ ਦਾ ਸੀ, ਸਾਡੇ ਕੋਲ ਸਰਕਾਰ ਦੀਆਂ ਏਜੰਸੀਆਂ ਦੇ ਇੰਨੇ ਪੂਰੇ ਢਿੱਲ ਲੱਗੀ ਹੋਈ ਸੀ, ਹਰ ਤਰ੍ਹਾਂ ਦਾ ਹਰਬਾ ਜਰਬਾ ਸਰਕਾਰ ਨੇ ਅੰਦੋਲਨ ਨੂੰ ਖਿੰਡਾਉਣ ਤੇ ਲਾਇਆ। ਜਦੋਂ ਅਸੀਂ ਪਹਿਲਾਂ ਹੀ ਗਏ ਹਾਂ, ਪਹਿਲਾਂ ਤਾਂ ਹਰਿਆਣੇ ਦੇ ਕੁਝ ਲੋਕ, ਗੁਰਨਾਮ ਸਿੰਘ ਚੜੂਨੀ ਦੀ ਅਗਵਾਈ 'ਚ ਕੁਝ ਲੋਕ ਗਏ, ਪੰਜਾਬ ਵਾਲੇ ਤਾਂ ਅਸੀਂ ਗਏ ਹੀ, ਤੇ ਫਿਰ ਉੱਥੇ ਇਹਨਾਂ ਨੇ ਸਾਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕੀਤਾ। ਨਕਸਲਾਈਟ, ਉਗਰਵਾਦੀ। ਫਿਰ ਅਸੀਂ ਯੂਪੀ ਤੋਂ ਟਕੈਤ ਸਾਹਿਬ ਨੂੰ ਇਹਨਾਂ ਨੂੰ ਅਪਰੋਚ ਕੀਤਾ, ਇਹ ਆਏ। ਫਿਰ ਅਸੀਂ ਬਾਕੀ ਸਟੇਟਾਂ ਨੂੰ ਅਪਰੋਚ ਕੀਤਾ ਤਾਂ ਕਿ ਦਾਇਰਾ ਵਿਸ਼ਾਲ ਸਾਰੇ ਦੇਸ਼ ਦਾ ਅੰਦੋਲਨ ਬਣੇ, ਇਹ ਸਿਰਫ ਪੰਜਾਬ ਤੱਕ ਸੀਮਿਤ ਹੋ ਕੇ ਨਾ ਰਹਿ ਜੇ। ਤੇ ਜਦੋਂ ਸਾਰੇ ਹੋ ਗਏ ਫਿਰ ਉਦੋਂ ਇਹਨਾਂ ਦੇ ਮੂੰਹ ਬੰਦ ਹੋ ਗਏ। ਫਿਰ ਇਹਨਾਂ ਨੇ ਆਪਣੇ ਢੰਗ ਤਰੀਕੇ ਜਿਹੜੇ ਬੰਦੇ ਬਿਠਾਤੇ, ਪਿੱਛੇ ਕੋਈ ਏਜੰਸੀਆਂ ਨੇ ਹਰ ਰੋਜ਼ ਕਦੇ ਸ਼ਰਾਬ ਆਫਰ ਕਰਨੀ ਲੋਕਾਂ ਨੂੰ, ਕਦੇ ਬਹੁਤ ਗੰਦ ਬੜਾ ਪਾਇਆ, ਬੜਾ ਕੁਝ ਏਜੰਸੀਆਂ ਨੇ, ਕੋਈ ਕਸਰ ਨਹੀਂ ਛੱਡੀ, ਹਰ ਤਰ੍ਹਾਂ ਦੀ ਵੀ ਅੰਦੋਲਨ ਟੁੱਟ ਸਕੇ। ਪਰ ਵਾਹਿਗੁਰੂ ਦੀ ਮਿਹਰ ਰਹੀ ਔਰ ਸਾਰਿਆਂ ਦੀ ਸੁਧ ਬੁੱਧੀ ਵਰਤੀ, ਅੰਦੋਲਨ ਠੀਕ ਚੱਲਦਾ ਰਿਹਾ ਔਰ ਅਸੀਂ ਜਿੱਤ ਕੇ ਮੁੜੇ ਜੀ। ਰਾਜੇਵਾਲ ਸਾਹਿਬ, ਜਦੋਂ ਪਹਿਲੀ ਮੀਟਿੰਗ ਸਰਕਾਰ ਦੇ ਨਾਲ ਫਿਕਸ ਹੁੰਦੀ ਹੈ, ਤੁਸੀਂ ਸ਼ਮੂਲੀਅਤ ਕਰਦੇ ਹੋ ਮੀਟਿੰਗ ਦੇ ਵਿੱਚ, ਤੁਹਾਨੂੰ ਵੀ ਪਤਾ ਸੀ ਕਿ ਤੁਸੀਂ ਕਿਸਾਨਾਂ ਦੀ ਪੈਰਵਾਈ ਕਰ ਰਹੇ ਹੋ ਇੰਟੈਲੈਕਚੁਅਲ ਤੌਰ ਦੇ ਉੱਤੇ, ਦੂਜੇ ਪਾਸੇ ਸਰਕਾਰ ਹੋਊਗੀ, ਸਰਕਾਰ ਵੱਲੋਂ ਆਪਣੇ ਇੰਟੈਲੈਕਚੁਅਲ ਤਾਰੇ ਜਾਣਗੇ, ਥਿੰਕ ਟੈਂਕ ਤਾਰੇ ਜਾਣਗੇ ਤੁਹਾਡੇ ਨਾਲ ਡਿਬੇਟ ਦੇ ਵਿੱਚ ਵੱਡੇ ਤੋਂ ਵੱਡੇ, ਉਸ ਸਮੇਂ ਕੀ ਸੀ ਮਨ ਦੇ ਵਿੱਚ? ਇਸ ਤਰ੍ਹਾਂ ਵੀ ਕਿਉਂਕਿ ਮੈਂ ਇਸ਼ੂ ਨੂੰ ਬਹੁਤ ਸਟੱਡੀ ਕੀਤਾ ਹੋਇਆ ਸੀ, ਮੀਟਿੰਗ ਵਿੱਚ ਸਾਡੇ ਫੈਸਲਾ ਹੋਇਆ ਸੀ ਵੀ ਅਸੀਂ 4 ਬੰਦੇ ਗੱਲ ਕਰਾਂਗੇ। ਇੱਕ ਤਾਂ ਮੈਂ, ਡਾਕਟਰ ਦਰਸ਼ਨਪਾਲ, ਕੁਲਵੰਤ ਸਿੰਘ, ਇੱਕ ਲੜਕੀ ਕਰਨਾਟਕ ਤੋਂ ਕਵਿਤਾ ਜੀ, ਤੇ ਮੇਨਲੀ ਮੇਰੇ ਤੇ ਸੀ ਸਾਰਾ ਵੀ ਤੁਸੀਂ ਗੱਲ ਕਰੋਗੇ, ਜੇ ਉਹਨਾਂ ਨੂੰ ਕੋਈ ਉਹਨਾਂ ਦੇ ਦਿਮਾਗ 'ਚ ਆਏਗਾ ਗੱਲ, ਉਹ ਸਲਿੱਪ ਲਿਖ ਕੇ ਦੇ ਸਕਦੇ ਆ, ਔਰ ਜੇ ਬੋਲਣਾ ਵੀ ਹੈ ਤਾਂ ਫਿਰ ਮੇਰੇ ਨਾਲ ਰਾਬਤਾ ਕਰਕੇ ਬੋਲਣਾ। ਤੇ ਸਰਕਾਰ ਦੇ ਅਫਸਰਾਂ ਦਾ ਸੀ, ਉਹ ਸਾਨੂੰ ਤਲਕਾਉਂਦੇ ਸੀ। ਜਿਵੇਂ ਫॉर ਐਗਜ਼ਾਮਪਲ ਬਹੁਤ ਲੰਬੀ ਬਹਿਸ ਤੋਂ ਬਾਅਦ ਇੱਕ ਦਿਨ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਸਟੇਟ ਸਬਜੈਕਟ ਆ, ਤੁਸੀਂ ਖੇਤੀ ਦੇ ਕਾਨੂੰਨ ਨਹੀਂ ਬਣਾ ਸਕਦੇ ਜੀ। ਸੰਵਿਧਾਨ ਦੇ ਮੁਤਾਬਕ ਖੇਤੀ, ਐਗਰੀਕਲਚਰ, ਹੈਲਥ ਤੇ ਜਿਹੜਾ ਹੈਗਾ ਐਜੂਕੇਸ਼ਨ, ਇਹ 3 ਸਟੇਟ ਸਬਜੈਕਟ ਨੇ, ਇਹਦੇ 'ਚ ਤੁਸੀਂ ਦਖਲ ਨਹੀਂ ਦੇ ਸਕਦੇ। ਉਹਨਾਂ ਨੇ ਕਿਹਾ ਅਸੀਂ ਦੇ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਅਸੀਂ ਫੂਡ ਸਟਫ ਤੇ ਕਾਨੂੰਨ ਬਣਾਇਆ ਜੀ, ਆ ਟ੍ਰੇਡ ਦੇ ਵਿੱਚ ਕੀਤਾ ਸੀ ਉਹਨਾਂ ਨੇ। ਹਾਂ, ਉਹ ਟ੍ਰੇਡ ਵਾਲਾ ਮਾਰਕੀਟਿੰਗ ਦਾ ਸੀ ਪਹਿਲਾਂ। ਉਹ ਕਹਿੰਦੇ ਜੀ ਅਸੀਂ ਫੂਡ ਸਟਫ ਤੇ ਕਾਨੂੰਨ ਬਣਾਇਆ। ਮੇਰਾ ਇਹ ਕਹਿਣਾ ਸੀ ਵੀ ਅਸੀਂ ਫੂਡ ਸਟਫ ਤਾਂ ਪੈਦਾ ਹੀ ਨਹੀਂ ਕਰਦੇ, ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇੰਨੀ ਬਰੀਕੀ 'ਚ ਤਿਆਰ ਹੋ ਕੇ ਆਏ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਕਣਕ ਪੈਦਾ ਕਰਦੇ ਹਾਂ, ਆਟਾ ਨਹੀਂ, ਆਟਾ ਬਾਅਦ 'ਚ ਬਣਦਾ। ਅਸੀਂ ਝੋਨਾ ਪੈਦਾ ਕਰਦੇ ਹਾਂ, ਚੌਲ ਬਾਅਦ 'ਚ ਨਿਕਲਦੇ ਨੇ, ਉਹ ਫੂਡ ਸਟਫ ਹੈ, ਉਹਦੇ ਤੁਸੀਂ ਬਣਾਈ ਜਾਓ ਕਾਨੂੰਨ। ਪਰ ਕਿਸਾਨ ਤਾਂ ਫੂਡ ਗ੍ਰੇਨ ਪੈਦਾ ਕਰਦਾ ਹੈ, ਫੂਡ ਗ੍ਰੇਨ ਤੇ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ। ਤਾਂ ਉਹਨਾਂ ਨੂੰ ਇਸ ਗੱਲ ਤੇ ਫਿਰ ਮੰਨਣਾ ਨਹੀਂ ਸੀ ਚਾਹੁੰਦੇ, ਉਹ ਮੈਂ ਨਾ ਮਾਨੂੰ ਸੀ। ਤੇ ਹਰ ਰੋਜ਼ ਫਿਰ ਇਸੇ ਤਰ੍ਹਾਂ ਮਾਰਕੀਟਿੰਗ ਇਸ ਦਾ ਇਦਾਂ ਦਾ ਕਾਨੂੰਨ ਬਣਾਇਆ ਸੀਗਾ ਵੀ ਸਾਰਾ ਕੁਝ ਉਹਨਾਂ ਦੇ ਹੱਥ 'ਚ, ਸੈਂਟਰਲ ਗਵਰਨਮੈਂਟ ਦੀ ਮਰਜ਼ੀ ਨਾਲ ਆਹੂ, ਸੈਂਟਰਲ ਗਵਰਨਮੈਂਟ ਦੀ ਮਰਜ਼ੀ ਨਾਲ ਆਹੂ। ਤਾਂ ਕਿਉਂਕਿ ਇਹ ਸਟੇਟ ਸਬਜੈਕਟ ਸੀ, ਉਹ ਇੱਥੇ ਲਾਜਵਾਬ ਸੀ। ਫਿਰ 23 ਜਨਵਰੀ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ। 23 ਜਨਵਰੀ ਦੀ ਮੀਟਿੰਗ ਤੋਂ ਬਾਅਦ ਖੇਤੀ ਮੰਤਰੀ ਮੈਨੂੰ ਇਹ ਕਹਿ ਕੇ ਚਲੇ ਗਏ ਵੀ ਰਾਜੇਵਾਲ ਜੀ ठीक है, नहीं बात बनती तो आप अपनी 26 जनवरी मनाओ, हम अपनी 26 जनवरी मनाएंगे। एक तरह की उन्होंने धमकी सी। बिल्कुल। ते
ਅਸੀਂ ਉੱਥੋਂ ਆਏ, ਫਿਰ ਸਾਡੇ ਉੱਤੇ ਅੱਗੇ ਕੁਝ ਸੱਜਣ ਬੈਠੇ ਸੀਗੇ, ਉਹਨਾਂ ਦਾ ਬਿਆਨ ਆ ਗਿਆ ਵੀ ਅਸੀਂ ਤਾਂ ਲਾਲ ਕਿਲ੍ਹੇ ਜਾਵਾਂਗੇ। 24 ਤਰੀਕ ਨੂੰ ਬਿਆਨ ਆ ਗਿਆ। ਮੈਂ ਉਹਨਾਂ ਨੂੰ ਜਦੋਂ ਬੁਲਾਇਆ 25 ਤਰੀਕ ਨੂੰ ਅਸੀਂ ਲੰਬੀ ਮੀਟਿੰਗ ਕੀਤੀ, ਉਹਨਾਂ ਨੂੰ ਪੁੱਛਿਆ ਵੀ ਲਾਲ ਕਿਲ੍ਹੇ ਕੀ ਕਰਨ ਜਾਣਾ ਜੀ, ਸਾਡਾ ਤਾਂ ਪ੍ਰੋਗਰਾਮ ਨਹੀਂ ਉੱਥੇ ਮੰਗਾਂ ਮੰਨੀਆਂ ਜਾਣਗੀਆਂ। ਉਹ ਇਹ ਕਹਿ ਕੇ ਗਏ ਲੰਬੀ ਬੈਠਕ ਤੋਂ ਬਾਅਦ ਵੀ ਅਸੀਂ ਦੁਬਾਰਾ ਮੀਟਿੰਗ ਬੁਲਾ ਕੇ ਫੈਸਲਾ ਕਰਦੇ ਹਾਂ। ਫਿਰ ਉਹਨਾਂ ਨੂੰ ਸਰਕਾਰ ਨੇ ਅਪਰੋਚ ਕਰ ਲਿਆ ਵੀ ਇਹ ਤਾਂ 10 ਵਜੇ ਤੁਰਨਗੇ, ਤੁਸੀਂ ਸਵੇਰੇ ਤੁਰ ਪਓ। ਉਹ ਸਵੇਰੇ 7 ਵਜੇ ਤੁਰ ਪਏ। ਉਸ ਤੋਂ ਇੱਕ ਦਿਨ ਪਹਿਲਾਂ ਸਰਕਾਰ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਵੀ ਉੱਥੇ ਲੋਕੀ ਆਪੋ ਵਿੱਚ ਝਗੜ ਪੈਣ, ਸਾਡੀ ਸਟੇਜ ਤੇ ਕਬਜ਼ਾ, ਰੌਲਾ ਰੱਪਾ। ਹਾਂ, ਸਰਕਾਰ ਵਾਇਲੈਂਸ ਚਾਹੁੰਦੀ ਸੀ, ਪਰ ਅਸੀਂ ਟਰਮੇ ਤੋਂ ਕੰਮ ਲਿਆ, ਅਸੀਂ ਲੜਾਈ ਝਗੜੇ 'ਚ ਪਈ ਨਹੀਂ। ਮੈਂ ਇੱਕੋ ਗੱਲ ਬਾਰ-ਬਾਰ ਉੱਥੇ ਲੋਕਾਂ ਨੂੰ ਕਹੀ ਵੀ ਜੇ ਤੁਸੀਂ ਸ਼ਾਂਤਮਈ ਰਹੋਗੇ ਤਾਂ ਤੁਸੀਂ ਜਿੱਤੋਗੇ, ਜੇ ਤੁਸੀਂ ਵਾਇਲੈਂਟ ਹੋਗੇ ਤਾਂ ਮੋਦੀ ਜਿੱਤੇਗਾ। ਇਹ ਲੋਕਾਂ ਦੇ ਮਨ 'ਚ ਵਸ ਗਈ ਸੀ ਗੱਲ। ਲੋਕੀ ਕਿਸੇ ਨੂੰ ਵਾਇਲੈਂਟ ਗੱਲ ਕਰਨ ਵੀ ਨਹੀਂ ਸੀ ਦਿੰਦੇ, ਆਪ ਕਰਨੀ। ਤੁਹਾਡੇ ਤੋਂ ਪਹਿਲਾਂ ਅੱਗੇ ਹੋ ਕੇ ਨਕਾਰ ਦਿੰਦੇ ਸੀ, ਆਪ ਨਕਾਰਦੇ ਸੀ। ਤਾਂ ਪੀਸਫੁਲ ਰਹੇ, ਇਹਦੇ 'ਚ ਲੰਬਾ ਸਮਾਂ ਬੈਠਣਾ ਪਿਆ। ਅਲਟੀਮੇਟਲੀ ਅਸੀਂ ਜਿੱਤ ਕੇ ਮੁੜੇ ਔਰ ਪ੍ਰਧਾਨ ਮੰਤਰੀ ਨੂੰ ਕਾਨੂੰਨ ਵਾਪਸ ਹੀ ਨਹੀਂ ਲੈਣੇ ਪਏ, ਮਾਫੀ ਵੀ ਮੰਗਣੀ ਪਈ। ਜਿਵੇਂ ਰਾਜੋਵਾਲ ਸਾਹਿਬ, ਕਦੇ ਐ ਨਹੀਂ ਲੱਗਿਆ ਹੈਗਾ ਡਿਬੇਟ ਦੇ ਵਿੱਚ ਕਿ ਸਰਕਾਰ ਤੁਹਾਡੇ ਤੇ ਭਾਰੀ ਪਈ ਹੋਈ ਕਦੇ, ਜਾਂ ਨਹੀਂ? ਤੇ ਦੂਜਾ ਨੰਬਰ, ਜਦੋਂ ਤੁਸੀਂ ਡਿਬੇਟ ਕਰ ਰਹੇ ਸੀ, ਹਰਾ ਰਹੇ ਸੀ ਉਹਨਾਂ ਨੂੰ, ਤੇ ਉਦੋਂ ਉਹਨੇ ਕਹਿੰਦੇ ਸੀ ਕਿ ਬਾਬਾ ਤਾਂ ਬਹੁਤ ਪੜਿਆ ਹੋਇਆ, ਸਾਨੂੰ ਤਾਂ ਗੱਲੇ ਨਹੀਂ ਕਰਨ ਦਿੰਦਾ। ਨਹੀਂ, ਕਦੀ ਇਸ ਤਰ੍ਹਾਂ ਇੱਕ ਮੈਂ ਸਾਰੀ ਉਮਰ ਜਦੋਂ ਇਹੀ ਨਹੀਂ, ਇਹ ਤਾਂ ਪਹਿਲਾਂ ਐਜੀਟੇਸ਼ਨ ਵਿੱਚ ਵੀ ਨੈਗੋਸ਼ੀਏਸ਼ਨਸ ਵਾਸਤੇ ਜਦੋਂ ਜਾਈਦਾ ਪੂਰਾ ਪ੍ਰਿਪੇਅਰ ਹੋ ਕੇ ਜਾਈਦਾ, ਤਾਂ ਪੜ੍ਹ ਕੇ ਸਟੱਡੀ ਕਰਕੇ ਜਾਈਦਾ, ਔਰ ਇਹ ਇਦਾਂ ਤਿਆਰ ਹੋ ਕੇ ਜਾਈਦਾ ਵੀ ਅੱਗੇ ਸਵਾਲ ਕੀ ਹੋਣਾ ਹੈ। ਅੰਦੋਲਨ ਦੇ ਵਿੱਚ ਵੀ ਲਗਾਤਾਰ ਤਿਆਰੀ ਕਰ ਰਹੇ ਸੀ ਤੁਸੀਂ? ਹਾਂ, ਤਿਆਰੀ ਲਗਾਤਾਰ, ਹਮੇਸ਼ਾ ਤਿਆਰ ਰਹਿੰਦੇ ਸੀ, ਔਰ ਇਹ ਤਿਆਰ ਕਰੀਦਾ ਸੀ ਆਪਣੇ ਆਪ ਨੂੰ ਵੀ ਉਹਨਾਂ ਦਾ ਸਵਾਲ ਕੀ ਹੋਏਗਾ ਜਿਹਦਾ ਜਵਾਬ ਦੇਣਾ। ਅਸੀਂ ਤਾਂ ਜਿਹੜੇ ਕਰਨੇ ਹੈ, ਜਿਹੜਾ ਦੂਜੇ ਪਾਸੇ ਵਿਰੋਧੀ ਧਿਰ ਦਾ ਸਵਾਲ ਆਏਗਾ ਉਹਦਾ ਕੀ ਜਵਾਬ ਦੇਣਾ। ਇਸ ਤਰ੍ਹਾਂ ਅਸੀਂ ਪ੍ਰੀਪੇਅਰਡ ਹੁੰਦੇ ਸੀ, ਕਦੇ ਘਬਰਾਹਟ ਮਹਿਸੂਸ ਹੋਈ ਨਹੀਂ। ਔਰ ਦੂਸਰੀ ਗੱਲ, ਜਦੋਂ ਤੁਸੀਂ ਸੱਚਾਈ ਤੇ ਆਧਾਰਿਤ ਲੜਾਈ ਲੜਦੇ ਹੋ ਨਾ, ਤੁਹਾਡੇ 'ਚ ਇੱਕ ਅਲੱਗ ਤਰ੍ਹਾਂ ਦੀ એનર્ਜੀ ਹੁੰਦੀ ਹੈ, ਤਾਕਤ ਹੁੰਦੀ ਹੈ, ਕੁਦਰਤ ਬਖਸ਼ ਦਿੰਦੀ ਹੈ ਤੁਹਾਨੂੰ। ਜੇ ਤੁਸੀਂ ਝੂਠੇ ਹੋਵੋ ਕਿਤੇ, ਜਾਂ ਕਿਤੇ ਕਿਸੇ ਗੱਲੋਂ ਕੋਈ ਕਾਣ ਹੋਵੇ, ਤਾਂ ਫਿਰ ਤੁਸੀਂ ਲੜਾਈ ਨਹੀਂ ਲੜ ਸਕਦੇ। ਇਸ ਅੰਦੋਲਨ ਦੇ ਵਿੱਚ ਇਹਦੀ ਮਹੱਤਤਾ ਇਹ ਸੀ ਵੀ ਇਹ ਸਰਾਸਰ ਸੱਚਾਈ ਤੇ ਔਰ ਅਸਲੀਅਤ ਤੇ ਬੇਸ ਸੀ। ਕਨਸਟੀਟਿਊਸ਼ਨ ਦੀ ਵਾਇਲੇਸ਼ਨ ਸਰਕਾਰ ਨੇ ਕੀਤੀ ਸੀ, ਅਸੀਂ ਨਹੀਂ ਸੀ ਕੀਤੀ। ਇਸ ਕਰਕੇ ਘਬਰਾਹਟ ਦੀ ਨਹੀਂ ਸੀ। ਹਾਂ, ਉਹ ਜ਼ਰੂਰ ਇਹ ਗੱਲ ਕਹਿੰਦੇ ਸੀ ਇੱਕ ਮੀਟਿੰਗ 'ਚ, ਦੇਖੋ ਇਹ ਤਾਂ ਅਸੀਂ ਤਾਂ ਸਮਝਦੇ ਸੀ ਕਿਸਾਨਾਂ ਦੇ ਲੀਡਰ ਤਾਂ ਐਵੇਂ ਹੁੰਦੇ ਨੇ, ਇਹ ਤਾਂ ਹਮਾਰੇ ਬਾਪ ਨਿਕਲੇ। ਇਹ ਗੱਲ ਹੋਈ ਸੀ? ਇਹ ਗੱਲ ਉਹਨਾਂ ਨੇ ਆਪਣੇ ਕਮਰੇ 'ਚ ਕਹੀ। ਫਿਰ ਕੁਝ ਅਧਿਕਾਰੀਆਂ ਨੇ ਆ ਕੇ ਸਾਨੂੰ ਦੱਸਿਆ ਵੀ ਬਹੁਤ ਵੱਡੀ ਗੱਲ ਹੋ ਗਈ, ਬਹੁਤ ਵੱਡੀ ਗੱਲ ਹੋ ਗਈ। ਇਹ ਸਾਰੀਆਂ ਗੱਲਾਂ ਹੋਈਆਂ। ਉਹਨਾਂ ਕੋਲ ਸਾਡੀ ਗੱਲ ਦਾ ਲੌਜੀਕਲੀ ਕੋਈ ਜਵਾਬ ਨਹੀਂ ਆਇਆ। ਸਾਰੀ ਜਿੰਨੀਆਂ ਮੀਟਿੰਗਸ ਹੋਈਆਂ, ਇੱਕ ਵੀ ਮੀਟਿੰਗ ਤੇ ਅਸੀਂ ਸਰਕਾਰ ਨੂੰ ਭਾਰੂ ਨਹੀਂ ਹੋਣ ਦਿੱਤਾ। ਜੀ ਰਾਜੋਵਾਲ ਸਾਹਿਬ, ਐਸਐਸਐਮ ਬਾਰੇ ਵੀ ਦੱਸੋ। ਐਸਕੇਐਮ ਦੇ ਵਿੱਚੋਂ ਬਾਹਰ ਆ ਕੇ ਕਿਵੇਂ ਐਸਐਸਐਮ ਦੀ ਸ਼ੁਰੂਆਤ ਹੁੰਦੀ ਹੈ? ਕੀ ਸੀ ਐਸਐਸਐਮ? ਇਸ ਤਰ੍ਹਾਂ ਵੀ ਕੋਈ ਇਲੈਕਸ਼ਨ ਲੜਨ ਦਾ ਨਾ ਮਨ ਸੀ, ਨਾ ਮੈਂ ਸਾਰੀ ਉਮਰ ਕੋਈ ਇਲੈਕਸ਼ਨ ਲੜਿਆ। ਜੀ, ਉੱਥੇ ਜਦੋਂ ਬੈਠੇ ਸੀ, ਕਈ ਤਰ੍ਹਾਂ ਦੀਆਂ ਗੱਲਾਂ ਉੱਥੇ ਹੁੰਦੀਆਂ ਸੀਗੀਆਂ। ਕੁਝ ਪੋਲੀਟੀਸ਼ੀਅਨ ਜਿਹੜੇ ਸੀ ਸਾਨੂੰ ਕੱਲਿਆਂ ਨੂੰ ਬੁਲਾ ਕੇ ਮਿਲਦੇ ਸੀ। ਪ੍ਰਸ਼ਾਂਤ ਕਿਸ਼ੋਰ ਨਾਲ ਕੁਝ ਲੋਕਾਂ ਦੇ ਲਿੰਕ ਸੀਗੇ, ਉਹਨਾਂ ਨੇ ਸਾਨੂੰ ਕੱਲੇ ਨੂੰ ਮਿਲਾਇਆ। ਮੈਂ ਉਹਨੂੰ ਜਵਾਬ ਮੇਰਾ ਇਹੀ ਸੀ ਵੀ ਮੈਨੂੰ ਤਾਂ ਜੇ ਮੇਰੇ ਸਾਥੀ ਕਹਿਣਗੇ ਤਾਂ ਮੈਂ ਕੁਝ ਕਰੂੰਗਾ, ਅਦਰਵਾਈਜ਼ ਮੈਂ ਨਹੀਂ ਕੁਝ ਕਰਨਾ। ਮੈਂ ਆਪਣੇ ਸਾਥੀਆਂ ਨੂੰ ਮੈਂ ਕਿਹਾ ਇਕੱਠੇ ਬੁਲਾ, ਸਾਰਿਆਂ ਨੂੰ ਕੱਲਿਆਂ ਨੂੰ ਕਿਉਂ ਬੁਲਾਉਣਾ? ਉਹਨੇ ਇਕੱਠੇ ਨਹੀਂ ਬੁਲਾਏ, ਮੈਂ ਸਾਰਿਆਂ ਦੇ ਕੋਲ ਗਿਆ। ਮੈਨੂੰ ਕਿਸੇ ਨੇ ਲੜ ਨਹੀਂ ਪੜਾਇਆ। ਮੈਂ ਉਹਨੂੰ ਜਵਾਬ ਦਿੱਤਾ ਵੀ ਨਾ ਮਿੱਤਰਾ, ਅਸੀਂ ਨਹੀਂ ਇਹ ਕੰਮ ਕਰਨਾ। ਉਹ ਤੋਂ ਬਾਅਦ ਆ ਜਿਹੜਾ ਕੇਜਰੀਵਾਲ ਹੈ, ਆਮ ਆਦਮੀ ਪਾਰਟੀ ਵਾਲੇ, ਇਹਨਾਂ ਨੇ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਇੱਕ ਸਟੇਜ ਤੇ ਜਦੋਂ ਇਹ ਚਰਚਾ ਚੱਲਣ ਲੱਗੀ, ਮੈਂ ਮਹਿਸੂਸ ਕੀਤਾ ਵੀ ਇਹਦੇ ਨਾਲ ਅੰਦੋਲਨ ਨਾ ਕਿਤੇ ਬਿਖਰ ਜਾਏ। ਪਾਬੰਦੀ ਲਾਤੀ ਪਾਬੰਦੀ ਲਾਤੀ ਵੀ ਜਦੋਂ ਤੱਕ ਅੰਦੋਲਨ ਸਾਡੀ ਟੌਪ ਪ੍ਰਾਇੋਰਟੀ ਹੈ, ਜਦ ਤੱਕ ਮੋਰਚਾ ਨਹੀਂ ਜਿੱਤ ਹੁੰਦਾ, ਉਦੋਂ ਤੱਕ ਅਸੀਂ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ। ਮੋਰਚਾ ਜਿੱਤ ਲਿਆ, ਮੋਰਚਾ ਜਿੱਤ ਕੇ ਫਿਰ ਚਰਚਾ ਹੋਈ। ਫਿਰ ਇੱਕ ਸਾਡੀ ਇਹ ਜਿੱਦ ਸੀ ਵੀ ਸਰਕਾਰ ਕੱਲ੍ਹ ਨੂੰ ਮੁੱਕਰ ਸਕਦੀ ਹੈ, ਪਾਰਲੀਮੈਂਟ ਦਾ ਸੈਸ਼ਨ ਬੁਲਾਓ, ਉਹਦੇ ਵਿੱਚ ਬੁਲਾ ਕੇ ਪਹਿਲਾਂ ਇਹਨਾਂ ਨੂੰ ਰਿਪੀਲ ਕਰੋ ਕਾਨੂੰਨਾਂ ਨੂੰ। ਸਰਕਾਰ ਨੇ ਸੈਸ਼ਨ ਬੁਲਾ ਕੇ ਕਾਨੂੰਨ ਰਿਪੀਲ ਕਰਤੇ, ਖਤਮ ਹੋ ਗਏ। ਤਾਂ ਉਹਦੇ ਬਾਅਦ ਫਿਰ ਚਰਚਾ ਚੱਲੀ ਸਾਰੀਆਂ ਜਥੇਬੰਦੀਆਂ 'ਚ, ਤੇ ਜਿਹਦੇ ਵਿੱਚੋਂ 2-4 ਜਥੇਬੰਦੀਆਂ ਗੈਰ ਹਾਜ਼ਰ ਸੀ। ਸਾਰਿਆਂ ਨੇ ਰਲ ਕੇ ਫੈਸਲਾ ਲਿਆ ਵੀ ਇਲੈਕਸ਼ਨ ਲੜੋ। ਤੇ ਮੈਂ ਉਹਨਾਂ ਨੂੰ ਕਿਹਾ ਵੀ ਕੇਜਰੀਵਾਲ ਕਹਿੰਦਾ ਵੀ ਤੁਸੀਂ ਮੇਰੇ ਕੋਲੋਂ ਜਿੰਨੀਆਂ ਟਿਕਟਾਂ ਲੈਣੀਆਂ ਲੈ ਲਓ। ਤੇ ਚੀਫ ਮਿਨਿਸਟਰ ਨੇ ਮੈਨੂੰ ਆਫਰ ਕੀਤਾ। ਮੀਟਿੰਗ ਹੋਈ ਸੀ ਅਰਵਿੰਦ ਕੇਜਰੀਵਾਲ ਨਾਲ?
ਹਾਂ ਇੱਕ ਮੀਟਿੰਗ ਹੋਈ। ਉਹ ਚਾਹੁੰਦੇ ਸੀ ਤੁਹਾਨੂੰ ਸੀਐਮ ਕੈਂਡੀਡੇਟ ਉਹ ਅਨਾਉਂਸ ਕਰਨਾ? ਉਹ ਬੜਾ ਕਲੀਅਰ ਸੀ। ਉਹਦੇ ਬਾਅਦ ਵੀ ਕਈ ਮੀਟਿੰਗਾਂ, ਫਿਰ ਜਦੋਂ ਇਹ ਸਾਡੀ ਆਪੋ ਵਿੱਚ ਹੀ ਗੱਲ ਹੋ ਗਈ, ਫਿਰ ਕਈ ਮੀਟਿੰਗਾਂ ਹੋਈਆਂ ਜਿਹਦੇ ਵਿੱਚ ਉਹਨੇ ਕਿਹਾ ਵੀ ਤੁਸੀਂ ਚੀਫ ਮਿਨਿਸਟਰ ਹੋਵੋਗੇ। ਈਵਨ ਉਹ ਤਾਂ ਇੱਥੇ ਤੱਕ ਸੀ ਵੀ ਤੂੰ ਇਕੱਲੇ ਹੀ ਛੱਡ ਕੇ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ ਹੋਏਗਾ। ਤੇ ਮੈਂ ਉਹਨੂੰ ਕਿਹਾ ਵੀ ਨਹੀਂ, ਮੈਂ ਆਪਣੇ ਸਾਥੀਆਂ ਨੂੰ ਛੱਡਣ ਵਾਲਾ ਨਹੀਂ। ਤੇ ਮੇਰੇ ਸਾਥੀ ਇੱਥੇ ਚੰਡੀਗੜ੍ਹ ਆ ਕੇ ਮੀਟਿੰਗਾਂ ਹੁੰਦੀਆਂ ਰਹੀਆਂ, ਉਹ ਇਸ ਗੱਲ ਲਈ ਰਾਜੀ ਨਾ ਹੋਏ ਬਈ ਕੇਜਰੀਵਾਲ ਨਾਲ ਸਮਝੌਤਾ ਕਰਨਾ। ਸਾਰੇ ਕਹਿਣ ਜੀ ਉਹ ਤਾਂ ਬੜਾ ਮਾੜਾ ਬੰਦਾ ਹੈ ਜੀ, ਉਹਦੇ ਨਾਲ ਨਹੀਂ ਜੀ ਸਮਝੌਤਾ ਕਰਨਾ। ਮੈਂ ਉਹਨਾਂ ਨੂੰ ਕਿਹਾ ਵੀ ਫਿਰ ਠੀਕ ਹੈ, ਫਿਰ ਮੈਨੂੰ ਨਾ ਕਿਹੋ, ਮੈਂ ਇਲੈਕਸ਼ਨ ਮੁੜ ਕੇ ਨਹੀਂ ਲੜਨੀ। ਜੇ ਤੁਹਾਨੂੰ ਠੀਕ ਲੱਗਦਾ ਤਾਂ ਠੀਕ ਹੈ, ਮੈਨੂੰ ਕੋਈ ਗੱਲ ਨਹੀਂ, ਮੈਂ ਚੀਫ ਮਿਨਿਸਟਰ ਦੀ ਕੋਈ ਮੈਨੂੰ ਅਰਵਿੰਦ ਕੇਜਰੀਵਾਲ ਤੋਂ ਤੁਸੀਂ ਸੀਟਾਂ ਜ਼ਿਆਦਾ ਮੰਗਦੇ ਸੀ? ਨਹੀਂ, ਸੀਟਾਂ ਵਾਸਤੇ ਹਰਮੀਤ ਕਾਦੀਆਂ ਦੀ ਡਿਊਟੀ ਲਾਈ ਸੀ। 45 ਸੀਟਾਂ ਉਹਨੇ ਕਹਿ ਦਿੱਤਾ ਸੀ ਅਰਵਿੰਦ ਨੇ। ਫਿਰ ਇਹ ਤੋਂ ਇੱਥੇ ਵੀ ਨਹੀਂ, ਫਿਰ ਉਹਨੇ ਕਿਹਾ ਵੀ ਜੇ ਲੈਫਟ ਵਾਲੇ ਸੱਜਣ ਨਹੀਂ ਮੰਨਦੇ ਉਹਨਾਂ ਨੂੰ ਮੈਂ 5-7 ਸੀਟਾਂ ਹੋਰ ਛੱਡ ਦਿੰਦਾ, ਉਹ ਆਪਣੀ ਪਾਰਟੀ ਦੀ ਟਿਕਟ ਤੇ ਲੜ ਲੈਣ। ਤੇ ਸਾਡੇ ਲੈਫਟ ਵਾਲੇ ਵੀਰ ਇਹਦੇ ਤੇ ਬਿਨਾਂ ਮੰਨੇ। ਫਿਰ ਮੈਂ ਕਿਹਾ ਵੀ ਫਿਰ ਛੱਡੋ, ਮੈਨੂੰ ਚੀਫ ਮਿਨਿਸਟਰੀ ਦੀ ਭੁੱਖ ਨਹੀਂ, ਮੈਂ ਛੱਡ ਕੇ ਮੀਟਿੰਗ ਚੋਂ ਮੈਂ ਕਹਿ ਕੇ ਆ ਗਿਆ ਵੀ ਹੁਣ ਇਲੈਕਸ਼ਨ ਨਹੀਂ ਲੜਨੀ। ਉਹਦੇ ਬਾਅਦ ਮੇਰੇ ਤੋਂ ਬਿਨਾਂ ਕੁਛ ਜਥੇਬੰਦੀਆਂ ਮੀਟਿੰਗਾਂ ਕਰਦੀਆਂ ਰਹੀਆਂ। ਕਿਹਦੇ ਨਾਲ? ਆਪਸ ਵਿੱਚ, ਆਪੋ ਵਿੱਚ। ਤੇ ਮੈਨੂੰ ਫਿਰ ਸੱਦਿਆ, ਮੈਂ ਜਲੰਧਰ ਸੀ, ਉਤੋਂ ਮੈਨੂੰ ਚੰਡੀਗੜ੍ਹ ਸੱਦਿਆ। ਚੰਡੀਗੜ੍ਹ ਸੱਦ ਕੇ ਸਾਰੇ ਇਕੱਠੇ ਹੋਏ ਬੈਠੇ ਆ। ਮੈਂ ਇਹਨਾਂ ਨੂੰ ਕਿਹਾ ਤੁਸੀਂ ਮੈਨੂੰ ਨਹੀਂ ਦੱਸਿਆ ਮੀਟਿੰਗ ਸੱਦੀ ਹੋਈ ਹੈ। ਕਹਿੰਦੇ ਅਸੀਂ ਫੈਸਲਾ ਕੀਤਾ ਵੀ ਇਲੈਕਸ਼ਨ ਲੜਨੀ ਹੈ। ਮੈਂ ਕਿਹਾ ਜ਼ਰੂਰ ਲੜੋ, ਮੈਂ ਸਪੋਰਟ ਕਰੂੰਗਾ। ਕਹਿੰਦੇ ਨਹੀਂ ਤੂੰ ਵੀ ਲੜਨੀ ਹੈ। ਮੈਂ ਕਿਹਾ ਮੈਂ ਨਹੀਂ ਲੜਨੀ। ਫਿਰ ਇਸ ਗੱਲ ਤੇ ਖੂਬ ਰੌਲਾ ਪਿਆ। ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਗੁਰੂ ਗੋਬਿੰਦ ਸਿੰਘ ਨੂੰ 5 ਬੰਦਿਆਂ ਨੇ ਹੁਕਮ ਕੀਤਾ ਸੀ, ਅਸੀਂ ਸਾਰੇ ਤੈਨੂੰ ਹੁਕਮ ਕਰਦੇ ਹਾਂ, ਤੂੰ ਕੌਣ ਹੈ? ਮੈਂ ਚੁੱਪ ਰਿਹਾ। ਉਹ ਤੋਂ ਬਾਅਦ ਇਹਨਾਂ ਨੇ ਜਦੋਂ ਬਾਹਰ ਪ੍ਰੈਸ ਕਾਨਫਰੰਸ ਹੋਈ, ਮੈਨੂੰ ਨਹੀਂ ਪਤਾ, ਪਹਿਲਾਂ ਹੀ ਇਹਨਾਂ ਨੇ ਇੱਕ ਬਣਾਇਆ ਹੋਇਆ ਸੀ ਸੰਯੁਕਤ ਸਮਾਜ ਮੋਰਚਾ ਨਾਂ ਦਾ ਫੱਟਾ ਬਣਾਇਆ ਸੀ। ਪਹਿਲਾਂ ਤੁਹਾਡੇ ਧਿਆਨ 'ਚ ਨਹੀਂ ਸੀ? ਮੇਰੇ ਧਿਆਨ 'ਚ ਨਹੀਂ ਸੀ, ਮੇਰੇ ਪਿੱਛੇ ਲਿਆ ਕੇ ਖੜਾ ਕਰਤਾ ਉਹ। ਉਸ ਪ੍ਰੈਸ ਕਾਨਫਰੰਸ 'ਚ ਮੈਂ ਬਿਲਕੁਲ ਨਹੀਂ ਬੋਲਿਆ। ਇਹੀ ਬਾਕੀ ਦੇ ਸੱਜਣ ਜਿਹੜੇ ਸੀ ਜਵਾਬ ਪ੍ਰੈਸ ਦੇ ਦਿੰਦੇ ਰਹੇ। ਉਹ ਤੋਂ ਬਾਅਦ ਇਹਨਾਂ ਨੇ ਐਪਲੀਕੇਸ਼ਨਾਂ ਮੰਗੀਆਂ, ਕੋਈ 3000 ਤੇ ਉੱਤੇ ਐਪਲੀਕੇਸ਼ਨਾਂ ਆਈਆਂ। ਤੇ ਫਿਰ ਇਹਨਾਂ ਨੇ ਬੈਠ ਕੇ ਟਿਕਟਾਂ ਵੰਡੀਆਂ। ਰੋਜ਼ ਆਪੋ ਵਿੱਚ ਇੱਕ ਦੂਜੇ ਨਾਲ ਲੜ ਝਗੜ ਕੇ ਟਿਕਟਾਂ ਵੰਡਤੀਆਂ। 102 ਸੀਟਾਂ ਤੇ ਬੰਦੇ ਖੜੇ ਕਰਤੇ। ਜਦ ਨੂੰ ਟਾਈਮ ਨੇੜੇ ਆ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਫਿਰ ਹੁਣ ਜੇ ਤੁਸੀਂ ਲੜਾਉਣਾ ਹੀ ਹੈ ਤਾਂ ਇਹਨਾਂ ਨੂੰ ਕਾਗਜ਼ ਭਰਨ ਨੂੰ ਤਾਂ ਕਹੋ। ਤੇ ਜੇ ਤੁਸੀਂ 15 ਸੀਟਾਂ ਪਿੱਛੇ ਫਿਰ ਬੈਠੇ ਰਹੇ, ਵਕਤ ਲੰਘ ਜੂ। ਸਾਰਿਆਂ ਦੇ ਕਾਗਜ਼ ਭਰਾਤੇ। ਕਾਗਜ਼ ਭਰਿਆ ਤੇ 10 ਦਿਨ ਬਾਅਦ ਮੈਨੂੰ ਕਹਿੰਦੇ ਨੇ ਵੀ ਹੁਣ ਤੁਸੀਂ ਬੈਠ ਜਾਓ। ਮੈਂ ਕਿਹਾ ਕਿਉਂ? ਕਹਿੰਦੇ ਨਹੀਂ ਤੁਸੀਂ ਹੁਣ ਇਲੈਕਸ਼ਨ ਨਹੀਂ ਲੜਨੀ। ਮੈਂ ਕਿਹਾ ਵੀ ਮੈਨੂੰ ਤੁਹਾਡੀ ਸਮਝ ਨਹੀਂ ਆਈ। ਮੈਂ ਤੁਹਾਡੇ ਕਹਿਣ ਤੇ ਚੀਫ ਮਿਨਿਸਟਰੀ ਨੂੰ ਵੀ ਲੱਤ ਮਾਰੀ। ਮੈਂ ਤੁਹਾਡੇ ਕਹਿਣ ਤੇ ਤੁਸੀਂ ਜਦੋਂ ਜਿੱਦ ਕੀਤੀ ਮੈਂ ਲੜਨਾ ਵੀ ਤਿਆਰ ਹੋ ਗਿਆ। ਹੁਣ ਆਹ ਜਿਹੜੇ 102 ਬੰਦੇ ਖੜੇ ਕੀਤੇ ਮੇਰੇ ਨਾਂ ਤੇ, ਇਹ ਮੈਨੂੰ ਕੀ ਕਹਿਣਗੇ? ਮੈਂ ਇਹਨਾਂ ਨੂੰ ਧੋਖਾ ਨਹੀਂ ਦੇਣਾ, ਮੈਂ ਨਹੀਂ ਵਿਡਰਾ ਕਰਦਾ। ਇਹ ਮੈਨੂੰ ਕਹਿੰਦੇ ਫਿਰ ਅਸੀਂ ਵਿਰੋਧ ਕਰਾਂਗੇ। ਮੈਂ ਕਿਹਾ ਮੈਂ ਵੋਟਾਂ ਵਾਸਤੇ ਨਹੀਂ ਖੜਾ, ਭਾਵੇਂ ਇੱਕ ਵੀ ਵੋਟ ਨਾ ਪਏ, ਪਰ ਮੈਂ ਇਹਨਾਂ ਦੇ 102 ਬੰਦਿਆਂ ਦੇ ਨਾਲ ਖੜਾ। ਇਲੈਕਸ਼ਨ ਹੋਈ, ਇਹਨਾਂ ਨੇ ਵਿਰੋਧ ਕੀਤਾ, ਇਲੈਕਸ਼ਨ ਹਾਰ ਗਏ। ਚੱਲ ਹੋਣਾ ਹੀ ਸੀ। ਉਹ ਤੋਂ ਬਾਅਦ ਫਿਰ ਜਥੇਬੰਦੀਆਂ ਖਿੰਡ ਗਈਆਂ। ਤੇ ਇੱਕ ਸਭ ਤੋਂ ਜ਼ਿਆਦਾ ਮੈਨੂੰ ਜਿਹੜਾ ਅਫਸੋਸ ਹੈ, ਜਿਹੜਾ ਕਦੇ ਸੋਚਿਆ ਵੀ ਨਹੀਂ ਸੀ, ਮੈਨੂੰ ਇਹ ਲੱਗਦਾ ਸੀ ਵੀ ਅਸੀਂ ਐਡਾ ਵੱਡਾ ਇਹ ਮੋਰਚਾ ਖੜਾ ਕੀਤਾ, ਐਡਾ ਵੱਡੀ ਏਕਤਾ ਇਕੱਠੀ ਕੀਤੀ ਹੈ, ਸਰਕਾਰ ਨੂੰ ਇਹ ਤੋਂ ਡਰ ਲੱਗਣ ਲੱਗ ਪਿਆ ਸੀ। ਇਸ ਏਕਤਾ ਤੋਂ ਬਹੁਤ ਡਰੀ ਹੋਈ ਸੀ ਸਰਕਾਰ। ਭਾਰਤ ਸਰਕਾਰ ਨੂੰ ਤਾਂ ਇਹ ਸੀ ਵੀ ਹੁਣ ਸਾਰੇ ਦੇਸ਼ ਵਿੱਚ ਛਾ ਜਾਣਗੇ, ਸਾਨੂੰ ਇਹਨਾਂ ਨੇ ਬਾਹਰ ਨਿਕਲ ਨਹੀਂ ਦੇਣਾ। ਪੋਲੀਟੀਕਲ ਲੀਡਰਸ਼ਿਪ ਹਰ ਪਾਰਟੀ ਦੀ ਡਰੀ ਬੈਠੀ ਸੀ। ਤੇ ਪਰ ਉਹਨਾਂ ਦੇ ਆਪਣੇ ਲਿੰਕ ਸੀ। ਉਹਨਾਂ ਨੇ ਆਪਣੇ ਲਿੰਕਸ ਰਾਹੀਂ ਪਤਾ ਨਹੀਂ ਕੀ ਕੀਤਾ, ਸਾਡੀ ਇਸ ਏਕਤਾ ਨੂੰ ਤੋੜਤਾ। ਕੁਝ ਲੋਕਾਂ ਨੇ, ਮੈਂ ਸਮਝਦਾ, ਬਹੁਤ ਵੱਡਾ ਪਾਪ ਕੀਤਾ। ਝੂਠੇ ਬੇਬੁਨਿਆਦ ਇਲਜ਼ਾਮ ਲਾ ਕੇ ਜਿਹੜੀਆਂ ਗੱਲਾਂ ਹੋਈਆਂ ਹੀ ਨਹੀਂ, ਉਹ ਪ੍ਰੈਕਟੀਕਲੀ ਕੁਝ ਨਹੀਂ ਹੋਇਆ। ਜੋ ਕੁਝ ਕਿਹਾ ਗਿਆ ਇੰਨਾ ਵਾਹੀਆਤ, ਔਰ ਮੈਂ ਚੁੱਪ ਰਿਹਾ। ਮੈਨੂੰ ਤਾਂ ਆਈ ਵਾਜ਼ ਸ਼ੌਕਡ ਵੀ ਇਹ ਕੀ ਕਰ ਰਹੇ ਨੇ, ਕਿਹੜੀ ਮਿੱਟੀ ਦੇ ਬਣੇ ਹੋਏ ਨੇ ਜਿਹੜੇ ਐਡਾ ਕੁਫਰ ਤੋਲ ਰਹੇ ਨੇ। ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ, ਫਿਰ ਕਹਿਣ ਲੱਗ ਗਏ ਜੀ ਹੁਣ ਜਿਹੜੇ ਇਲੈਕਸ਼ਨ ਲੜੇ ਆ ਜੀ ਉਹਨਾਂ ਦੇ ਨਾਲ ਅਸੀਂ ਨਹੀਂ ਚੱਲਣਾ, ਕੋਈ ਕੁਛ। ਤਾਂ ਖੈਰ ਕੁਛ ਵੀ ਹੋਇਆ, ਇਹ ਬਹੁਤ ਹੀ ਅਫਸੋਸਨਾਕ ਪਹਿਲੂ ਹੈ। ਅੱਜ ਜਿਹੜੀਆਂ ਗੱਲਾਂ ਅਸੀਂ ਉੱਥੇ MSP ਦੀ ਡਿਮਾਂਡ ਸੀ, MSP ਦੀ ਤੇ ਕੇਸ ਵਾਪਸ ਨਹੀਂ ਹੋਏ। ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਵੀ ਅਸੀਂ MSP ਦੀ ਕਮੇਟੀ ਬਣਾਵਾਂਗੇ। ਉਹਨਾਂ ਨੇ ਜਿਹੜੀ ਕਮੇਟੀ ਬਣਾਈ ਸਾਡੇ ਮੁਤਾਬਕ ਨਹੀਂ ਬਣਾਈ। ਉਹੀ ਲੋਕ ਜਿਨ੍ਹਾਂ ਨੇ ਕਾਨੂੰਨ ਰਿਜੈਕਟ ਕਰਤੀ ਸੀ, ਉਹ ਅਸੀਂ ਰਿਜੈਕਟ ਕਰਤੀ ਸੀ। ਤੇ ਉਹਨੂੰ ਇਹਨਾਂ ਨੇ ਜਦੋਂ ਫੇਰ ਬਣੀ ਤਾਂ ਅਸੀਂ ਇਹਨਾਂ ਨੂੰ ਅਫਸੋਸ ਇਸ ਹੋਇਆ ਵੀ ਉਹ ਅਸੀਂ ਸਸਪੈਂਡ ਕਰਕੇ ਆਏ ਸੀ ਉਹਨਾਂ ਵਾਸਤੇ ਮੋਰਚਾ ਵਾਪਸ ਨਹੀਂ ਸੀ ਲਿਆ।
ਅਸੀਂ ਕਿਹਾ ਸੀ, ਕਿਉਂਕਿ ਕੁਝ ਬੰਦਿਆਂ ਦੀ 2-3 ਬੰਦਿਆਂ ਦੀ ਰਾਏ ਸੀ, ਸਾਰਿਆਂ ਦੀ ਨਹੀਂ ਸੀ, ਬਈ ਜੀ ਹਾਲੇ ਮੋਰਚਾ ਜਾਰੀ ਰੱਖਣਾ ਚਾਹੀਦਾ ਹੈ। ਪਰ ਸਾਡੀ ਸਥਿਤੀ ਇਹ ਸੀ ਵੀ ਕਿਉਂਕਿ 1 ਸਾਲ ਤੋਂ ਉੱਤੇ ਬੈਠਿਆਂ ਨੂੰ ਹੋ ਗਿਆ ਸੀ, ਥੱਕ ਗਏ ਸੀ। ਇੱਕ ਵਾਰੀ ਅਸੀਂ ਮੈਂ ਐਡਮਿਟ ਕਰਦਾ, ਅਸੀਂ ਸਰਵੇ ਕਰਾਇਆ, ਸਿੰਘੂ ਬਾਰਡਰ ਤੇ 668 ਬੰਦੇ ਸੀ। ਉੱਦਾਂ ਹੀ ਜਿਹੜੀਆਂ ਸਾਡੀਆਂ ਝੌਂਪੜੀਆਂ ਸੀ ਉਹਨਾਂ ਨੂੰ ਜਿੰਦੇ ਲੱਗੇ ਹੋਏ ਸੀ, ਟਰਾਲੀਆਂ ਖੜੀਆਂ ਸੀ ਖਾਲੀ। ਸ਼ਾਇਦ 600 ਤੋਂ ਵੀ ਘਟ ਗਏ ਹੁਣ ਇੱਕ ਵਾਰ ਤਾਂ। 668 ਬੰਦੇ ਸੀ। ਓਕੇ ਜੀ, ਇੰਨੇ ਸੀ ਸਰਵੇ 'ਚ ਨਿਕਲੀ। ਫਿਰ ਅਸੀਂ ਕਿਹਾ ਵੀ ਦੇਖੋ ਹੁਣ ਜਿਹੜੇ ਲੋਕ ਆਏ ਨੇ ਮੋਰਚਾ ਜਿੱਤਣ ਤੇ ਆਪਣੇ ਟਰੈਕਟਰ ਵਾਪਸ ਲੈਣ ਆਏ ਨੇ, ਇਹਨੂੰ ਜਿੱਤ ਨੂੰ ਹਾਰ ਚ ਨਾ ਤਬਦੀਲ ਕਰੋ। ਇੱਥੋਂ ਲੋਕਾਂ ਨੂੰ ਨਗਾਰੇ ਵਜਾਉਂਦੇ ਜਾਣ ਦਿਓ। ਮੋਰਚਾ ਜਿੱਤ ਲਿਆ, ਤੁਹਾਡੀ ਲੜਾਈ 3 ਕਾਨੂੰਨਾਂ ਸੀ, 3 ਕਾਨੂੰਨ ਵਾਪਸ ਹੋ ਗਏ। MSP ਦੀ ਮੰਗ ਅਸੀਂ ਇੱਥੇ ਆ ਕੇ ਜੋੜੀ ਹੈ, ਇਹਦੇ ਵਾਸਤੇ ਲੜਾਂਗੇ, ਫਿਰ ਲੜਾਂਗੇ। ਇੱਕ ਵਾਰੀ ਇੱਥੋਂ ਜਿੱਤ ਦੇ ਜਸ਼ਨ ਮਨਾਉਂਦੇ ਜਾਓ। ਅਸੀਂ ਉਦੋਂ ਸਾਰਿਆਂ ਨੇ ਫੈਸਲਾ ਕੀਤਾ, ਵਾਪਸ ਆ ਗਏ ਦਰਬਾਰ ਸਾਹਿਬ। ਇੱਕ ਵਾਰ ਸੰਪੂਰਨ ਹੋਣ ਦਿਓ ਉਸ ਗੱਲ ਨੂੰ। ਫਿਰ ਦਰਬਾਰ ਸਾਹਿਬ ਅਸੀਂ ਸ਼ੁਕਰਾਨੇ ਵਜੋਂ ਵੀ ਇਕੱਠੇ ਹੋ ਕੇ ਗਏ, ਤੇ ਉਹ ਤੋਂ ਬਾਅਦ ਜੋ ਕੁਝ ਹੋਇਆ, ਜੋ ਕੁੱਕੜ ਕੇ ਉਡਾਈ, ਉਹਦਾ ਬਹੁਤ ਅਫਸੋਸ ਹੈ, ਮਨ ਚ ਰਹੇਗਾ। ਮਲਾਲ ਵੀ ਐਡਾ ਵੱਡਾ ਦੁਨੀਆ ਦਾ ਮੋਰਚਾ, ਉਹਨੂੰ ਕੁਝ ਲੋਕਾਂ ਨੇ ਆਪਣੀ ਈਗੋ ਵਾਸਤੇ ਕਹਿ ਲਓ, ਜਾਂ ਆਪਣੀ ਬੇਈਮਾਨੀ ਵਾਸਤੇ, ਜਾਂ ਕਿਸੇ ਦੇ ਕਹਿਣ ਤੇ ਬਿਨਾਂ ਮਤਲਬ ਬੇਬੁਨਿਆਦ ਝੂਠ ਫੈਲਾ ਕੇ ਮੋਰਚਾ ਜਿਹੜਾ ਉਹ ਤੋੜਿਆ। ਰਾਜੇਵਾਲ ਸਾਹਿਬ, ਹੁਣ ਅੱਗੇ ਤੁਸੀਂ ਕੀ ਦੇਖ ਰਹੇ ਹੋ ਕਿਸਾਨ ਮੂਵਮੈਂਟ ਦਾ ਐਸਾ? ਕਿਉਂਕਿ ਇਹ ਗੱਲ ਹੋਈ ਸੀ ਸਿੰਘੂ ਬਾਰਡਰ ਦੇ ਉੱਤੇ ਜਦੋਂ 3 ਖੇਤੀ ਕਰਨ ਵਾਪਸ ਹੋਏ ਸੀ ਕਿ ਸਸਪੈਂਡ ਹੈ, ਮੁਲਤਵੀ ਹੈ। ਸ਼ੁਰੂਆਤ ਦੁਬਾਰੇ ਕਿੱਥੋਂ ਕਰਨਾ ਚਾਹੁੰਦੇ ਹੋ ਸ਼ੁਰੂਆਤ ਦੁਬਾਰੇ? ਦੇਖੋ, ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ, ਕੁਝ ਇਸ ਮੋਰਚੇ ਤੋਂ ਕੀ ਵੀ ਹੋ ਗਿਆ, ਜਿਹੜੇ ਆਮ ਕਿਸਾਨ ਸੀ ਉਹਨਾਂ ਨੇ ਬੋਲਣਾ ਸਿੱਖ ਲਿਆ ਜੀ। ਅਵੇਅਰਨੈਸ ਆ ਗਈ ਹਰ ਜਗ੍ਹਾ। ਜਿੱਥੇ ਕੋਈ ਅਫਸਰਸ਼ਾਹੀ ਕੁਝ ਕਰਦੀ ਹੈ, ਲੋਕ ਆਪਣੇ ਆਪ ਪੰਗਾ ਲੈਂਦੇ ਨੇ। ਹੁਣ ਇਹ ਇੱਕ ਅੱਛਾ ਪਹਿਲੂ ਹੈ। ਪਰ ਮੈਨੂੰ ਇਸ ਗੱਲ ਤੇ ਅਫਸੋਸ ਹੈ ਵੀ ਜਿੱਦਾਂ ਸਾਡੀ ਤਾਕਤ ਵਿਖਰੀ ਹੈ, ਪੰਜਾਬ ਦੇ ਮਸਲੇ ਤਾਂ ਸਿਰ ਚੜੇ ਹੋਏ ਨੇ, ਤਾਂ ਕਿਵੇਂ ਲੜਾਂਗੇ? ਫਿਰ ਇਹ ਵੀ ਅਫਸੋਸ ਹੈ ਵੀ 4 ਬੰਦੇ ਇਕੱਠੇ ਹੁੰਦੇ ਆ, ਈਗੋ ਇੰਨੀ ਹੋ ਗਈ, ਉਹ ਇੱਕ ਯੂਨੀਅਨ ਬਣਾ ਲੈਂਦੇ। ਪਹਿਲਾਂ ਤਾਂ 32 ਸੀ, 32 ਦੇ ਵਿੱਚ ਵੀ ਕੋਈ ਪ੍ਰੈਕਟੀਕਲੀ ਕੰਮ ਕਰਨ ਵਾਲੀਆਂ ਜਥੇਬੰਦੀਆਂ 10-12 ਹੀ ਸੀ ਜੀ। ਬਾਕੀ ਦੇ ਜਥੇਬੰਦੀਆਂ ਕੋਈ 5 ਪਿੰਡਾਂ ਦੀਆਂ, ਕੋਈ ਇੱਕ ਬਲਾਕ ਦੀ ਹੈ, ਜਾਂ 10 ਬੰਦੇ ਨੇ ਜਿਨ੍ਹਾਂ ਤੇ ਇਕੱਠੇ ਨਹੀਂ ਸੀ ਹੁੰਦੇ। ਇਹੋ ਜਿਹੇ ਸੀ। ਅਸੀਂ ਸਾਰਿਆਂ ਨੂੰ ਮਾਣ ਸਤਿਕਾਰ ਦਿੱਤਾ। ਪਰ ਹੁਣ ਤਾਂ 100 ਤੇ ਉੱਤੇ ਹੋ ਗਈ ਜਥੇਬੰਦੀ। ਹੁਣ ਤਾਂ 4 ਬੰਦੇ ਉੱਠਦੇ ਨੇ ਹਰੇਕ ਜਥੇਬੰਦੀ, ਜਦੇ ਪਤਾ ਲੱਗਦਾ ਉਹ ਇੱਕ ਹੋਰ ਜਥੇਬੰਦੀ ਖੜੀ ਹੋ ਗਈ। ਔਰ ਆਮ ਬੰਦੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ, ਉਹ ਇੱਕ ਦੂਜੇ ਦੇ ਖਿਲਾਫ ਮਾੜਾ ਬਹੁਤ ਬੋਲਦੇ ਨੇ, ਭਾਸ਼ਾ ਬੜੀ ਮਾੜੀ ਬੋਲਦੇ ਨੇ। ਇਹ ਹੋਰ ਵੀ ਅਫਸੋਸਨਾਕ ਪਹਿਲੂ ਹੈ। ਮੈਂ ਤਾਂ ਸਾਰੀ ਉਮਰ ਲੜਦੇ ਲੰਘ ਗਈ, ਮੈਨੂੰ 53 ਸਾਲ ਜ਼ਿੰਦਗੀ ਦੇ ਇੱਧਰ ਹੋ ਗਏ, ਬੜੇ ਲੰਬੇ ਅੰਦੋਲਨ ਲੜੇ ਨੇ, ਜੇਲਾਂ ਕੱਟੀਆਂ ਬਹੁਤ, ਪਰ ਇੰਨਾ ਮਾੜਾ ਨਹੀਂ ਅਸੀਂ। ਜੇ ਅਸੀਂ ਵੱਖ ਵੀ ਹੋਏ ਆ, ਅਜਮੇਰ ਸਿੰਘ ਤੋਂ ਵੱਖ ਹੋਏ, ਪਰ ਅਸੀਂ ਗੰਦ ਨਹੀਂ ਕਿਸੇ ਦੇ ਸੁੱਟਿਆ। ਹਾਂ, ਇੱਕ ਮੈਨੂੰ ਆਹ ਦੱਸੋ ਕਿ ਜਦੋਂ ਤੁਸੀਂ ਪੁਰਾਣੇ ਟਾਈਮ ਦੇ ਵਿੱਚ ਇਕੱਠੇ ਸੀ, ਖੇਤੀਬਾੜੀ ਯੂਨੀਅਨ ਬਣਾਈ ਸੀ ਤੁਸੀਂ, ਅੱਜ ਦੇ ਜਿਹੜੇ ਵੱਡੇ ਕਿਸਾਨ ਆਗੂ ਨੇ, ਕਿਹੜੇ ਤੁਹਾਡੇ ਨਾਲ ਸੀ ਉਦੋਂ? ਉਸ ਵੇਲੇ ਜਦੋਂ ਅਸੀਂ 1984 ਦੇ ਵਿੱਚ 12 ਤੋਂ 19 ਮਾਰਚ 1984 ਤੱਕ ਇੱਕ ਹਫ਼ਤਾ ਅਸੀਂ ਗਵਰਨਰ ਦਾ ਘਿਰਾਓ ਕੀਤਾ। ਉਹ ਵੀ ਆਪਣੇ ਆਪ ਵਿੱਚ ਇੱਕ ਵੱਡਾ ਅੰਦੋਲਨ ਸੀ, ਯੂਨੀਕ ਸੀ। ਸਾਰਾ ਪੰਜਾਬ ਉਹਦੇ ਵਿੱਚ ਇਨਵੋਲਵ ਸੀ। ਉਦੋਂ ਸਾਨੂੰ ਟਰਾਇਓ ਕਹਿੰਦੇ ਹੁੰਦੇ ਸੀ ਮੀਡੀਆ ਵਾਲੇ। ਮੈਂ ਤਿਕੜੀ ਜੀ, ਮੈਂ ਭੁਪਿੰਦਰ ਸਿੰਘ ਮਾਨ ਤੇ ਅਜਮੇਰ ਸਿੰਘ ਲੱਖੋਵਾਲ, ਮੈਂ ਆਲ ਇੰਡੀਆ ਜਨਰਲ ਸੈਕਟਰੀ ਸੀ, ਅਜਮੇਰ ਸਿੰਘ ਪੰਜਾਬ ਦੇ ਜਨਰਲ ਸੈਕਟਰੀ ਸੀ, ਤੇ ਸਰ ਭੁਪਿੰਦਰ ਸਿੰਘ ਮਾਨ ਪੰਜਾਬ ਦੇ ਪ੍ਰਧਾਨ ਹੁੰਦੇ ਸੀ। ਔਰ ਉਹ ਸਾਰਾ ਮੋਰਚਾ ਜਿਹੜਾ ਲੜਿਆ ਸੀ ਸਾਡੀ ਤਿੰਨਾਂ ਦੀ ਅਗਵਾਈ 'ਚ ਹੋਇਆ। ਉਦੋਂ ਅਸੀਂ ਸਾਰੀਆਂ ਮੰਗਾਂ ਮਨਾ ਕੇ ਉੱਠੇ। ਤੇ ਉਦੋਂ ਵੀ ਦਿੱਲੀ ਦੀ ਸਰਕਾਰ ਨੂੰ ਫਿਕਰ ਪੈ ਗਿਆ ਸੀ ਵੀ ਜਿਸ ਤਰ੍ਹਾਂ ਪੰਜਾਬ ਦੇ ਲੋਕ ਇੱਦਾਂ ਇਕੱਠੇ ਹੋ ਕੇ ਲੜੇ ਹੈ, ਇਹ ਸਾਡੇ ਲਈ ਖਤਰਾ ਹੋ ਸਕਦਾ ਹੈ। ਮੈਨੂੰ ਇੱਕ ਘਟਨਾ ਯਾਦ ਆਉਂਦੀ ਹੈ। ਮੋਰਚੇ ਤੋਂ ਬਾਅਦ ਅਸੀਂ 7 ਦਿਨ ਪੰਜਾਬ ਦੀਆਂ ਮੰਡੀਆਂ ਬੰਦ ਕੀਤੀਆਂ। ਅਸੀਂ ਨਾਅਰਾ ਦਿੱਤਾ ਸੀ, ਕਣਕ ਬੰਦ ਤੇ ਕਰਜ਼ਾ ਬੰਦ। ਕਰਜ਼ਾ ਨਹੀਂ ਦੇਣਾ, ਕਣਕ ਨਹੀਂ ਦੇਣਾ। ਇੱਕ ਗੀਤ ਸੀਗਾ ਬੜਾ ਪ੍ਰਚਲਿਤ ਹੋਇਆ, ਕਣਕ ਤੇ ਕਰਜ਼ਾ ਨਹੀਂ ਦੇਣਾ, ਚੋਰਾਂ ਦੀ ਮਾਸੀ ਨੂੰ ਕੱਟ ਦਿਆਂਗੇ ਸੰਨ 84 ਵਿੱਚ 84 ਨੂੰ। ਤੋ ਇਹ ਗੀਤ ਆਮ ਪ੍ਰਚਲਿਤ ਹੋ ਗਿਆ ਸੀ। ਤੇ ਅਸੀਂ ਕਿਤੇ ਮੰਡੀਆਂ 'ਚ ਨਹੀਂ ਖੜੇ, ਕਿਤੇ ਅਸੀਂ ਗਏ ਨਹੀਂ। ਸਿਰਫ ਮੀਡੀਆ ਦੇ ਪ੍ਰਚਾਰ ਨਾਲ 7 ਦਿਨ ਵਿੱਚ ਇੱਕ ਦਾਣਾ ਮੰਡੀਆਂ ਦੇ ਵਿੱਚ ਨਹੀਂ ਆਇਆ, ਲੋਕਾਂ ਨੇ ਰੋਕਿਆ। ਔਰ ਮੈਂ ਸਮਝਦਾ ਵੀ ਉਹ ਬਾਅਦ ਇੰਦਰਾ ਗਾਂਧੀ ਦੇ ਦਿਮਾਗ 'ਚ ਫਤੂਰ ਆਇਆ ਵੀ ਇਹ ਕਿਸੇ ਵੇਲੇ ਮੈਨੂੰ ਖਤਰਾ ਹੋਣਗੇ। ਉਹਨਾਂ ਨੇ ਫਿਰ ਇੱਧਰ ਅਕਾਲੀ ਦਲ ਦਾ ਜਿਹੜਾ ਧਰਮ ਯੁੱਧ ਮੋਰਚਾ ਸੀ ਉਹ ਚੱਲਦਾ ਸੀ, ਉਹਨੇ ਆਪਣਾ ਸਾਰਾ ਧਿਆਨ ਉੱਧਰ ਨੂੰ ਕੇਂਦਰਿਤ ਕਰਕੇ ਸਾਡਾ
ਪੰਜਾਬੀਆਂ ਦਾ ਧਿਆਨ ਜਿਹੜਾ ਸੀਗਾ ਧਰਮ ਯੁੱਧ ਮੋਰਚੇ ਵੱਲ ਨੂੰ ਲਾਤਾ ਤੇ ਦਰਬਾਰ ਸਾਹਿਬ ਦਾ ਤੇ ਹਮਲਾ ਹੋਇਆ। ਔਰ ਫਿਰ ਉਸੇ ਦੌਰਾਨ SYL ਦਾ ਮਸਲਾ ਸ਼ੁਰੂ ਹੋਇਆ। SYL ਤੇ ਸਭ ਤੋਂ ਪਹਿਲਾਂ ਅਸੀਂ ਵਿਰੋਧ ਕੀਤਾ। ਮੈਨੂੰ ਯਾਦ ਹੈ ਮੈਂ ਤੇ ਅਜਮੇਰ ਸਿੰਘ ਲੱਖੋਵਾਲ ਅਸੀਂ ਪੈਂਟਾਂ ਲਾ ਕੇ ਮੋਢਿਆਂ ਤੇ ਸਿੱਟ ਕੇ ਪਹਾੜਾਂ ਤੇ ਦੇਖਦੇ ਫਿਰੀਏ। ਅਸੀਂ ਉਦੋਂ ਇਹਨੂੰ ਹਾਲੇ ਹੋਰ ਸਟੱਡੀ ਕਰ ਰਹੇ ਸੀ। ਅਸੀਂ ਕਹਿੰਦੇ ਸੀ ਕਿ ਵੀ ਤਾਂ ਕੰਟੂਰ ਲੈਵਲ ਸਟੱਡੀ ਕਰੀਏ, ਜੇ ਕੱਢਣੀ ਹੋਵੇ ਨਹਿਰ ਤਾਂ ਇਹਨੂੰ ਚੰਡੀਗੜ੍ਹ ਦੇ ਉੱਪਰ ਦੀ ਕੱਢ ਕੇ ਜਿਹੜੇ ਸਾਡੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਨੇ ਇਹਨਾਂ ਨੂੰ ਵੀ ਪਾਣੀ ਮਿਲ ਜੇ। ਤੁਸੀਂ ਵਿਜ਼ਿਟ ਕਰਕੇ ਦੇਖਿਆ? ਅਸੀਂ ਵਿਜ਼ਿਟ ਕਰਕੇ ਦੇਖਿਆ, ਪਰ ਅਸੀਂ ਉਹਦਾ ਵਿਰੋਧ ਕੀਤਾ। ਫਿਰ ਉਹ ਜਦੋਂ ਉਹ ਵਿਰੋਧ ਕਰ ਰਹੇ ਸੀ, ਸਾਨੂੰ ਯਾਦ ਹੈ ਜਦੋਂ ਇਹ ਪੱਟਣ ਲੱਗੇ ਨਹਿਰ, ਅਸੀਂ ਪਥਰਾਲੀ ਕਿਹੜਾ ਪਿੰਡ ਹੈ ਰੋਪੜ ਦਾ, ਉੱਥੋਂ ਭਜਾਏ। ਫਿਰ ਜਿਹੜੀ ਚੂਨੀ ਵਾਲੀ ਸੜਕ ਹੈ ਇਹਦੇ ਤੇ ਆ ਕੇ ਜਿੱਥੋਂ ਕ੍ਰਾਸ ਕਰਦੇ ਆ ਉੱਥੇ ਪੱਟਣ ਲੱਗੇ, ਉੱਥੇ ਪੜਾਏ। ਫਿਰ ਉਸ ਬਰਨਾਲੇ ਦੀ ਸਰਕਾਰ ਸੀ, ਫੜ ਕੇ ਕਿਸਾਨ ਜੇਲ੍ਹਾਂ 'ਚ ਦੇਤੇ। ਤੇ ਬਰਨਾਲਾ ਸਰਕਾਰ ਨਾਲ ਸਾਡਾ ਕਾਫੀ ਗਰਮਾ ਗਰਮੀ ਨਾਲ ਗੱਲਬਾਤ ਹੋਈ, ਤਾਂ ਉਹਨਾਂ ਨੇ ਫਿਰ ਉਹ ਨਹਿਰ ਪੱਟਣੀ ਬੰਦ ਕਰਤੀ। ਔਰ ਉਹ ਤੋਂ ਬਾਅਦ ਫਿਰ ਹਾਲਾਤ ਜਿਹੜੇ ਖਰਾਬ ਹੁੰਦੇ ਚਲੇ ਗਏ ਨਹਿਰ SYL ਦੇ ਮਸਲੇ ਤੇ, ਉਹ ਸਾਰਾ ਪੰਜਾਬ ਨੇ ਭੁਗਤਿਆ, ਸਭ ਨੂੰ ਪਤਾ ਹੈ ਜੀ। ਜੇਕਰ ਰਾਜੇਵਾਲ ਸਾਹਿਬ ਕਿਸਾਨ ਨੇਤਾ ਨਾ ਹੁੰਦੇ, ਕੀ ਹੁੰਦੇ? ਨੌਕਰੀ ਕਰਦੇ ਹੁੰਦੇ ਜਾਂ ਵੱਡੀ ਕਿਸੇ ਕੰਪਨੀ ਦੇ ਕਾਰਪੋਰੇਟ ਬਣ ਕੇ CEO ਹੁੰਦੇ? ਕੀ ਹੁੰਦੇ? ਨਹੀਂ, ਮੈਨੂੰ ਪਤਾ ਨਹੀਂ, ਕੁਦਰਤ ਵਾਲਾ ਜਿੱਧਰ ਨੂੰ ਲਿਜਾਣਾ ਚਾਹੁੰਦਾ ਬੰਦਾ ਉਧਰ ਨੂੰ ਜਾਂਦਾ। ਆਪਣੇ ਬਸ ਨਹੀਂ ਬਹੁਤੀਆਂ ਗੱਲਾਂ ਹੁੰਦੀਆਂ। ਮੈਨੂੰ ਅੱਜ ਵੀ ਯਾਦ ਹੈ 1969 ਚ 68 ਦੀ ਇਲੈਕਸ਼ਨ ਤੋਂ ਬਾਅਦ ਸਰ ਕਪੂਰ ਸਿੰਘ ਨਸਰਾਲੀ ਨੇ ਮੇਰੀ, ਉਦੋਂ ਕਾਂਗਰਸ ਦੀ ਮੈਂਬਰਸ਼ਿਪ ਚੁਆਨੀ ਹੁੰਦੀ ਸੀ, ਮੇਰੀ ਉਹਨਾਂ ਨੇ ਮੈਂਬਰਸ਼ਿਪ ਕਰਕੇ ਕਾਂਗਰਸ ਦੇ ਦਫ਼ਤਰ 'ਚ ਜਮ੍ਹਾਂ ਕਰਾਤੀ। ਜਮ੍ਹਾਂ ਕਰਾ ਕੇ ਉਹਨਾਂ ਨੇ ਮੈਨੂੰ ਰਸੀਦ ਫੜਾਤੀ ਕਿ ਵੀ ਆ ਤੇਰੀ ਮੈਂਬਰਸ਼ਿਪ ਜਮ੍ਹਾਂ ਕਰਾਤੀ, ਤੂੰ ਐਕਟਿਵ ਮੈਂਬਰ ਬਣ ਗਿਆ ਤੇ ਤੂੰ ਹੁਣ ਚੋਣ ਹੋਊ, ਉਹਦੇ ਵਿੱਚ ਤੈਨੂੰ ਕੁਝ ਬਣਾਵਾਂਗੇ। ਉਦੋਂ ਸਰ ਗੁਰਦਿਆਲ ਸਿੰਘ ਕਟਾਣੀ ਹੁੰਦੇ ਸੀਗੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ, ਤੇ ਇੱਕ ਜਗਰਾਓਂ ਵੱਲ ਦੇ ਸੀਗੇ ਜ਼ਿਲ੍ਹਾ ਪ੍ਰਧਾਨ ਸੀ ਜਿਹੜੇ ਪਾਲ ਸਿੰਘ ਰੂਮੀ ਜੀ, ਉਹ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ। ਉਹਨਾਂ ਨੇ ਕਹਿਤਾ ਵੀ ਸਾਡੇ ਮੁੰਡੇ ਨੂੰ 35 ਸੱਟੇ ਪਹਿਲਾਂ ਜ਼ਿਲ੍ਹੇ ਦਾ ਕਾਂਗਰਸ ਦਾ ਜਨਰਲ ਸੈਕਟਰੀ ਬਣਾਉਣਾ ਹੈ ਜੀ। ਮੇਰਾ ਮਨ ਨਹੀਂ ਸੀ, ਨਾ ਮੈਨੂੰ ਕੋਈ ਪਤਾ ਸੀ, ਕੋਈ ਪੋਲੀਟੀਕਲ ਪਰਿਵਾਰਾਂ ਚੋਂ ਤਾਂ ਹੈ ਨਹੀਂ ਸੀ। ਮੈਨੂੰ ਭੇਜਤਾ ਵੀ ਅੱਜ ਚੋਣ ਹੈ, ਤੂੰ ਘੰਟਾ ਘਰ ਲਾ ਕੇ ਰੈਕੋਰਡ ਫਾਰਮੇਸੀ ਕੋਲ ਦਫ਼ਤਰ ਉੱਥੇ ਚਲਾ ਜਾ। ਮੈਂ ਚਲਾ ਗਿਆ। ਉੱਥੇ ਉਹਨਾਂ ਤੇ ਇਹ ਗਲਤੀ ਹੋ ਗਈ ਵੀ ਉਹਨਾਂ ਨੇ ਮੇਰਾ ਨਾਂ ਲਿਸਟ ਵਿੱਚ ਟਾਈਪ ਕਰਨਾ ਭੁੱਲ ਗਏ। ਅੱਛਾ, ਮੈਂ ਉਹਦੇ ਤੇ ਮਜਮਾ ਲਾ ਲਿਆ ਵੀ ਦੇਖੋ ਮੇਰੀ ਮੈਂਬਰਸ਼ਿਪ ਖਾ ਕੇ ਕਹੀ ਜੀ ਪਾਰਟੀ ਹੈ ਇਹ, ਚੋਰਾਂ ਦੀ ਪਾਰਟੀ ਆ। ਉਹਨਾਂ ਨੇ ਉਹਨੂੰ ਫੋਨ ਕੀਤਾ ਵੀ ਸਰ ਜੀ ਤੁਸੀਂ ਕਹਿੰਦੇ ਇਹਨੂੰ ਜਨਰਲ ਸੈਕਟਰੀ ਬਣਾਉਣਾ, ਇਹਨੇ ਤਾਂ ਪਹਿਲੇ ਦਿਨ ਮਜਮਾ ਲਾ ਲਿਆ। ਉਹ ਕਹਿੰਦੇ ਮੈਂ ਗੱਡੀ ਭੇਜਦਾ ਭਾਈ, ਇਹਨੂੰ ਗੱਡੀ 'ਚ ਸਿੱਟ ਦਿਓ। ਮੈਨੂੰ ਘਰ ਲੈ ਗਏ, ਮੈਨੂੰ ਗਾਲਾਂ ਕੱਢੀ ਜਾਣ। ਮੈਂ ਬੜਾ ਖੁਸ਼ ਵੀ ਮੈਂ ਬਚ ਕੇ ਆ ਗਿਆ। ਜੇ ਉਸ ਵੇਲੇ ਮੈਂ ਕਾਂਗਰਸ ਜੁਆਇਨ ਕੀਤੀ ਹੁੰਦੀ ਅੱਜ ਨੂੰ ਮੈਂ ਕੁਝ ਹੋਰ ਹੁੰਦਾ ਜੀ। ਬਿਲਕੁਲ 1969 ਦੀ ਜ਼ਿਲ੍ਹਾ ਜਨਰਲ ਸੈਕਟਰੀ ਕਾਂਗਰਸ ਦਾ, ਅੱਜ ਨੂੰ ਕੁਝ ਹੋਰ। ਤੇ ਮੈਂ ਕਿਸੇ ਪੋਲੀਟੀਕਲ ਪਾਰਟੀ 'ਚ ਗਿਆ ਹੀ। ਰਾਜੇਵਾਲ ਸਾਹਿਬ, ਅੱਜ ਤੁਸੀਂ ਆਪਣੀ ਲਾਈਫ ਤੋਂ ਸੈਟੀਸਫਾਈਡ ਹੋ? ਮੈਂ ਬਹੁਤ ਸੈਟੀਸਫਾਈਡ ਹਾਂ। ਦੇਖੋ, ਵਾਹਿਗੁਰੂ ਨੇ ਮੇਰੇ ਕੋਲੋਂ ਕੁਝ ਨਹੀਂ ਲੁਕੋਇਆ, ਔਰ ਮੈਂ ਸੈਟੀਸਫਾਈਡ ਇਸ ਕਰਕੇ ਹਾਂ ਵੀ ਮੈਂ ਇੱਕ ਆਮ ਅਨਪੜ੍ਹ ਕਿਸਾਨ ਦਾ ਪੁੱਤ ਹਾਂ। ਇਹ ਮੈਂ ਤੁਹਾਨੂੰ ਉੱਥੇ ਰੋਕਣਾ ਚਾਹੂੰਗਾ, ਮਾਫੀ। ਮੈਂ ਤੁਹਾਡੀ ਇੰਟਰਵਿਊ ਦੇ ਵਿੱਚ ਸੁਣਿਆ ਸੀ ਕਿ ਇੱਕ ਅਨਪੜ੍ਹ ਜੱਟ ਦੇ ਪੁੱਤ ਨੇ ਦੇਸ਼ ਦੇ 3 ਪ੍ਰਧਾਨ ਮੰਤਰੀ ਘੋਰੇ ਹੋਏ ਨੇ। ਹਾਂ, ਮੇਰੇ ਫਾਦਰ ਅਨਪੜ੍ਹ ਸੀ ਜੀ, ਤੇ ਮੈਨੂੰ ਇਹ ਦੁੱਧ ਦੀ ਐਜੀਟੇਸ਼ਨ ਸੀ। ਦੁੱਧ ਦੀ ਐਜੀਟੇਸ਼ਨ ਵਿੱਚ ਸਾਨੂੰ ਦਿੱਲੀ ਦਾ ਦੁੱਧ ਸਪਲਾਈ ਜਿਹੜੀ ਅਸੀਂ ਰੋਕਤੀ, ਅਸੀਂ ਸਫਲ ਹੋ ਗਏ ਉਹਦੇ 'ਚ। ਹਾਹਾਕਾਰ ਮਚ ਗਈ। ਇੰਦਰਾ ਗਾਂਧੀ ਸਾਡੇ ਪ੍ਰਧਾਨ ਨੂੰ ਤਾਮਿਲਨਾਡੂ ਤੋਂ ਬਾਈ ਏਅਰ ਲੈ ਕੇ ਆਈ, ਸਾਨੂੰ ਸੱਦ ਲਿਆ ਗੱਲਬਾਤ ਲਈ। ਤੇ ਮੈਂ ਚਲਾ ਗਿਆ, ਕੋਈ ਹਰਿਆਣੇ ਵਾਲੇ ਸੀ, ਕੋਈ ਸਾਰੀਆਂ ਸਟੇਟਾਂ ਵਾਲੇ ਸੀ। ਇੰਦਰਾ ਦੇ ਰੈਜ਼ੀਡੈਂਸ ਤੇ ਮੀਟਿੰਗ ਹੋਈ। ਜਦੋਂ ਅਸੀਂ ਬੈਠਣੇ ਲੱਗੇ ਉਦੋਂ ਉਧਰੋਂ ਇੰਦਰਾ ਆ ਗਈ। ਲੰਬਾ ਟੇਬਲ ਸੀਗਾ ਤੇ ਆਉਂਦੀ ਉਹ, ਮਿਸਟਰ ਨਾਰਾਇਣ ਸਵਾਮੀ ਤੂੰ ਤਾਮਿਲਨਾਡੂ ਸੀ, ਉੱਥੇ ਤਾਂ ਤੂੰ ਆਂਧਰਾ ਜਾ ਕੇ ਵਕਤ ਪਾਤਾ ਆਪਣੇ, ਤੂੰ ਕਰਨਾਟਕ ਪਾ ਖੜਾ ਕਰਤਾ, ਹੁਣ ਤੂੰ ਪੰਜਾਬ 'ਚ ਆ ਗਿਆ, ਯੂ ਆਰ ਹੈਡਿੰਗ ਫॉर ਮੀ। ਚੀਕ ਜਿਹਾ ਮਾਰ ਕੇ ਉਹਨੇ ਕਿਹਾ। ਤੇ ਬਾਕੀ ਤਾਂ ਘਬਰਾ ਗਏ। ਮੈਂ ਹੱਸ ਪਿਆ ਉੱਚੀ। ਤੇ ਮੈਨੂੰ ਮੇਰੇ ਕੋਲ ਖੜਾ ਇੱਕ ਸਾਥੀ ਮੇਜਰ ਈਸ਼ਵਰ ਦਿਆਲ ਤਿਆਗੀ ਸੀ, ਮੀਤ ਪ੍ਰਧਾਨ ਸੀ। ਉਹ ਮੈਨੂੰ ਕਹਿੰਦਾ ਤੂੰ ਹੱਸਦਾ? ਮੈਂ ਕਿਹਾ ਹੋਰ ਰੋਵਾਂ? ਸਾਡਾ ਪ੍ਰਧਾਨ ਮੰਤਰੀ ਵਾਸਤੇ ਹੈਡੇਕ ਹੈ, ਇਦੋਂ ਵੱਧ ਖੁਸ਼ੀ ਦੀ ਕੀ ਗੱਲ ਹੈ ਜੀ। ਇਹ ਮੈਂ ਉੱਚੀ ਸੁਣਾ ਕੇ ਇੰਦਰਾ ਨੂੰ ਕਿਹਾ। ਇੰਦਰਾ ਗਾਂਧੀ ਨੇ ਸੁਣਿਆ, ਉਹਨੂੰ ਫੜ ਕੇ ਪ੍ਰਧਾਨ ਨੂੰ ਇੱਕ ਪਾਸੇ ਲੈ ਗਈ। ਉਹਨੂੰ ਲਿਜਾ ਕੇ ਲੰਬਾ ਜਿਹਾ ਕਮਰਾ ਸੀ, ਉਹਦੇ 'ਚ ਦੂਸਰੇ ਪਾਸੇ ਕਦੇ ਚਾਦਰ ਜੀ ਠੀਕ ਕਰਨ ਲੱਗ ਜਾਏ, ਹੌਲੀ ਹੌਲੀ ਨਾਲ ਗੱਲਾਂ ਕਰੀਏ। ਫਿਰ ਉਹਨੂੰ ਕਹਿੰਦੀ ਹੈ ਵੀ ਤੂੰ ਇਹਦਾ ਸਾਹਿਬ ਦੁੱਧ ਦੇ ਮਸਲੇ ਤੇ ਕੌਣ ਗੱਲ ਕਰੂ ਜੀ। ਉਹ ਕਹਿੰਦਾ ਇਹ ਤਾਂ ਫਿਰ ਉਹੀ ਕਰੂ। ਉਹ ਫਿਰ ਆ ਗਈ ਜੀ, ਫਿਰ ਮੇਰੇ ਤੇ ਚੜ ਗਈ। ਉਸ ਸਾਲ ਉਹਨਾਂ ਨੇ 13 ਰੁਪਏ
ਕਣਕ ਦਾ ਭਾਅ ਵਧਾਇਆ ਸੀ 43% ਇਨਪੁਟਸ ਦੇ ਰੇਟ, ਖਾਦਾਂ ਵਗੈਰਾ ਦੇ ਰੇਟ ਵਧਾਏ ਸੀ। ਤੇ ਮੈਨੂੰ ਕਹਿੰਦੇ ਬੜਾ ਕੋਈ ਗਣਾਤਾ, ਮੈਂ ਆਹ ਕੀਤਾ ਕਿਸਾਨਾਂ ਲਈ, ਆਹ ਕੀਤਾ, ਕੀ ਤੁਸੀਂ ਚਾਹੁੰਦੇ ਹੋ ਮੈਂ ਸਭ ਕੁਝ ਵਾਪਸ ਲੈ ਲਾਂ? ਅੱਗੋਂ ਮੈਂ ਕਿਹਾ ਮੈਡਮ ਲੈ ਲੈ ਵਾਪਸ, ਕੋਈ ਉਲਾਂਭਾ ਤਾਂ ਨਾ ਰਹੂ। ਤੇ 13 ਰੁਪਏ ਤੂੰ ਸਾਨੂੰ ਦਿੱਤੇ, 43 ਸਾਤੇ ਖੋਲੇ, 30 ਤੇਰੇ ਵੱਲ ਬਕਾਇਆ ਨੇ, ਅਸੀਂ ਜਾ ਕੇ ਆਪਣੇ ਭਾਈਚਾਰੇ ਨੂੰ ਦੱਸੀਏ ਤਾਂ ਸਹੀ ਵੀ ਤੁਸੀਂ ਕੀ ਸੋਚਦੇ ਹੋ। ਉੱਚੀ ਚੱਕੀ ਫਿਰ ਉਹ ਕਹਿੰਦੀ ਮੈਨੂੰ ਤਾਂ ਪਤਾ ਲੱਗਿਆ ਤੁਸੀਂ ਗੱਲਬਾਤ ਕਰਨ ਨੂੰ ਤਿਆਰ ਨਹੀਂ। ਮੈਂ ਕਿਹਾ ਯਾਰ ਤਾਂ ਤੁਸੀਂ ਦੱਸੋ ਕਿਹਨੇ ਗੱਲ ਫੈਲਾਈ ਹੈ? ਨਹੀਂ ਮੈਂ ਦੱਸਦਾ। ਇੱਕ ਕਰਤਾਰ ਸਿੰਘ ਹੁੰਦਾ ਸੀ ਮਿਲਕ ਕਮਿਸ਼ਨਰ, ਉਹਨੇ ਇਹ ਝੂਠ ਫੈਲਾਇਆ ਸੀਗਾ। ਜਦੋਂ ਦੱਸਿਆ ਉਹਨੇ ਚੱਕਿਆ ਟੈਲੀਫੋਨ, ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਫੋਨ ਕਰਕੇ ਕਿਹਾ मैंने बात कर ली, राजेवाल साहब आएंगे कल, किसान यूनियन की सारी मांगे मान लो। फोन बंद। दूजे दिन दरबारा सिंह तक सानू खड़ा उड़ीक के ते एक तो इंदिरा गांधी ਨੂੰ ਘੂਰਿਆ ਜੀ। ਇੱਕ ਵਾਰੀ ਵੀਪੀ ਸਿੰਘ ਨੂੰ ਪਬਲਿਕਲੀ ਅਸੀਂ ਸੱਦਿਆ ਇੱਥੇ ਚੰਡੀਗੜ੍ਹ ਜੀ। ਚੰਡੀਗੜ੍ਹ 'ਚ ਇਕੱਠ ਬਹੁਤ ਵੱਡਾ ਸੀ, ਰਿਕਾਰਡ ਗੈਦਰਿੰਗ ਸੀ ਤੇ ਫੈਸਲਾ ਮੇਰੀ ਗੈਰ ਹਾਜ਼ਰੀ 'ਚ ਹੋ ਗਿਆ ਵੀ ਜੇ ਖਰੀਆਂ ਖਰੀਆਂ ਸੁਣਾਉਣੀਆਂ ਤਾਂ ਰਾਜੇਵਾਲ ਸੁਣਾ ਸਕਦਾ ਹੈ, ਇਹਨੂੰ ਪ੍ਰਧਾਨ ਮੰਤਰੀ ਤੋਂ ਪਹਿਲਾਂ ਬੁਲਾਓ ਜੀ। ਤੇ ਮੈਂ ਪ੍ਰਧਾਨ ਮੰਤਰੀ ਨੂੰ ਆਪਣੀਆਂ ਸਾਰੀਆਂ ਮੰਗਾਂ ਪੇਸ਼ ਕਰਕੇ ਇੱਕ ਗੱਲ ਕਹਿਤੀ ਅਖੀਰ 'ਚ। ਮੈਂ ਉਹਨੂੰ ਕਿਹਾ ਵੀ ਰਾਜਾ ਸਾਹਿਬ ਤੁਸੀਂ ਲੇਟ ਆਏ ਹੋ। ਰਾਜਾ ਸਾਹਿਬ ਕਹਿੰਦੇ ਸੀ ਉਹਨੂੰ, ਤੁਸੀਂ ਲੇਟ ਆਏ ਹੋ, ਇਹ ਜਿਹੜੇ ਨਾਰਥ ਇੰਡੀਆ ਵਾਲੇ ਨੇ ਇਹਨਾਂ ਦਾ ਤੇ ਸਾਊਥ ਵਾਲਿਆਂ ਦਾ ਫਰਕ ਹੈ। ਸਾਊਥ ਵਾਲੇ ਤਾਂ ਰੈਲੀ ਸ਼ੁਰੂ ਕਰਦੇ ਨੇ ਸ਼ਾਮ ਨੂੰ, ਰਾਤ ਨੂੰ ਰੈਲੀ ਹੁੰਦੀ ਹੈ, ਉਹ ਤਾਂ ਲੰਗਰ ਪਿੱਛੇ ਵੀ ਆ ਜਾਂਦੇ ਨੇ। ਇਹ ਨਹੀਂ ਇੰਨੀ ਦੇਰ ਉਡੀਕਦੇ, ਇਹ ਤਾਂ 2-4 ਘੰਟੇ ਦੀ ਰੈਲੀ ਚ ਆਉਂਦੇ ਨੇ, ਫਿਰ ਕਿੰਨਾ ਵੱਡਾ ਲੀਡਰ ਹੋਵੇ ਘਰਾਂ ਤੁਰ ਜਾਂਦੇ ਨੇ। ਪਰ ਤੁਸੀਂ ਲੇਟ ਆਏ ਹੋ ਫਿਰ ਵੀ ਉਡੀਕਦੇ ਨੇ। ਇਹਦਾ ਮਤਲਬ ਇਹ ਹੈ ਵੀ ਇਹ ਕੁਝ ਉਡੀਕ ਰੱਖਦੇ ਨੇ ਵੀ ਤੁਸੀਂ ਕੁਝ ਕਹਿ ਕੇ ਜਾਓਗੇ। ਪਰ ਮੇਰੀ ਤੁਹਾਨੂੰ ਇੱਕ ਸਲਾਹ ਹੈ ਕਿ ਉਹ ਹੀ ਜਿਹੜਾ ਤੁਸੀਂ ਕਰਨਾ ਹੈ। ਜੇ ਤੁਸੀਂ ਬੜੇ ਬੜੇ ਦਮਗਜੇ ਮਾਰ ਕੇ ਚਲੇ ਗਏ, ਪਿੱਛੋਂ ਕੀਤਾ ਕੁਛ ਨਾ, ਯਾਦ ਰੱਖਿਓ ਬਖਸ਼ਦੇ ਨਹੀਂ। ਇਹ ਫਿਰ ਤੁਹਾਨੂੰ ਏਦਾਂ ਘਰ ਨੂੰ ਤੋੜ ਦੇਣਗੇ ਜਿਵੇਂ ਫੇਲ ਹੋਇਆ ਬੱਚਾ ਬਸਤਾ ਮੋਢੇ 'ਚ ਪਾ ਕੇ ਰੋਂਦਾ ਘਰ ਨੂੰ ਜਾਂਦਾ ਹੁੰਦਾ। ਮੈਂ ਇੰਨੀ ਗੱਲ ਕਹੀ ਨਹੀਂ, ਸਾਹਮਣੇ ਲੋਕ ਨੱਚਣ ਲੱਗ ਪਏ। ਮੈਂ ਪਹਿਲੀ ਵਾਰੀ ਇਹ ਵੀ ਹੋਇਆ ਸੀਗਾ ਵੀ ਸਟੇਜ ਸੀਲ ਹੋ ਜਾਂਦੀ ਹੈ ਪ੍ਰਧਾਨ ਮੰਤਰੀ ਦੇ, ਉਦੋਂ ਪਹਿਲੀ ਵਾਰੀ ਸਟੇਜ ਸੀਲ ਨਹੀਂ ਸੀ ਹੋਈ। ਮੈਂ ਹੇਠਾਂ ਉਤਰਿਆ, ਮੈਨੂੰ ਮੀਡੀਆ ਵਾਲੇ ਚੱਕ ਕੇ ਨੱਚਣ ਲੱਗ ਗਏ। ਉਧਰੋਂ ਹਰਿਆਣੇ ਦਾ। ਉਹ ਕਿੰਨੀ ਗਈ ਸੀ ਤੁਹਾਡੀ ਉਦੋਂ? ਮੈਂ ਵਾਜ਼ ਅਰਾਊਂਡ 45। ਓਕੇ ਜੀ। ਇਹ 40 ਸਾਲ ਪੁਰਾਣੀ ਗੱਲ ਹੈ। ਉਸਨੇ 45 ਨਹੀਂ 55 ਹੋਊਗਾ ਮੈਂ ਜੀ। ਕੋਈ 30 ਸਾਲ 25 ਸਾਲ ਪੁਰਾਣੀ ਗੱਲ ਹੈ। ਇਹ 90s ਦੇ ਨੇੜੇ ਸੀ ਉਹ ਪ੍ਰਾਈਮ ਮਿਨਿਸਟਰ। ਤੋਂ ਉਹਦੇ ਵਿੱਚ ਬੜਾ ਕੁਝ ਹੋਇਆ। ਤੋਂ ਉਹ ਤੋਂ ਬਾਅਦ ਉਹਨਾਂ ਨੇ ਸਾਨੂੰ ਆਫਰ ਕੀਤੀ ਰਾਜ ਸਭਾ, ਜੀ ਸਰ ਭੁਪਿੰਦਰ ਸਿੰਘ ਮਾਨ ਨੂੰ ਰਾਜ ਸਭਾ ਨੋਮੀਨੇਟ ਕੀਤਾ ਜੀ। ਹਾਂ ਇਹ ਤੇ ਬਿਨਾਂ ਚੰਦਰ ਸ਼ੇਖਰ ਜਦੋਂ ਉਹ ਪ੍ਰਾਈਮ ਮਿਨਿਸਟਰ ਬਣੇ ਤੇ ਉਹ ਵੀ ਸਾਨੂੰ ਬਿਨਾਂ ਪੁੱਛ ਕੇ ਨਹੀਂ ਸੀ ਚੱਲਦੇ। ਆਪਣੇ ਆਈ ਕੇ ਗੁਜਰਾਲ, ਉਹਨਾਂ ਦੇ ਕੋਈ ਜ਼ਮੀਨ ਦੇ ਝਗੜੇ ਸੀ, ਕਿਸਾਨ ਨਾਲ ਠੱਗੀ ਲਾ ਲਈ, ਮੈਂ ਜਾ ਕੇ ਉਹਦੇ ਨਾਲ ਲੜ ਪਿਆ। ਉਦੋਂ ਅੰਬੈਸਡਰ ਹੁੰਦੇ ਸੀ ਰਸ਼ੀਆ 'ਚ, ਤੇ ਜੀ ਤੇਰਾ ਮਹਾਰਾਣੀ ਬਾਗ ਉਹਨਾਂ ਦੀ ਕੋਠੀ ਸੀ। ਮੈਂ ਜਾ ਕੇ ਲੜ ਪਿਆ ਵੀ ਆ ਚੱਟ ਦਾ ਘਾਣ ਪਾਤ, ਜਿਹਨੂੰ ਤੂੰ ਮੁਖਤਿਆਰਨਾਮਾ ਦਿੱਤਾ, ਪੈਸੇ ਵੀ ਲੈ ਗਿਆ, ਇੰਤਕਾਲ ਵੀ ਕਰਾ ਗਿਆ, ਇਹਨਾਂ ਨੂੰ ਰੋਜ਼ ਕਿਉਂ ਅੰਦਰ ਕਰਾਉਣਾ? ਜਦ ਉਹਨੇ ਗੱਲ ਸਮਝੀ ਫਿਰ ਉਹ ਸਿੱਧਾ ਹੋ ਗਿਆ। ਉਹ ਦੁਬਾਰਾ ਫਿਰ ਰਜਿਸਟਰੀ ਉਹਨਾਂ ਦੇ ਨਾਂ ਕਰਾਈ ਤੇ ਉਹਦੇ ਬਾਅਦ ਸਾਡਾ ਉੱਥੇ ਹੋਰ ਕੋਈ ਵਾਕਫ ਨਹੀਂ ਸੀ। ਉਹਦੀ ਜਾ ਕੇ ਕੋਠੀ ਠਹਿਰਨਾ, ਉੱਥੇ ਪਰੌਂਠੇ ਖਾਣੇ, ਫਿਰ ਅਗਲੇ ਦਿਨ ਕੰਮ ਕਰਾ ਕੇ ਵਾਪਸ। ਰਾਜੇਵਾਲ ਸਾਹਿਬ, ਸਾਰੇ ਵੱਡੇ ਤੋਂ ਵੱਡੇ ਲੀਡਰ ਤੁਹਾਡੀ ਗੱਲ ਸੁਣਦੇ ਨੇ, ਤੁਹਾਨੂੰ ਧਿਆਨ ਨਾਲ ਸੁਣਿਆ ਜਾਂਦਾ, ਕੀ ਕਾਰਨ ਸਮਝਦੇ ਉਸ ਗੱਲ ਦਾ? ਇਸ ਗੱਲ ਦਾ ਕਿ ਉਹ ਲੋਕ ਜਾਣਦੇ ਨੇ ਕਿ ਰਾਜੇਵਾਲ ਸਾਹਿਬ ਪੜ੍ਹੇ ਹੋਏ ਨੇ ਤੇ ਮਸਲੇ ਨੂੰ ਬੜਾ ਡੂੰਘੀ ਤਰੀਕੇ ਨਾਲ ਜਾਣਦੇ ਨੇ, ਸਾਡੇ ਤੋਂ ਵੱਧ ਜਾਣਦੇ ਨੇ। ਨਹੀਂ, ਇੱਕ ਗੱਲ ਹੋਰ, ਮੈਂ ਆਪਣੇ ਆਪ ਤੇ ਸੈਲਫ ਕੰਟਰੋਲ ਰੱਖਿਆ। ਮੈਨੂੰ ਕੋਈ ਇਹ ਨਹੀਂ ਕਹਿ ਸਕਦਾ, ਮੈਂ ਆਪਣੀ ਜ਼ਿੰਦਗੀ 'ਚ ਕਿਸੇ ਤੋਂ ਆਪਣੇ ਲਈ ਕੁਝ ਨਹੀਂ ਮੰਗਿਆ ਜੀ ਵੀ ਮੈਨੂੰ ਕੋਈ ਅਹੁਦਾ ਦੇ ਦਿਓ, ਮੈਨੂੰ ਕੋਈ ਚੇਅਰਮੈਨ ਲਾ ਦਿਓ। ਮੈਂ ਕਦੀ, ਜੇ ਮੈਨੂੰ ਕਿਸੇ ਨੇ ਕੋਈ ਆਫਰ ਕੀਤਾ, ਵੀ ਫਾਦਰ ਨੇ ਆਫਰ ਕੀਤਾ ਸੀ, ਆਈ ਰਿਫਿਊਜ਼ਡ। ਮੈਨੂੰ ਕਿਹਾ ਮੈਂ ਇਹਦੇ ਵਾਸਤੇ ਫਿੱਟ ਨਹੀਂ, ਮੈਂ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰ ਸਕਦਾ। ਇੱਕ ਗੱਲ। ਦੂਸਰੀ, ਇਹ ਠੀਕ ਹੈ, ਮੇਰੀ ਸਾਰੀ ਉਮਰ ਦੀ ਆਦਤ ਰਹੀ ਹੈ, ਮੈਂ ਪ੍ਰਿਪੇਅਰ ਹੋ ਕੇ ਜਾਣਾ ਜਦੋਂ ਕਿਤੇ ਗੱਲਬਾਤ ਲਈ ਜਾਣਾ ਹੈ। ਤੇ ਮੈਂ ਨਾਲ ਇਹ ਵੀ ਖਿਆਲ ਰੱਖਦਾ ਵੀ ਆਪਣਾ ਟੈਂਪਰ ਲੂਜ਼ ਨਹੀਂ ਕਰਨਾ ਜੀ। ਪਰ ਕਹਿੰਦੇ ਕਿ ਥੋੜਾ ਜਿਹਾ ਰਾਜੇਵਾਲ ਸਾਹਿਬ ਐਗਰੈਸਿਵ ਹੈਗੇ ਨੇ। ਐਗਰੈਸਿਵ, ਮੈਂ ਆਪਣਾ ਕੇਸ ਪੁੱਟ ਅਪ ਕਰਨ ਨੂੰ ਐਗਰੈਸਿਵ ਡਿਬੇਟ, ਇਹ ਵੀ ਆਪੋ ਆਪਣਾ ਢੰਗ ਹੈ। ਮੈਂ ਇਹ ਇੰਦਰਾ ਗਾਂਧੀ ਤੋਂ ਸਿੱਖਿਆ। ਤੁਸੀਂ ਪਲੱਸ ਪੁਆਇੰਟ? ਮੈਂ ਇੰਦਰਾ ਗਾਂਧੀ ਤੋਂ ਸਿੱਖਿਆ। ਉਹ ਮੈਨੂੰ ਪਹਿਲਾਂ ਹੀ ਕੁਝ ਸੱਜਣਾਂ ਨੇ ਦੱਸਿਆ ਵੀ ਉਹਦਾ ਤਰੀਕਾ ਇਹ ਹੈ ਵੀ ਜਦੋਂ ਬੰਦਾ ਜਾਂਦਾ ਹੈ ਉਹ ਚੜ੍ਹਾਈ ਲੈ ਕੇ ਪੈ ਜਾਂਦੀ ਹੈ ਅਗਲੇ ਨੂੰ ਟੁੱਟ ਕੇ। ਇੱਕ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਬਦਬਾ ਹੁੰਦਾ ਹੈ, ਫਿਰ ਉਹ ਜਦੋਂ ਟੁੱਟ ਕੇ ਪੈਂਦੀ ਹੈ ਬੰਦਾ ਕੰਬਣ ਲੱਗ ਜਾਂਦਾ ਹੈ, ਫਿਰ ਉਹ ਆਪਣੀ ਸ਼ਰਤਾਂ ਡਿਕਟੇਟ ਕਰਾ ਲੈਂਦੀ ਹੈ। ਤੇ ਮੈਂ ਕਿਹਾ ਜੇ ਇਹ ਤਰੀਕਾ ਆਪ ਅਡਾਪਟ ਕਰ ਲਿਆ ਜਾਏ, ਜੇ ਤੁਸੀਂ ਅਗਰੈਸਿਵ ਹੋ ਕੇ ਪੈ ਜਾਓ ਅਗਲੇ ਨੂੰ, ਜੇ ਤੁਸੀਂ ਠੀਕ ਹੋ ਤੁਸੀਂ ਅਗਰੈਸਿਵਲੀ ਪਾਓ, ਤੇ ਉਹਨਾਂ ਦੇ ਕੋਲ ਕੋਈ ਲਾਜਿਕ ਨਹੀਂ ਹੁੰਦਾ, ਫਿਰ ਉਹ
ਛਿੜਕ ਜਾਂਦੇ ਨੇ, ਤੇ ਮੈਂ ਇਹ ਹਮੇਸ਼ਾ ਇਹਦੇ ਵਿੱਚ ਸਫਲ ਰਿਹਾ ਜੀ। ਮੈਂ ਤੁਹਾਡੇ ਤੋਂ ਸਿੱਖ ਲਿਆ ਜੀ। ਤੇ ਰਾਜੇਵਾਲ ਸਾਹਿਬ, ਜਿਹੜੇ ਹੁਣ ਸਾਡੀ ਏਜ ਦੇ ਲੋਕ ਨੇ 90 ਤੋਂ ਬਾਅਦ ਦੇ ਹੈਗੇ ਨੇ, ਤੇ ਉਹ ਕਿਸਾਨ ਇਸ ਮੂਵਮੈਂਟ ਦੇ ਵਿੱਚੋਂ ਨਿਕਲੇ ਨੇ। ਪੰਜਾਬ ਦੇ ਵਿੱਚ ਤਮਾਮ ਤਰ੍ਹਾਂ ਦੇ ਲੀਡਰ ਨੇ, ਹਰਿਆਣੇ 'ਚ ਵੀ ਹੈਗੇ ਨੇ ਮੁੰਡੇ ਉਹ, ਜੋ ਸੁਹਿਰਦਤਾ ਦੇ ਨਾਲ ਕਹਿੰਦੇ ਨੇ ਕਿ ਅਸੀਂ ਕਿਸਾਨੀ ਮਸਲੇ ਚੱਕਾਂਗੇ, ਕਿ ਅਸੀਂ ਕਿਸਾਨਾਂ ਲਈ ਲੜਾਂਗੇ। ਤੁਸੀਂ ਕੀ ਉਹਨਾਂ ਨੂੰ ਸੁਝਾਅ ਦੇਣਾ ਚਾਹੋਗੇ ਆਪਣੀ ਜ਼ਿੰਦਗੀ? ਦੇਖੋ, ਮੈਂ ਇੱਕ ਬੇਨਤੀ ਕਰਾਂ, ਮੈਂ ਸਾਰੀ ਉਮਰ ਬਿਜ਼ੀ ਰਿਹਾ, ਮੈਂ ਬੈਠਾ ਇਕੱਲਾ ਕਿਸਾਨ ਯੂਨੀਅਨ ਦਾ ਨਹੀਂ ਕੰਮ ਕੀਤਾ। ਮੈਂ ਇੱਕ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ ਹੈ ਜੀ। ਮੈਂ ਨਸ਼ਿਆਂ ਦੀ, ਜਦੋਂ ਕੁੜੀਆਂ ਦੇ ਨਸ਼ੇ ਹੁੰਦੇ ਸੀ, ਉਦੋਂ ਪੰਜਾਬ 'ਚ ਇਹਨਾਂ ਨਸ਼ਿਆਂ ਦਾ ਵਿਰੋਧ ਕਰਨ ਵਾਲਾ ਪਹਿਲਾ ਆਦਮੀ ਪੰਜਾਬ 'ਚ ਮੈਂ ਸੀ, ਜਿਹਨੇ ਥਾਂ ਥਾਂ ਜਲੂਸ ਕੱਢੇ। ਉਹਦੇ ਬਾਅਦ ਫਿਰ ਸਾਰੇ ਥਾਂ ਹੀ ਪੰਜਾਬ ਵਿੱਚ ਇੱਕ ਮੁਹਿੰਮ ਚੱਲ ਪਈ, ਤੇ ਮੈਂ ਸਮਝ ਗਿਆ ਵੀ ਹੁਣ ਲੋਕੀ ਤੁਰ ਪਏ, ਹੁਣ ਸਿਰੇ ਲੱਗੂ। ਇਹੀ ਨਹੀਂ, ਐਜੂਕੇਸ਼ਨ ਦੇ ਫੀਲਡ 'ਚ ਮੈਂ 15 ਸਾਲ ਤੋਂ ਇੱਕ ਕਾਲਜ ਦੀ ਮੈਨੇਜਮੈਂਟ ਦਾ ਪ੍ਰਧਾਨ ਹਾਂ। ਡੁੱਬਿਆ ਹੋਇਆ ਕਾਲਜ ਮੈਂ ਚਲਾਇਆ ਸੀ। ਹੁਣ ਸਰਕਾਰ ਦੀ ਨਵੀਂ ਪਾਲਿਸੀ ਦੇ ਨਾਲ ਸਾਰੀ ਐਜੂਕੇਸ਼ਨ ਡੁੱਬ ਰਹੀ ਹੈ, ਔਰ ਮੈਨੂੰ ਲੱਗਦਾ ਡੁੱਬ ਜਾਣੀ ਹੈ ਸਾਰੀ ਐਜੂਕੇਸ਼ਨ ਨਹੀਂ ਜਿਹੜੀ ਹੈ ਪੰਜਾਬ 'ਚ। ਔਰ ਭਗਤ ਪੂਰਨ ਸਿੰਘ ਮੇਰੇ ਪਿੰਡ ਦੇ ਸੀ, ਉਹ ਮੇਰੇ ਰੋਲ ਮਾਡਲ ਨੇ। ਮੈਂ ਬਚਪਨ ਤੋਂ ਉਹਨਾਂ ਦੇ ਨੇੜੇ ਰਿਹਾ। ਉਹਨਾਂ ਦੇ ਨਾਂ ਤੇ ਅਸੀਂ ਇੱਕ ਸਕੂਲ ਚਲਾਉਂਦੇ, ਸਕੂਲ ਦਾ ਨਾਂ ਹੈ। ਮੈਂ ਅਨੇਕਾਂ ਮੈਡੀਕਲ ਕੈਂਪ ਲਵਾਏ, ਜਿਹਦੇ ਵਿੱਚ ਸਿਰਫ ਇਹ ਨਹੀਂ ਵੀ ਡਾਕਟਰਾਂ ਨੂੰ ਚੈੱਕਅਪ ਕਰਵਾਤਾ, ਉਹਦੇ ਬਾਅਦ ਜਿਹੜੇ ਕੋਈ ਗਰੀਬ ਨੂੰ, ਕਿਸੇ ਨੂੰ ਲੋੜ ਸੀ, ਉਹਨੂੰ ਦਵਾਈ ਦੇਣੀ, ਉਹਦਾ ਇਲਾਜ ਕਰਾਉਣ ਤੱਕ, ਅਖੀਰ ਤੱਕ ਉਹਦੀ ਮਦਦ ਕਰਦੇ ਰਹੇ। ਤਾਂ ਮੈਂ ਆਈ ਹੈਵ ਬੀਨ ਡੂਇੰਗ ਵਨ ਥਿੰਗ ਔਰ ਦੀ ਅਦਰ, ਕੁਛ ਨਾ ਕੁਛ। ਪਹਿਲਾਂ ਮੈਂ ਬੈਠਿਆ ਹੀ ਨਹੀਂ ਇੱਕ ਗੱਲ। ਦੂਸਰਾ, ਮੈਂ ਪੜ੍ਹਨਾ ਨਹੀਂ ਛੱਡਿਆ ਜੀ। ਅੰਦੋਲਨ ਹੋਵੇ ਨਾ ਹੋਵੇ, ਮੈਂ ਫੇਰ ਵੀ ਪੜ੍ਹਨਾ, ਜਿੱਥੋਂ ਤੁਹਾਨੂੰ ਓਪਰਚੁਨਿਟੀ ਨਜ਼ਰ ਆਉਂਦੀ ਸੀ। ਹਾਂ, ਜਿੱਥੇ ਮੈਨੂੰ ਜਿਹੜਾ ਠੀਕ ਲੱਗੇ, ਜਿਹੜਾ ਮੇਰੇ ਫੀਲਡ ਦਾ ਘੱਟੋ ਘੱਟ, ਉਹ ਤਾਂ ਮੈਂ ਛੱਡਦਾ ਨਹੀਂ, ਉਹ ਤਾਂ ਮੈਂ ਪੜ੍ਹਦਾ। ਤਾਂ ਇਹਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਇੱਕ ਮੈਂ ਹਮੇਸ਼ਾ ਹੀ ਆਪਣੇ ਮਨ ਵਿੱਚ ਰੱਖਿਆ ਵੀ ਮਨੁੱਖ ਅਖੀਰ ਤੱਕ ਕੁਝ ਸਿੱਖਦਾ ਹੈ, ਅਖੀਰ ਤੱਕ ਸਟੂਡੈਂਟ ਬਣਿਆ ਰਹੇ, ਤੁਹਾਨੂੰ ਕੁਝ ਲੱਭਦਾ ਹੈ। ਮੈਂ ਨਵੀਂ ਪੀੜ੍ਹੀ ਨੂੰ ਇਹੀ ਬੇਨਤੀ ਕਰਾਂਗਾ, ਲੀਡਰ ਕੋਈ ਨਹੀਂ ਬਣਾਉਂਦਾ, ਲੀਡਰ ਤੁਹਾਡਾ ਕੰਮ ਬਣਾਏਗਾ। ਜੇ ਕਿਸੇ ਦੇ ਬਣਾਏ ਹੋਏ ਉਹ ਜਿੱਦਣ ਉਹਨੇ ਖੋਲੀ, ਫਿਰ ਤੁਹਾਡੇ ਪੈਰ ਨਹੀਂ ਲੱਗਣੇ। ਜੇ ਤੁਸੀਂ ਆਪਣੇ ਮਿਹਨਤ ਦੇ ਸਿਰ ਤੇ ਲੀਡਰ ਬਣੋਗੇ, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ। ਜੇ ਹਿਲਾਊਗਾ, ਉਹਦੀ ਕੁਰਸੀ ਹਿੱਲ ਜਾਏਗੀ। ਇਸ ਕਰਕੇ ਲੀਡਰ ਬਣਨਾ, ਪਹਿਲਾਂ ਤਾਂ ਆਪਣੇ ਆਪ ਨੂੰ ਤਿਆਰ ਕਰੋ, ਮਿਹਨਤ ਕਰੋ, ਸੱਚ ਤੇ ਆਧਾਰਿਤ ਹੋ। ਜਿੱਦਣ ਤੁਸੀਂ ਝੂਠ ਦਾ ਪੱਲਾ ਫੜ ਲਿਆ, ਫਿਰ ਵੀ ਗਏ। ਮੈਂ ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਜਿੰਨਾ ਕੁਝ ਕੀਤਾ ਹੈ, ਤੋਂ ਮੈਂ ਫੁੱਲੀ ਸੈਟਿਸਫਾਈਡ ਹਾਂ। ਮੇਰੇ ਬੱਚੇ ਵੈਲ ਸੈਟਲਡ ਨੇ। ਮੈਂ ਉਹਨਾਂ ਨੂੰ ਜਿਹੜਾ ਕੁਝ ਮੈਂ ਨਹੀਂ ਲੈ ਸਕਿਆ, ਮੈਂ ਉਹ ਤੋਂ ਵਧੀਆ ਉਹਨਾਂ ਨੂੰ ਟੌਪ ਕੁਆਲਿਟੀ ਐਜੂਕੇਸ਼ਨ ਦਿੱਤੀ ਆ। ਆਪਣੇ ਭਤੀਜਿਆਂ ਨੂੰ, ਆਪਣੇ ਬੱਚਿਆਂ ਨੂੰ, ਸਾਰੇ ਆਪੋ ਆਪਣੇ ਥਾਂ ਹੀ ਵੈਲ ਸੈਟਲਡ ਨੇ। ਬਿਜ਼ਨਸ ਹੈ, ਵੈਲ ਸੈਟਲਡ ਨੇ। ਤੇ ਸਿਰਫ ਇੱਕੋ ਹੈ ਜ਼ਿੰਦਗੀ ਦਾ ਮਨੋਰਥ, ਇੱਕ ਤਾਂ ਸੱਚ ਦਾ ਪੱਲਾ ਨਾ ਛੱਡੋ, ਬੇਈਮਾਨੀ ਕਿਸੇ ਨਾਲ ਨਾ ਕਰੋ। ਜੋ ਤੁਹਾਡਾ ਹੈ ਉਹ ਤੁਹਾਨੂੰ ਮਿਲਣਾ ਹੀ ਹੈ। ਜੋ ਕੁਦਰਤ ਨੇ ਤੁਹਾਡੇ ਹਿੱਸੇ ਲਿਖਤਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਜੇ ਤੁਸੀਂ ਕਿਸੇ ਦਾ ਕਹੋਗੇ, ਉਹ ਤੁਹਾਡਾ ਕਈ ਗੁਣਾ ਨੁਕਸਾਨ ਕਰ ਜਾਏਗਾ। ਇਸ ਕਰਕੇ ਇਮਾਨਦਾਰ ਰਹੋ, ਅਕਾਲ ਪੁਰਖ ਤੇ ਵਿਸ਼ਵਾਸ ਰੱਖੋ। એનર્ਜੀ ਮਤਲਬ ਸੋਰਸ ਕੀ ਹੈ એનર્ਜੀ ਦਾ? ਕਿਉਂਕਿ ਇਸ ਉਮਰ ਦੇ ਵਿੱਚ ਵੀ ਇੰਨੀ ਐਕਟੀਵਿਟੀ ਰੱਖਣੀ, ਰਾਜੇਵਾਲ ਸਾਹਿਬ। ਜੇ ਮੈਂ ਇਹ ਵੀ ਸਮਝਦਾ, ਜਿਹੜੇ ਮੇਰੀ ਉਮਰ ਦੇ ਸੱਜਣ, ਮੇਰੇ ਹਾਣੀ ਬਹੁਤ ਸਾਰੇ ਬੈਠੇ ਨੇ, ਜਦੋਂ ਬੰਦਾ ਬਹਿ ਜਾਂਦਾ, ਫਿਰ ਸਮਝੋ ਕਿਆ, ਫਿਰ ਐਨਰਜੀ ਤੁਹਾਡੀ ਆਪਣੇ ਆਪ। ਆਪਣੇ ਕਦੇ ਕੰਫਰਟ ਜ਼ੋਨ ਦੇ ਵਿੱਚ ਨਹੀਂ ਰਹੇ, ਬਾਹਰ ਨਿਕਲ ਕੇ ਚੱਲੇ ਹਮੇਸ਼ਾ। ਮੈਂ ਕਦੇ, ਮੈਨੂੰ ਘਰ ਬੈਠ ਕੇ ਦਿਹਾੜੀ ਕੱਢਣੀ ਬਹੁਤ ਔਖੀ ਹੈ ਜੀ। ਮੈਂ ਕੁਛ ਨਾ ਕੁਛ ਕਰਦਾ ਰਹਿਣਾ। ਮੈਂ ਆਪਣੇ ਆਪ ਨੂੰ ਹਮੇਸ਼ਾ ਬਿਜ਼ੀ ਰੱਖਿਆ। ਮੈਂ ਇਸ ਗੱਲ ਤੋਂ ਬਹੁਤ ਸਿੱਖਦਾ ਕਿ ਬਹੁਤ ਸਾਰੇ ਜਿਹੜੇ ਸਾਥੀ, ਦੋਸਤ, ਐਮਪਲਾਈਜ਼ ਸੀਗੇ, ਨੌਕਰੀ ਕਰਦੇ ਸੀ, ਜਦੋਂ ਰਿਟਾਇਰ ਹੋਏ, ਸਾਰੀ ਉਮਰ ਤਾਂ ਸਲੂਟ ਖਾਦੇ ਹੁੰਦੇ ਆ, ਬਾਅਦ 'ਚ ਕੋਈ ਮਿਲਣ ਵੀ ਨਹੀਂ ਜਾਂਦਾ। ਉਹ ਫਿਰ ਇਸੇ ਗੱਲ ਵਿੱਚ ਅੰਦਰ ਸੁੰਗੜ ਕੇ ਬਹਿ ਜਾਂਦੇ ਨੇ, ਛੇਤੀ ਦੇ ਕੇ ਚਲੇ ਜਾਂਦੇ ਨੇ। ਤਾਂ ਆਪਣੇ ਆਪ ਨੂੰ ਕੁਛ ਨਾ ਕੁਛ ਸਮਾਜ ਲਈ ਕਰਦੇ ਰਹੋ। ਦੇਖੋ, ਤੁਸੀਂ ਜਦੋਂ ਜਾਓਗੇ, ਸਮਾਜ ਨੇ ਥੋੜੀ ਘੋਖ ਕਰਨੀ ਹੁੰਦਾ। ਭੋਗਾਂ ਤੇ ਜਿਵੇਂ ਰਿਵਾਜ ਹੋ ਗਿਆ, ਸਪੀਚਾਂ ਹੁੰਦਾ ਹੀ ਝੂਠ ਬੋਲ ਜਾਣਾ, ਗੱਲ ਅਲੱਗ ਹੈ। ਪਰ ਜੇ ਤੁਸੀਂ ਕਰਕੇ ਜਾਓਗੇ, ਤਾਂ ਲੋਕੀ ਯਾਦ ਕਰਦੇ ਨੇ ਵੀ ਆਹ ਬੰਦਾ ਕੁਝ ਕਰਕੇ ਗਿਆ ਸੀ। ਇਹ ਤੁਹਾਡੀ ਇੱਕ ਅਸੈਟ ਹੈ। ਜਾਇਦਾਦ ਤੁਹਾਡੀ ਕਿਸੇ ਨੇ ਨਹੀਂ ਦੇਖਣੀ, ਪੈਸਾ ਕਮਾਇਆ ਕਿਸੇ ਨੇ ਨਹੀਂ ਦੇਖਣਾ, ਤੁਹਾਡੇ ਕੰਮ ਦੇਖਣੇ ਆ। ਤੁਸੀਂ ਕਿੱਦਾਂ ਦਾ ਤੁਹਾਡਾ ਕਰੈਕਟਰ ਸੀ, ਉਹ ਦੇਖਣਾ ਲੋਕਾਂ ਨੇ। ਵੀ ਕਿਤੇ ਇਹ ਤਾਂ ਨਹੀਂ ਹੈ ਵੀ ਇਹ ਲੋਕਾਂ ਨੂੰ ਲੁੱਟ ਕੇ ਖਾ ਗਿਆ। ਤਾਂ ਬਹੁਤ ਸਾਰੇ ਲੋਕ ਤੁਹਾਡੇ ਤੇ ਉਂਝਾਂ ਲਾਉਣਗੇ ਜੀ। ਮੈਂ ਇੱਕ ਗੱਲ ਸਿੱਖੀ, ਮੇਰੇ ਇੱਕ ਭਰਾ ਆਰਮੀ ਚੋਂ ਅਫਸਰ ਰਿਟਾਇਰ ਹੋਏ, ਕਰਨਲ ਰਿਟਾਇਰ ਹੋਏ। ਉਹਨਾਂ ਨੇ ਮੈਨੂੰ, ਜਦੋਂ ਮੈਂ ਇੱਧਰ ਨੂੰ ਤੁਰਿਆ, ਮੈਨੂੰ ਇੱਕ ਗੱਲ ਕਹੀ। ਮੈਂ ਉਹਨਾਂ ਕੋਲ ਗਿਆ ਰਾਤ ਨੂੰ, ਉਹਨਾਂ ਨੇ ਮੇਰੇ ਤੇ ਭਾਸ਼ਣ ਝਾੜਤਾ, ਤੂੰ ਕਿਹੜੇ ਰਾਹ ਤੁਰ ਪਿਆ? ਜਦੋਂ ਅੱਧੀ ਰਾਤ ਤੇ ਲੱਗੇ ਰਹੇ, ਮੈਂ ਕੁਛ ਨਾ ਬੋਲਿਆ। ਵੱਡੇ ਸੀ, ਸਵੇਰੇ ਮੈਨੂੰ ਚਾਹ ਦੇ ਕੱਪ 2 ਨਹੀਂ ਆਉਂਦੇ ਨੇ। ਮੈਨੂੰ ਕਹਿੰਦੇ, ਮੈਨੂੰ ਪਤਾ ਹੁਣ ਤੂੰ ਹਟਣਾ ਨਹੀਂ, ਮੈਂ ਤੈਨੂੰ 2 ਗੱਲਾਂ ਕਹਿਣੀਆਂ।
ਚੰਗੀਆਂ ਲੱਗਣਗੀਆਂ ਅਡਾਪਟ ਕਰ ਲਈ, ਨਹੀਂ ਤੇਰੀ ਮਰਜ਼ੀ, ਇੱਥੇ ਛੱਡ ਜੀ। ਕਹਿੰਦੇ ਇੱਕ ਤਾਂ ਗੱਲ ਇਹ ਖਿਆਲ ਰੱਖੀ ਬਈ ਜਦੋਂ ਤੂੰ ਪਬਲਿਕ ਲਾਈਫ ਤੁਰੇਂਗਾ ਤਾਂ ਲੋਕਾਂ ਦੇ ਕੰਮਾਂ ਨੂੰ, ਲੋਕਾਂ ਨੇ ਤੇਰੇ ਕੋਲ ਆਉਣਾ, ਆਪਣੀ ਜੇਬ ਦੇਖ ਕੇ ਤੁਰੀ, ਦੂਸਰੇ ਦੀ ਜੇਬ ਵੱਲ ਦੇਖ ਕੇ ਨਹੀਂ ਤੁਰਨਾ। ਮੈਂ ਸਾਰੀ ਉਮਰ ਕਦੇ ਇਹ ਦੇਖ ਕੇ ਨਹੀਂ ਤੁਰਿਆ ਵੀ ਮੇਰਾ ਖਰਚਾ ਕਰੂ, ਮੇਰਾ ਕਿਰਾਇਆ ਲਾਊ, ਮੇਰਾ ਰੋਟੀ ਦਾ ਖਰਚਾ ਦਊ ਤਾਂ ਮੈਂ ਕੰਮ ਜਾਣਾ। ਮੇਰੀ ਪਹਿਲੀ ਗੱਲ ਇਹ ਹੁੰਦੀ ਹੈ ਵੀ ਭਰਾ ਤੂੰ ਮੈਨੂੰ ਕੰਮ ਕਹਿ ਗਿਆ, ਮੈਂ ਤੈਨੂੰ ਕਰਕੇ ਦੱਸੂ ਜੀ, ਜਾਂ ਜੇ ਤੂੰ ਮੇਰੇ ਨਾਲ ਜਾਣਾ, ਮੇਰੀ ਜਿੱਦ ਹੈ, ਫਿਰ ਤੇਰਾ ਕਿਰਾਇਆ ਵੀ ਮੈਂ ਖਰਚੂ। ਮੈਂ ਅੱਜ ਤੱਕ ਜ਼ਿੰਦਗੀ 'ਚ ਕਿਸੇ ਤੋਂ ਨਾ ਆਪਣੀ ਗੱਡੀ 'ਚ ਤੇਲ ਪਵਾਇਆ, ਨਾ ਕਿਸੇ ਦੇ ਬੱਸ ਦਾ ਕਿਰਾਇਆ ਲਿਆ, ਨਾ ਕਿਸੇ ਦੇ ਖਰਚੇ ਤੇ ਰੋਟੀ ਖਾਧੀ। ਕੰਮ ਕੀਤਾ ਜਿੰਨਾ ਹੋਇਆ, ਫਿਰ ਕਦੇ ਝੂਠ ਨਹੀਂ ਬੋਲੇ। ਇਹ ਨਹੀਂ ਵੀ ਮੈਂ ਤੇਰਾ ਜਾਇਆ ਵੀ ਮੈਂ ਇੱਧਰ ਜਾ ਕੇ ਇੱਧਰ ਦੀ ਮੁੜਿਆ, ਏਦਾਂ ਨਹੀਂ ਕਦੇ। ਜੋ ਹੋਇਆ ਉਹਨਾਂ ਨੂੰ ਦੱਸਣਾ। ਇੱਕ ਤਾਂ ਇਹ। ਦੂਸਰੀ ਗੱਲ ਉਹਨੇ ਮੈਨੂੰ ਇੱਕ ਸਮਝਾਈ ਜਿਹੜੀ ਅੱਜ ਤੱਕ ਮੈਂ ਫੋਲੋ ਕਰਦਾ। ਉਹਨੇ ਕਿਹਾ ਵੀ ਸ਼ਾਮ ਨੂੰ 5-7 ਮਿੰਟ ਆਪਣੇ ਲਈ ਕੱਢ ਲਓ ਸੌਣ ਵੇਲੇ। ਸੋਚੋ ਅੱਜ ਦਿਨ ਵਿੱਚ ਮੈਂ ਕੀ ਕੀਤਾ ਹੈ, ਲੋਕ ਕੀ ਕਹਿੰਦੇ ਨੇ, ਮੈਂ ਠੀਕ ਕੀਤਾ ਗਲਤ ਕੀਤਾ, ਇਹ ਸੋਚੋ। ਫਿਰ ਲੋਕ ਕੀ ਕਹਿੰਦੇ ਨੇ, ਜੇ ਲੋਕ ਕਹਿੰਦੇ ਨੇ ਉਹ ਦੇਖੋ, ਜੇ ਤਾਂ ਉਹ ਠੀਕ ਹੈ ਫਿਰ ਤਾਂ ਆਪਣੇ ਆਪ ਸੁਧਾਰ ਕਰੋ। ਜੇ ਤੁਹਾਨੂੰ ਲੱਗਦਾ ਵੀ ਲੋਕ ਗਲਤ ਕਹਿੰਦੇ ਨੇ, ਫਿਰ ਕਹੋ ਵੀ ਹਾਥੀ ਤੁਰੇ ਜਾਂਦੇ ਨੇ, ਕੁੱਤੇ ਭੌਂਕੀ ਜਾਂਦੇ ਨੇ, ਫਿਰ ਪਰਵਾਹ ਨਾ ਕਰੋ। ਇਸ ਕਰਕੇ ਮੈਨੂੰ ਤਾਂ ਇਹ ਦੋਨੋਂ ਫਾਰਮੂਲਿਆਂ ਨੇ ਜ਼ਿੰਦਗੀ 'ਚ ਪੇ ਕੀਤਾ। ਕਹਿਣ ਵਾਲੇ ਨੇ ਆਪਣਾ ਕੰਮ ਕਰਨਾ, ਕਹੀ ਜਾਣਾ, ਪਰ ਮੈਂ ਆਈ ਐਮ ਫੁੱਲੀ ਸੈਟਿਸਫਾਈਡ ਫਰੋਮ ਮਾਈ ਲਾਈਫ। ਜੀ ਬਿਲਕੁਲ। ਰਾਜੇਵਾਲ ਸਾਹਿਬ, ਪੰਜਾਬ ਦੀ ਕਿਸਾਨੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਾਂਦੇ ਜਾਂਦੇ? ਕਿਉਂਕਿ ਇਸ ਕਰਕੇ ਕਿਉਂਕਿ ਆਪਾਂ ਕਿਸਾਨੀ ਪਰਿਵਾਰਾਂ ਦੇ ਨਾਲ ਸੰਬੰਧਿਤ ਹਾਂ। ਭਾਵੇਂ ਆਪਾਂ 50 ਕਿੱਲਿਆਂ ਦੀ ਖੇਤੀ ਕਰਦੇ ਹੋਈਏ ਜਾਂ 5 ਕਿੱਲਿਆਂ ਦੀ ਖੇਤੀ ਕਰਦੇ ਹੋਈਏ ਜਾਂ 100 ਕਿੱਲੇ ਦੀ, ਕੰਮ ਤਾਂ 2 ਮਹੀਨੇ ਹੁੰਦਾ, 10 ਮਹੀਨੇ ਕਿਸਾਨ ਤੇ ਕਿਸਾਨੀ ਨੌਜਵਾਨੀ ਵਿਹਲੀ ਰਹਿੰਦੀ ਹੈ। ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਸਾਨੂੰ ਕਿਸਾਨੀ ਦੇ ਨਾਲ ਨਾਲ ਕੁਝ ਹੋਰ ਜ਼ਰੂਰ ਅਡੋਪਟ ਕਰਨਾ ਚਾਹੀਦਾ? ਇਹ ਵੀ ਕਰਨਾ ਚਾਹੀਦਾ, ਪਰ ਮੇਰੀ ਇੱਕ ਬੇਨਤੀ ਆਪਣੇ ਭਾਈਚਾਰੇ ਨੂੰ, ਸਾਦਾ ਖਾ ਲਓ, ਸਾਦਾ ਪਹਿਨ ਲਓ। ਮੈਂ ਕੋਈ ਬਹੁਤ ਵੱਡਾ ਆਦਮੀ ਨਹੀਂ ਸੀ। ਮੈਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਆਪਣੀ ਪਿੱਛੋਂ ਵੱਧ ਔਰ ਵਧੀਆ ਟੌਪ ਕੁਆਲਿਟੀ ਐਜੂਕੇਸ਼ਨ ਦਵਾਈ, PPS ਨਾਭੇ ਪੜ੍ਹਾਏ, ਔਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਢਿੱਲ ਲਾ ਦਿਓ। ਉਹਨਾਂ ਨੂੰ ਇੱਕ ਵਧੀਆ ਮਨੁੱਖ ਬਣਾਓ, ਉਹਨਾਂ ਨੂੰ ਸੰਸਕਾਰ ਚੰਗੇ ਦਿਓ, ਉਹ ਆਪਣੇ ਆਪ ਜ਼ਿੰਦਗੀ 'ਚ ਸੈਟਲ ਹੋ ਜਾਣਗੇ। ਇੱਕ ਗੱਲ। ਦੂਸਰੀ, ਇੱਕ ਜਿਹੜੀ ਦੌੜ ਲੱਗੀ ਨਾ ਅੱਜ ਕੈਨੇਡਾ ਦੀ, ਤੁਸੀਂ ਆਪਣੇ ਬੱਚਿਆਂ 'ਚ ਵਿਸ਼ਵਾਸ ਪੈਦਾ ਕਰੋ। ਜਿਹੜਾ ਤੁਸੀਂ 25-50 ਲੱਖ ਰੁਪਈਆ ਲਾ ਕੇ ਆਪਣੇ ਬੱਚੇ ਨੂੰ ਉੱਥੇ ਭੇਜ ਦਿਓ, ਇਸ ਵੇਲੇ ਤੁਹਾਡੇ ਬੱਚੇ ਉੱਥੇ ਬਹੁਤ ਦੁਖੀ ਨੇ, ਉਹ ਤੁਹਾਨੂੰ ਦੱਸਦੇ ਨਹੀਂ। ਤੁਸੀਂ ਉਹੀ 25 ਲੱਖ ਰੁਪਏ ਨਾਲ ਉਹਨੂੰ ਇੱਥੇ ਉਹਦੀ ਨਿਗਰਾਨੀ ਰੱਖੋ ਵੀ ਕੰਮ ਕਰਦਾ, ਠੀਕ ਕਰਦਾ, ਉਹਨੂੰ ਇੱਥੇ ਕੋਈ ਕਾਰੋਬਾਰ ਸ਼ੁਰੂ ਕਰਾ ਦਿਓ 25 ਲੱਖ ਨਾਲ। ਕੈਨੇਡਾ ਜਿੰਨੇ ਪੈਸੇ ਇੱਥੇ ਕਮਾ ਸਕਦਾ ਹੈ। ਇਹ ਐਟੀਟਿਊਡ ਬਦਲੋ। ਜਾਂ ਤਾਂ ਇੰਨੀ ਵੱਡੀ ਕੁਆਲੀਫਿਕੇਸ਼ਨ ਹੋਵੇ ਤੁਹਾਡੇ ਕੋਲ, ਤੁਹਾਡੇ ਬੱਚੇ ਕੋਲ ਇੰਨੀ ਕੁਆਲੀਫਿਕੇਸ਼ਨ ਹੋਵੇ, ਉੱਥੇ ਜਾ ਕੇ ਉਹ ਕੰਪਨੀ ਵਾਲੇ ਹਾਕਾਂ ਮਾਰਨ ਵੀ ਆ ਜਾ ਮੇਰੇ ਕੋਲ, ਆ ਜਾ, ਮੈਂ ਤੈਨੂੰ ਪੈਕੇਜ ਦਿੰਦਾ, ਫਿਰ ਤਾਂ ਭੇਜੋ। ਨਹੀਂ, ਬੱਚਿਆਂ ਨੂੰ ਉੱਥੇ ਲੇਬਰ ਕਰਨ ਵਾਸਤੇ ਨਾ ਭੇਜੋ। ਉਹ ਸਮਾਂ ਲੰਘ ਗਿਆ, ਅੱਜ ਤੋਂ 10 ਸਾਲ ਪਹਿਲਾਂ ਸੀ ਸਮਾਂ। ਅੱਜ ਉੱਥੇ ਇੰਨੀ ਭੀੜ ਕਰ ਦਿੱਤੀ ਤੁਸੀਂ, ਉਹ ਨਹੀਂ। ਦੂਸਰੀ, ਖੇਤੀ ਬਹੁਤ ਹੀ ਅਣਖਿੱਚ ਧੰਦਾ ਹੈ, ਇਹ ਮੁਨਾਫਾ ਬਖਸ਼ ਹੈ ਹੀ ਨਹੀਂ। ਜਿੰਨੀਆਂ ਮਰਜ਼ੀ ਗੱਲਾਂ ਕਰੋ, ਇੱਕ ਮੋਟੀ ਗੱਲ ਮੈਂ ਤੁਹਾਨੂੰ ਦੱਸਦਾ, ਜਦੋਂ ਤੱਕ ਕੇਂਦਰ ਸਰਕਾਰ CACP ਦੇ ਅਧਿਕਾਰ ਖੇਤਰ 'ਚ ਤਬਦੀਲੀ ਨਹੀਂ ਲਿਆਉਂਦੀ, ਉਹਨੂੰ ਨਹੀਂ ਬਦਲਦੀ, ਤੁਹਾਡਾ ਭਲਾ ਕਦੀ ਹੋਣਾ ਹੀ ਨਹੀਂ। ਅਧਿਕਾਰ ਖੇਤਰ 'ਚ ਪਾਬੰਦੀਆਂ ਨੇ, CACP ਦੇ ਹੱਥ ਬੰਨੇ ਨੇ, ਉਹਨੇ ਤੁਹਾਡੇ ਹੱਕ 'ਚ ਕਦੇ ਸਿਫਾਰਿਸ਼ ਦੇਣੀ ਨਹੀਂ, ਪਾਰਟੀ ਮਿਲਣਾ ਨਹੀਂ, ਤੇ ਪਾਰਟੀ ਮਿਲਣਾ ਨਹੀਂ, ਤੁਹਾਨੂੰ ਕਰਜ਼ਾ ਲੈਣਾ ਹੀ ਪੈਣਾ, ਉਹ ਸਿਰ ਚੜ੍ਹਨਾ। ਆਪਣੇ ਘਰ ਨੂੰ ਬਚਾਉਣ ਵਾਸਤੇ ਕੁਝ ਥੋੜਾ ਜਿਹਾ ਸਮਾਂ ਕੱਢਣਾ ਸਿੱਖੋ। ਜੀ ਬਿਲਕੁਲ। ਇਹ ਨਹੀਂ ਵੀ ਮੈਂ ਨਾਲ ਹੈ ਜੀ, ਕੋਈ ਨਹੀਂ, ਅਸੀਂ ਤੁਹਾਡੇ ਨਾਲ ਹੈ, ਇਦਾਂ ਨਹੀਂ ਚੱਲਣਾ। ਆਉਣ ਵਾਲਾ ਸਮਾਂ ਬਹੁਤ ਗੰਭੀਰ ਹੈ। ਆਉਣ ਵਾਲੇ ਸਮੇਂ ਵਿੱਚ ਜਿੱਦਾਂ ਸਰਕਾਰਾਂ ਜਿੱਧਰ ਨੂੰ ਤੁਰ ਪਈਆਂ, ਕਾਰਪੋਰੇਟ ਐਗਰੀਕਲਚਰ ਨੂੰ ਮੋਦੀ ਸਰਕਾਰ ਭੱਜੀ ਜਾਂਦੀ ਹੈ। ਪੰਜਾਬ ਦਾ ਪਾਣੀ ਮੁੱਕ ਰਿਹਾ, ਤੁਹਾਨੂੰ ਕੋਈ ਚਿੰਤਾ ਨਹੀਂ। ਔਰ ਮੈਨੂੰ ਨਹੀਂ ਲੱਗਦਾ 3-4 ਸਾਲ ਤੋਂ ਬਾਅਦ ਪੰਜਾਬ ਦਾ ਪਾਣੀ ਜਿਹੜਾ ਪੰਜਾਬ 'ਚ ਪੀਣ ਵਾਸਤੇ ਪਾਣੀ ਬਚੇਗਾ। ਅਫਰੀਕਾ ਨੇ ਕੇਪ ਟਾਊਨ, ਉਹਨਾਂ ਦਾ ਸ਼ਹਿਰ ਹੈ, ਰਾਜਧਾਨੀ ਹੈ ਉਹਨਾਂ ਦੀ, ਉੱਥੇ ਕਹਿ ਦਿੱਤਾ ਵੀ ਸਾਡੇ ਕੋਲ ਪਾਣੀ ਪੀਣ ਨੂੰ ਸਪਲਾਈ ਨਹੀਂ ਹੋਣਾ। ਤੇ ਇਹ ਇੱਕ ਤਰ੍ਹਾਂ ਦਾ ਵਾਰਨਿੰਗ ਸਿਗਨਲ ਹੈ ਤੁਹਾਡੇ ਲਈ। ਤੁਹਾਡੇ ਪਾਣੀ ਦੀਆਂ ਰਿਪੋਰਟਸ ਨੇ, ਪਾਰਲੀਮੈਂਟ ਵਿੱਚ ਸਰਕਾਰ ਨੇ ਮੰਨ ਲਿਆ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ ਹੈ। ਜੇ ਪੀਣ ਨੂੰ ਪਾਣੀ ਨਹੀਂ, ਪਹਿਲਾ ਪਾਣੀ ਜੀਓ ਹੈ। ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ। ਤੁਹਾਡੀ ਬਾਡੀ ਦੇ ਵਿੱਚ ਵੀ 2/3 ਪਾਣੀ ਹੈ। ਜੇ ਪਾਣੀ ਨਹੀਂ ਪੀਣ ਨੂੰ ਮਿਲੇਗਾ, ਤੁਸੀਂ ਜਿਉਂਦੇ ਨਹੀਂ ਰਹਿ ਸਕਦੇ। ਰੋਟੀ ਤੇ ਬਿਨਾਂ ਹਾਲੇ ਜਿਉਂਦੇ ਰਹਿ ਸਕਦੇ ਹੋ। 7 ਦਿਨ ਲਗਾਤਾਰ ਪੀਣ ਨੂੰ ਪਾਣੀ ਨਾ ਮਿਲੇ, 8ਵੇਂ ਦਿਨ ਨੂੰ ਤੁਹਾਡੀ ਮੌਤ ਹੋ ਜਾਏਗੀ। ਬਿਲਕੁਲ। ਇਸ ਕਰਕੇ ਪੰਜਾਬ ਦੇ ਰਿਸੋਰਸਿਸ ਨੂੰ ਬਚਾਉਣ ਵਾਸਤੇ, ਪੰਜਾਬ ਦੇ ਭਲੇ ਲਈ ਕੁਝ ਸਮਾਂ ਕੱਢਣਾ ਸਿੱਖੋ। ਆਪਣੇ ਬੱਚਿਆਂ ਨੂੰ ਕੁਝ ਬਣਾਉਣ ਲਈ ਸਮਾਂ ਕੱਢੋ। ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਦਿਓ। ਆ ਜਿਹੜੀਆਂ ਲਾਹਨਤਾਂ ਨੇ, ਦਹੇਜ ਦਹੂਜ, ਇਹਨਾਂ ਤੋਂ ਬਚੋ ਤੇ ਤੁਹਾਡਾ ਆਪਣੇ ਆਪ ਭਵਿੱਖ ਸੁਧਰ ਜਾਏਗਾ। ਜੀ ਬਿਲਕੁਲ। ਸੋ ਰਾਜੇਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਲੰਮਾ ਸਮਾਂ ਸਾਡੇ ਨਾਲ ਬਿਤਾਇਆ।
ਕਿ ਤੁਹਾਡੇ ਕੋਲ ਦੱਸਣ ਦੇ ਲਈ ਇੰਨਾ ਕੁਛ ਹੈ ਤੇ ਮੇਰੇ ਕੋਲ ਪੁੱਛਣ ਦੇ ਲਈ ਇੰਨਾ ਕੁਛ ਹੈ। ਆਪਣੇ ਘੰਟੇ ਸਵਾ ਘੰਟੇ ਦੀ ਗੱਲਬਾਤ ਹੋ ਗਈ ਆਹ, ਤੇ ਦਰਸ਼ਕ ਤੁਹਾਨੂੰ ਸੁਣਨਾ ਵੀ ਚਾਹੁੰਦੇ ਨੇ ਤੁਹਾਡੀ ਜ਼ਿੰਦਗੀ ਦੇ ਨਾਲ, ਖਾਸ ਕਰਕੇ ਕਿਸਾਨੀ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਪੂਰੇ ਦੁਨੀਆ ਦੇ ਵਿੱਚ ਤੁਸੀਂ ਪੇਸ਼ ਹੋਏ, ਉਹਨੂੰ ਲੈ ਕੇ ਜ਼ਰੂਰ ਲੋਕ ਜਾਣਨਾ ਚਾਹੁੰਦੇ ਸੀ ਕੀ ਰਾਜੇਵਾਲ ਸਾਹਿਬ ਦੀ ਸਟੱਡੀ ਹੈ, ਬੈਕਗ੍ਰਾਉਂਡ ਕੀ ਹੈ, ਕਿਸ ਤਰੀਕੇ ਨਾਲ ਸੋਚਦੇ ਨੇ, ਮੈਂ ਪੜ੍ਹਦੇ ਨੇ ਕਿਵੇਂ, ਕੀ ਕਰਦੇ ਨੇ। ਮੈਂ ਤਾਂ ਲਾਲ ਬਹਾਦਰ ਸ਼ਾਸਤਰੀ ਇੰਸਟੀਚਿਊਟ ਹੈ ਜਿੱਥੇ IAS IPS ਨੂੰ ਜਿਹੜਾ ਪਹਿਲਾ ਕੋਰਸ ਹੁੰਦਾ ਹੈ, ਉੱਥੇ ਜਾ ਕੇ ਵੀ ਮੈਂ ਐਡਰੈਸ ਕਰਦਾ ਰਿਹਾ ਜੀ। ਇਹ ਤੋਂ ਬਿਨਾਂ ਮੈਂ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ 'ਚ ਵੀ ਅਸੀਂ ਜਾਏ। ਮੈਂ ਦੁਨੀਆ ਦੇ ਕੋਈ 27-28 ਦੇਸ਼ਾਂ ਵਿੱਚ ਘੁੰਮ ਚੁੱਕਾ, ਦੇਖ ਚੁੱਕਾ ਕਿੱਥੇ ਕੀ ਹੈ ਜੀ। ਖੇਤੀ ਨੂੰ ਖਾਸ ਤੌਰ ਤੇ ਮੇਰੀ ਰੁਚੀ ਰਹੀ ਹੈ, ਖੇਤੀ ਦੇ ਸਬਜੈਕਟ ਨੂੰ ਸਟੱਡੀ ਕਰਦੇ ਰਹੇ ਜੀ। ਦੁਨੀਆ 'ਚ ਸਭ ਤੋਂ ਬਿਹਤਰੀਨ ਮਾਰਕੀਟਿੰਗ ਸਿਸਟਮ ਪੰਜਾਬ ਦਾ ਹੈ ਜੀ, ਇੱਦਾਂ ਦਾ ਅਮਰੀਕਾ 'ਚ ਵੀ ਕਿਤੇ ਨਹੀਂ ਹੈ। ਜੇ ਇੱਧਰੋਂ ਸਰਕਾਰ ਦਾ ਜ਼ੋਰ ਲੱਗਿਆ, ਜਿਵੇਂ ਹੁਣ ਅਡਾਨੀਜ਼ ਨੂੰ ਦੇਤੇ ਸਾਈਲੋ ਨੂੰ, ਜੇ ਮੰਡੀ ਟੁੱਟ ਗਈ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ। ਅੱਜ ਤੁਸੀਂ 5 ਰੁਪਏ ਦੇ ਲਾਲਚ ਪਿੱਛੇ ਉਹਦੇ ਸਾਈਲੋ ਤੇ ਟਰਾਲੀਆਂ ਦੀਆਂ ਲਾਈਨਾਂ ਲਾਉਨੇ ਹੋ। ਸਰਕਾਰ ਦਾ ਮਨ ਹੈ ਤੋੜ ਦੇਣ ਦਾ ਮੰਡੀ ਨੂੰ, ਫਿਰ ਤੁਸੀਂ ਵੇਚਣ ਨੂੰ ਤਰਸੋਗੇ, ਉਹਦੀ ਮਨੋਪਲੀ ਹੋ ਜਾਏਗੀ ਜੀ। ਰਾਜੇਵਾਲ ਸਾਹਿਬ, ਇੱਕ ਗੱਲ ਹੋਰ, ਹੁਣ ਤੁਸੀਂ ਕੋਚਿੰਗ ਦੀ ਗੱਲ ਕੀਤੀ, ਬਤੌਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਜੋ ਅੱਜ ਆਪਣੇ ਮੁੱਖ ਮੰਤਰੀ ਪੰਜਾਬ ਨੇ, ਤੁਹਾਡੇ ਕੋਲ ਮੈਂ ਤੁਹਾਡੀ ਵੀਡੀਓ ਦੇਖੀ ਸੀ, ਤੁਸੀਂ ਕਹਿੰਦੇ ਸੀ ਕਿ ਤੁਹਾਡੇ ਕੋਲ ਜਦੋਂ ਮੁੱਦੇ ਚੁੱਕਣੇ ਹੁੰਦੇ ਸੀ ਪਾਰਲੀਮੈਂਟ ਦੇ ਵਿੱਚ, ਉਦੋਂ ਭਗਵੰਤ ਮਾਨ ਸਾਹਿਬ 2-2 ਘੰਟੇ ਤੁਹਾਡੇ ਕੋਲ ਬੈਠ ਕੇ ਸਭ ਸਿੱਖਦੇ ਸੀ। ਹਾਂ ਬਿਲਕੁਲ, ਇਹ ਜਦੋਂ MP ਸੀ, ਉਦੋਂ ਜਦੋਂ ਪਾਰਲੀਮੈਂਟ 'ਚ ਬੋਲਣਾ ਹੁੰਦਾ ਸੀ, ਹਰ ਵਿਸ਼ੇ ਤੇ ਪਹਿਲਾਂ 2-2 ਘੰਟੇ ਮੇਰੇ ਨਾਲ ਇਹ ਚਰਚਾ ਕਰਦੇ ਸੀ। ਤੇ ਫਿਰ ਉਹ ਤੋਂ ਬਾਅਦ ਜਿਹੜੇ ਅੱਜ ਰੂਲਿੰਗ ਪਾਰਟੀ ਦੇ ਪਿਛਲੀ ਸਰਕਾਰ ਵੇਲੇ 20 MLA ਸੀ, ਅਪੋਜੀਸ਼ਨ ਲੀਡਰ ਸੀਗੇ ਹਰਪਾਲ ਸਿੰਘ ਚੀਮਾ, ਇਹਦਾ ਘਰ ਜਿਹੜਾ ਸੀਗਾ ਪਾਰਟੀ ਦਾ ਦਫ਼ਤਰ ਸੀ, ਉੱਥੇ ਇਕੱਠੇ ਹੋ ਜਾਂਦੇ ਸੀ ਕਿਸੇ ਇਸ਼ੂ ਤੇ ਮੇਰੇ ਨਾਲ, ਉਦੋਂ ਵੀ ਡਿਸਕਸ ਕਰਦੇ ਸੀ। ਮੈਨੂੰ ਬਹੁਤ ਸਾਰੇ ਲੋਕ ਇਹਨਾਂ ਦੇ ਵਿੱਚ ਜਿਹੜੇ ਮੰਤਰੀ ਨੇ, MLAs ਨੇ, ਮੇਰਾ ਸਤਿਕਾਰ ਬੜਾ ਕਰਦੇ ਨੇ। ਮੈਨੂੰ ਇਸ ਗੱਲ ਤੇ ਅਫਸੋਸ ਆ ਵੀ ਭਗਵੰਤ ਮਾਨ ਨੂੰ ਕੀ ਹੋ ਗਿਆ, ਉਹਨੂੰ ਰਾਜੇਵਾਲ ਤੋਂ ਕਿਉਂ ਮੁਸ਼ਕ ਆਉਣ ਲੱਗ ਪਿਆ, ਜਾਂ ਡਰ ਕਿਉਂ ਲੱਗਣ ਲੱਗ ਪਿਆ ਉਹਨੂੰ ਰਾਜੇਵਾਲ ਤੋਂ। ਰਾਜੇਵਾਲ ਕੋਈ ਹਊਆ ਨਹੀਂ ਹੈ ਉਹਦੇ ਵਾਸਤੇ, ਮੇਰਾ ਹੀ ਪਾਲਿਆ ਹੋਇਆ ਬੱਚਾ ਹੈ। ਉਹੀ ਭਗਵੰਤ ਮਾਨ ਹੈ ਜਿਹੜਾ ਜਦੋਂ ਮੈਂ ਭੁੱਖ ਹੜਤਾਲ ਤੇ ਬੈਠਾ ਸੀ, ਉਹ ਤੋਂ ਬਾਅਦ ਮੈਨੂੰ ਆ ਕੇ ਕਹਿੰਦਾ ਸੀ, ਮੈਨੂੰ ਅੰਕਲ ਜੀ, ਮੈਨੂੰ ਬਾਪੂ ਜੀ, ਮੈਨੂੰ ਰਾਜਨੀਤੀ 'ਚ ਲਿਆਉਣ ਵਾਸਤੇ ਪਬਲਿਕ 'ਚ ਲੈ ਕੇ ਜਾਓ। ਤੇ ਸਭ ਤੋਂ ਪਹਿਲਾਂ ਪਬਲਿਕ 'ਚ ਮੈਂ ਲੈ ਕੇ ਗਿਆ ਸੀ, ਮਾਲਵਾ ਕਾਲਜ 'ਚ, AS ਕਾਲਜ 'ਚ, ਭਗਤ ਪੂਰਨ ਸਕੂਲ 'ਚ, ਤੇ ਸਭ ਤੋਂ ਪਹਿਲਾ ਬੰਦਾ ਮੈਂ ਸੀ, ਤੈਨੂੰ ਲੈ ਕੇ ਗਿਆ ਉੱਥੇ। ਅੱਜ ਤੈਨੂੰ ਉਹ ਦਿਨ ਭੁੱਲ ਗਏ। ਕੋਈ ਨਹੀਂ, ਉਹ ਕੀ ਕਹਿੰਦੇ ਨੇ, ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਕੋਈ ਗੁੱਸਾ ਵੀ ਨਹੀਂ ਆਉਂਦਾ ਹੁੰਦਾ। ਤੇ ਹਾਂ, ਸਾਤੋਂ ਅਗਲੀ ਪੀੜ੍ਹੀ ਜ਼ਰੂਰ ਤੈਨੂੰ ਕੋਸੂਗੀ ਵੀ ਤੂੰ ਆਪਣੇ ਵਡਾਰੂਆਂ ਦਾ ਖਿਆਲ ਨਹੀਂ ਰੱਖਿਆ ਜੀ। ਸੋ ਰਾਜੇਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਹਨਾਂ ਸਮਾਂ ਦੇਣ ਦੇ ਲਈ, ਧੰਨਵਾਦ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਨਾਲ ਤਮਾਮ ਅਸੀਂ ਸਵਾਲ ਕੀਤੇ। ਜਿਹੜਾ ਸਾਡਾ ਇੰਟਰਵਿਊ ਸੀ, ਫਰੇਮ ਕੀਤਾ, ਇਹ ਬੜਾ ਸੀ ਸਿੰਪਲ ਰੱਖਿਆ। ਬੜਾ ਕੁਛ ਤੁਹਾਨੂੰ ਸੁਣਨ ਨੂੰ, ਸਮਝਣ ਨੂੰ ਬੜਾ ਕੁਛ ਦਿਲਚਸਪ ਹੋਊਗਾ। ਰਾਜੇਵਾਲ ਸਾਹਿਬ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਇਸ ਲਾਈਨ ਦੇ ਵਿੱਚ ਕਿਵੇਂ ਆਉਂਦੇ ਨੇ, ਜੇ ਕਿਸਾਨ ਨੇਤਾ ਨਾ ਹੁੰਦੇ ਫਿਰ ਕੀ ਕਰਦੇ, ਅੰਦੋਲਨ ਦੀ ਚੀਰ ਫਾੜ ਕੀਤੀ ਹੈ, SSM ਬਾਰੇ ਦੱਸਿਆ, ਭਗਵੰਤ ਮਾਨ ਸਾਹਿਬ ਬਾਰੇ ਦੱਸਿਆ, ਹੋਰ ਬੜੀਆਂ ਗੱਲਾਂ ਕਿਸਾਨੀ ਬੈਕਗਰਾਊਂਡ ਬਾਰੇ ਦੱਸੀਆਂ। ਸੋ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਰਾਜੇਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਨਾਮ ਬਣੇ, ਬਹੁਤ ਸਾਡੇ ਦਰਸ਼ਕ ਸੀ ਜਿਹੜੇ ਚਾਹੁੰਦੇ ਸੀ ਦਰਸ਼ਕ ਤੇ ਰਾਜੇਵਾਲ ਸਾਹਿਬ ਨਾਲ ਤੁਸੀਂ ਗੱਲਬਾਤ ਕਰੋ ਤੇ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਰਾਜੇਵਾਲ ਸਾਹਿਬ ਦਾ ਬੈਕਗਰਾਊਂਡ ਕੀ ਹੈ। ਜੋ ਨਵੇਂ ਸਰੋਤੇ ਜੁੜੇ ਨੇ ਉਹ ਵੀ ਗੱਲ ਚਾਹੁੰਦੇ ਸੀ। ਸੋ ਤੁਹਾਡੀ ਡਿਮਾਂਡ ਦੇ ਉੱਤੇ ਅਸੀਂ ਰਾਜੇਵਾਲ ਸਾਹਿਬ ਤੋਂ ਟਾਈਮ ਲਿਆ, ਲੁਧਿਆਣੇ ਤੋਂ ਚੱਲ ਕੇ ਸਾਡੇ ਕੋਲ ਪਟਿਆਲਾ ਆਏ ਤੇ ਲੰਮਾ ਸਮਾਂ ਸਾਡੇ ਨਾਲ ਬਿਤਾਇਆ, ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਤੁਹਾਨੂੰ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ, ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਭੇਜੋ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਪੰਜਾਬੀ ਦੇ ਨਾਲ। ਧੰਨਵਾਦ।